श्री वाहे गुरु जी। एक ओंकार सतगुर प्रसाद। सोही महला पंजवा। जिसके सिर ऊपर तू स्वामी, सो दुख कैसा पावे। बोल न जाने माया मद माता, मरना जीत न आवे। जिसके सिर ऊपर तू स्वामी, सो दुख कैसा पावे। बोल न जाने माया मद माता, मरना चीत न आवे। मेरे राम राय तू संता का संत तेरे सेवक को किश नाहीं। जम नहीं आवे नेरे रहाओ। जो तेरे रंग राते स्वामी, तिनका जन्म मरण दुख नासा। तेरी बख्श न मेटे कोई, सतगुर का दिलासा। नाम ध्यान सुख फल पायन, आठ पहर आराधे। तेरी शरण तेरे परवासे, पंच दुष्ट ले साधे। ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। सतनाम श्री वाहिगुरु जी। सोहनी अरदास सुआमी मेरा, सर्व कला बनियाई। प्रगट भई सगले जुग अंतर, गुरु नानक की वडियाई। अंदर सच्चा नेहो, लाया प्रीतम अपने। तन मन होए निहाल, जांगुर देखा सामने। सोए सलंदड़ी मेरा तन मन मौला, नाम जपंदड़ी लाली। पंद जलंदड़ी मेरा अंदर ठंडा, गुर दर्शन देख निहाली। आवो सिख सतगुरु के प्यारे, गावो सच्ची बाणी।
ਬਾਣੀ ਤਾਂ ਗਾਵੋ गुरु केरी, बाणियां सिर बाणी, जिनको नदर कर्म होवै, हृदय तिन समाणी, पीवो अमृत सदा रहो हर रंग, जप्यो सारंग पाणी। कह नानक सदा गावो ਇਹ ਸੱਚੀ ਬਾਣੀ। ਸੋ ਆਓ ਘੋਰ ਕਲਯੁਗ ਦੇ ਵਿੱਚ ਵੱਡੇ ਭਾਗਾਂ ਦੇ ਨਾਲ ਗੁਰਸਿੱਖ ਵੀਰ ਬਜ਼ੁਰਗ ਮਾਈ ਭਾਈ ਅਤੀ ਵੱਡੇ ਭਾਗਾਂ ਵਾਲੇ ਹਨ। ਇਹ ਤ੍ਰੇਤੇ ਵਿੱਚ ਦੀਵਾਨ ਨਹੀਂ ਸਜੇ, ਦੁਆਪਰ 'ਚ ਸਤਿਯੁਗ 'ਚ ਉਦੋਂ ਕੱਲੇ ਕੱਲੇ ਆਪਣਾ ਆਪਣਾ ਅਭਿਆਸ ਕਰਦੇ ਸੀ, ਯੋਗਾ ਅਭਿਆਸ ਕਰਦੇ ਸੀ। ਧੂਣੇ ਤਾਪਣੇ, ਜਲ ਧਾਰੇ ਕਰਨੇ, ਪੁੱਠੇ ਲੌਂਕਣੇ, ਰਾਮਤਾ ਤੀਰਥਾਂ ਤੇ ਜਾਂਦੇ ਫਿਰਨਾ। ਇਹ ਕਲਯੁਗ ਦਾ ਸਾਧਨ ਹੈ ਅੱਜ ਦਾ। ਆ ਜੋ ਬੈਠੇ ਆ ਨਾ ਆਪਾਂ ਸਾਰੇ, ਇਹ ਕਲਯੁਗ ਵਿੱਚ ਅਕਾਲ ਪੁਰਖ ਅੰਤਰਜਾਮੀ ਨੇ ਸਰੂਪ ਧਾਰਨ ਕੀਤਾ ਬਾਬੇ ਨਾਨਕ ਦਾ। ਤੇ ਬਾਬਾ ਨਾਨਕ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਤਾਰਨ ਵਾਸਤੇ ਮੁੱਢ ਬੰਨਿਆ। ਹੋਰ ਕਿਸੇ ਨੇ ਗੱਲ ਨਹੀਂ ਸੋਚੀ ਹੈ। ਗੁਰੂ ਨਾਨਕ ਪਾਤਸ਼ਾਹ ਦੀ ਨਿਉ ਰੱਖੀ ਹੋਈ ਹੈ। ਇਹ ਜੋ ਆਪਾਂ ਬੈਠੇ ਹਾਂ, ਅੰਗੀਕਾਰ ਕੀਓ ਮੇਰੇ ਕਰਤੇ, ਗੁਰਪੂਰੇ ਕੀ ਵਡਿਆਈ, ਆਵ ਚਲ ਨੀਮ ਧਰੀ, ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ। ਇਹ ਬਾਬਾ ਜੀ ਨੇ ਕਿਰਪਾ ਕੀਤੀ ਹੈ, ਨਿਉ ਧਰੀ ਹੈ। ਬਾਬਾ ਜੀ ਨੇ ਜਦੋਂ ਬਾਬਾ ਜੀ ਮੱਕੇ ਗਏ ਹੈ, ਉਹ ਟਾਈਮ ਤੇ ਮਰਦਾਨੇ ਨੂੰ ਆਖਿਆ, ਮਰਦਾਨਿਆ ਤੂੰ ਬਾਹਰਲੇ ਪਾਸੇ ਬਹਿ ਜਾ। ਇਉਂ ਆਖਿਆ, ਬਾਹਰ ਬਹਿ ਜਾ। ਮਰਦਾਨੇ ਨੇ ਆਖਿਆ, ਗਰੀਬਨ ਮਾਜ ਇੱਕ ਬੇਨਤੀ ਹੈ ਬਈ ਮੈਨੂੰ ਭੈਣ ਨਾਨਕੀ ਨੇ ਵਚਨ ਕੀਤਾ ਸੀ ਵੀ ਗੁਰੂ ਸਾਹਿਬ ਕਈ ਮੌਕੇ ਸਮਾਧੀ 'ਚ ਹੋ ਜਾਂਦੀ ਹੈ, ਸਮਾਧੀ 'ਚ, ਤੇ ਇਸ ਕਰਕੇ ਨਾ ਵੀ ਤੂੰ ਕੋਲੇ ਰਹਿਣਾ, ਕੋਲੇ। ਪਾਤਸ਼ਾਹ ਮੈਂ ਬੇਬੇ ਨਾਨਕੀ ਨੂੰ ਰੱਬ ਦਾ ਰੂਪ ਮੰਨਦਾ, ਮੈਂ ਉਹਨਾਂ ਨਾਲ ਵਚਨ ਕਰਿਆ ਹੋਇਆ ਹੈ, ਤੇ ਮੈਂ ਕਿੰਨਾ ਸੋਹਣਾ ਵਚਨ, ਮੈਂ ਤੁਹਾਡੇ ਨਾਲ ਹੀ ਰਹਿਣਾ। ਹੁਣ ਗੁਰੂ ਸਾਹਿਬ ਕਹਿੰਦੇ ਜੇ ਸਾਡੇ ਨਾਲ ਰਹਿਣਾ ਨਾ ਤੇ ਵਚਨ ਮੰਨਣਾ ਪਊ। ਕਹਿੰਦੇ ਕਿਹੜਾ? ਗੁਰੂ ਜੀ ਕਹਿੰਦੇ ਅਸੀਂ ਮੱਕੇ ਦੇ ਵਿੱਚ ਕੌਤਕ ਕਰਨਾ, ਖੇਲ ਕਰਨਾ, ਤੇ ਘਬਰਾਈ ਨਾ, ਤੈਨੂੰ ਜਰਨ ਸ਼ਕਤੀ ਬਣਾਉਣੀ ਪੈਣੀ ਹੈ। ਚੁੱਪ ਕਰਕੇ ਬੈਠਣਾ ਪੈਣਾ, ਤਮਾਸ਼ਾ ਵੇਖੀ ਕਰਤਾਰ ਦਾ। ਇਉਂ ਆਖਿਆ। ਬਾਬਾ ਜੀ ਮਰਦਾਨੇ ਨੂੰ, ਭਾਈ ਬਾਲੇ ਨੂੰ ਲੈ ਕੇ ਮੱਕੇ ਦੇ ਅੰਦਰ ਚਲੇ ਗਏ। ਜਦੋਂ ਚਲੇ ਗਏ ਤੇ ਬਾਬਾ ਜੀ ਨੇ ਮੱਕੇ ਵੱਲ ਨੂੰ ਪਵਿੱਤਰ ਚਰਨ ਕਰਕੇ, ਜਾਣੀ ਉਸ ਟਾਈਮ ਦੇ ਪੈਰ ਕਰਕੇ, ਮੱਕੇ ਵੱਲ ਨੂੰ ਉੱਤੇ ਚਾਦਰ ਲੈ ਕੇ ਪੈ ਗਏ। ਜਾਣ ਕੇ ਮਰਦਾਨਾ ਬੈਠਾ, ਉੱਥੇ ਜਿਹੜਾ ਪੁਜਾਰੀ ਸੀ ਜੀਵਨ ਹਾਜੀ, ਕਾਜੀ, ਕਾਜੀ ਜਿਹੜਾ ਸੀ ਨਾ, ਉਹ ਆਇਆ। ਉਹਨੇ ਬਾਬਾ ਜੀ ਨੂੰ ਆਖਿਆ, ਕਹਿੰਦੇ ਰਾਹੀ ਪਾਂਦੀ
इधर मक्का है खुदा दा घर, इधर पैर ना कर, एवं आखे। बाबा जी ने वेखो खेर कैसा, प्रचार कैसे, ਉਹਦੇ ਬੋਲ ਨੂੰ ਅਣਸੁਣਿਆ ਕਰਤਾ ਪਈ ਰਹੀ। ਉਹਨੇ ਦੂਜੀ ਵੇਰ ਆਖਿਆ, ਬਾਬਾ ਜੀ ਨੇ ਥੋੜਾ ਜਿਹਾ ਸੀਸ ਚੱਕ ਕੇ ਤਾਂ ਬਾਬਾ ਜੀ ਕਹਿੰਦੇ ਭਾਈ ਅਸੀਂ ਲੰਮਾ ਪੈਂਡਾ ਕੱਢ ਕੇ ਆਏ ਹਾਂ ਤੇ ਸਰੀਰ ਥੱਕਿਆ ਟੁੱਟਿਆ ਪਿਆ ਤੇ ਮੈਂ ਇੱਥੇ ਹੀ ਪੈਣਾ। ਠੀਕ ਹੈ। ਤੇ ਉਹਨੇ ਕੀ ਕੀਤਾ, ਬਾਬਾ ਜੀ ਲੱਤ ਮਾਰੀ। ਧੰਨ ਗੁਰੂ ਨਾਨਕ ਨਿਰੰਕਾਰ ਸੱਚਖੰਡ 'ਚ ਬੈਠੇ, ਅਰਦਾਸ ਹੀ ਕਰੋ ਜਦੋਂ ਧਰਤੀ ਤੇ ਆਵੇਂ ਨਾ, ਹੇ ਸੱਚੇ ਪਾਤਸ਼ਾਹ ਉਦੋਂ ਕਿਸੇ ਚੀਜ਼ ਦੀ ਲੋੜ ਨਹੀਂ, ਮੇਰੀ ਅੱਖ ਬਣੀ ਹੋਵੇ ਤੈਨੂੰ ਪਛਾਣ ਕਰਨ ਵਾਲੀ, ਬਸ ਇੱਕੋ ਮੰਗ ਸਭ ਤੋਂ ਵੱਡੀ ਹੈ। ਜਦੋਂ ਧਰਤੀ ਤੇ ਅਵਤਾਰ ਮਹਾਂਪੁਰਖ ਗੁਰੂ ਪੀਰ ਆਉਂਦਾ ਨਾ, ਉਦੋਂ ਬੰਦੇ ਦੀ ਅੱਖ ਬਣੀ ਵੀ ਹੋਵੇ ਤਾਂ ਬੰਦਾ ਫਿਰ ਦਰਸ਼ਨ ਕਰਕੇ ਜੀਵਨ ਪਦਵੀ ਨੂੰ ਪਾ ਜਾਂਦਾ, ਜਿਹੜੀ ਸੱਚਖੰਡ ਚਲਿਆ ਜਾਂਦਾ। ਜੀਵਨ ਪਦਵੀ ਹੁੰਦੀ ਹੈ ਜਿਉਣ ਤੋਂ ਮਰਨ ਤਾਈਂ, ਉਹ ਪਦਵੀ ਪਾ ਜਾਂਦਾ। ਜ਼ਿੰਦਗੀ 'ਚ ਚੰਗੇ ਅਵਤਾਰ ਮਹਾਂਪੁਰਖ ਆਪਣੇ ਬਾਬਾ ਜੀ ਵਰਗੇ ਵਿਰਲੇ ਸਾਧੂ ਟਾਵੇਂ, ਜ਼ਿੰਦਗੀ ਦੇ ਵਿੱਚ ਉਹਨਾਂ ਦੇ ਦਰਸ਼ਨ ਤੇ ਉਹਨਾਂ ਦੀ ਸੰਗਤ ਮਿਲ ਜੇ, ਸੇਵਾ ਮਿਲ ਜੇ, ਬਚਨ ਮੰਨਣਾ ਮਿਲ ਜੇ ਤੇ ਜੀਵਨ ਪਦਵੀ ਕਹਿੰਦੇ ਉਹਨੂੰ, ਜੀਵਨ ਪਦਵੀ ਮਿਲ ਜੇ। ਤੇ ਜਿਹੜਾ ਕਾਜੀ ਸੀ, ਜਦੋਂ ਬਾਬਾ ਜੀ ਉੱਠੇ ਹੀ ਨਾ, ਕ੍ਰੋਧ ਆਇਆ। ਕ੍ਰੋਧ ਵਿੱਚ ਉਹ ਲੱਤ ਫੜੀ, ਕ੍ਰੋਧ ਵਿੱਚ ਬਾਬਾ ਜੀ ਦੀ। ਇਹ ਗੱਲ ਭਾਈ ਗੁਰਦਾਸ ਜੀ ਵੀ ਪੌੜੀ ਵਿੱਚ ਲਿਖਦੇ ਆ, ਟੰਗੋਂ ਫੜ ਘੜੀਸਿਆ, ਲੱਤਾਂ ਨਹੀਂ ਆਖਿਆ, ਪੈਰ ਨਹੀਂ ਆਖਿਆ, ਦੋਨੇ ਪੈਰ ਨਹੀਂ ਆਖਿਆ, ਇੱਕ ਲੱਤ। ਟੰਗੋਂ ਫੜ ਘੜੀਸਿਆ ਬਾਬੇ ਨਾਨਕ ਨੂੰ। ਹੁਣ ਕੌਣ ਜਾਣੇ ਰੱਬ ਪੁੰਨਾਂ ਤੋਂ ਬਿਨਾਂ? ਉਹ ਜਿੱਡੇ ਜੀਵ ਦੇ ਪੁੰਨ ਹੁੰਦੇ ਓਡਾ ਵੱਡਾ ਉਹਨੂੰ ਸਾਧੂ ਮਿਲਦਾ। ਪੁੰਨ ਵੱਡੇ ਹੋਣ ਤਾਂ ਗੁਰੂ ਨਾਨਕ ਦਾ ਪਤਾ ਲੱਗਦਾ। ਜਦੋਂ ਟੰਗੋਂ ਫੜ ਘੜੀਸਿਆ ਨਾ, ਤੁਹਾਡਾ ਬਾਬਾ ਜੀ ਮਾਣ ਕਰਿਓ, ਮੇਰੇ ਬਾਬਾ ਜੀ ਸਤਿਗੁਰੂ ਨਾਨਕ ਨਿਰੰਕਾਰ ਅਕਾਲ ਪੁਰਖ ਅੰਤਰਜਾਮੀ, ਉਹ ਸੀ ਰੱਬ। ਤੇ ਬਾਬਾ ਨਾਨਕ ਕਿਹੜਾ ਆਮ ਮਨੁੱਖ ਸੀ, ਤੇ ਉਹ ਕਿਹੜਾ ਸਾਸਤ ਘੱਟ ਸੀ, ਚੂੜੀਆਂ ਪਾਈਆਂ ਸੀ। ਜਦੋਂ ਬਾਬਾ ਜੀ ਦੀ ਲੱਤ ਫੜ ਕੇ ਘੜੀਸਿਆ ਨਾ, ਤੇ ਨਾਲ ਹੀ ਮੱਕਾ ਘੁੰਮਿਆ। ਬੜੀ ਵੱਡੀ ਗੱਲ ਹੈ, ਨਾਲ ਮੱਕਾ ਫੇਰਿਆ ਬਾਬਾ ਜੀ ਨੇ। ਅੱਗੇ ਪਿੰਡਾਂ ਵਿੱਚ ਸਾਰੇ ਥਾਈਂ ਧਾਰਨ ਲਾਉਂਦੇ ਸੀ। ਜੌਹਰੀ ਕਲਾ ਦਿਖਾਈ, ਗੁਰੂ ਨਾਨਕ ਨੇ ਮੱਕਾ ਫੇਰਿਆ, ਇਉਂ ਧਾਰਨਾ ਲੱਗਦੀ ਵੀ ਜਾਰੀ ਕਲਾ ਦਿਖਾਈ। ਮੱਕਾ ਪਿੰਡਾਂ ਵਿੱਚ ਪ੍ਰਚਾਰ ਹੁੰਦਾ ਸੀ। ਤੇ ਜਦੋਂ ਕਾਜੀ ਨੇ ਹੋਰ ਘੜੀਸਿਆ ਵੀ ਸ਼ਾਇਦ ਮੇਰੇ ਦਿਮਾਗ ਨੂੰ ਲੱਗਦਾ ਹੋਈ ਚਾਹੁੰਦੀ, ਬਾਬਾ ਜੀ ਨੇ ਮੱਕਾ ਹੋਰ ਘੜੀਸਿਆ। ਜਦੋਂ ਉਹਨੇ ਚੰਗੀ ਤਰ੍ਹਾਂ ਵੇਖਿਆ, ਇੱਕ ਲੱਤ ਛੱਡ ਕੇ ਬਾਬਾ ਜੀ ਦੀ ਪੈਰ ਤੇ ਦਾੜ ਦੇਣੇ ਬਾਬਾ ਜੀ ਦੇ ਚਰਨਾਂ ਤੇ ਡਿੱਗਿਆ। ਬਾਬਾ ਜੀ ਦੇ ਚਰਨਾਂ ਤੇ ਡਿੱਗਿਆ ਤੇ ਬਾਬਾ ਜੀ ਉੱਠ ਕੇ ਬਹਿ ਗਏ। ਬਾਬਾ ਜੀ ਕਹਿੰਦੇ ਕਿਉਂ? ਜਾਗ ਆ ਗਈ, ਬਹੁਤ ਔਖੀ ਜਾਗ ਹੈ, ਜਾਗ ਆ ਗਈ। ਬਾਬਾ ਜੀ ਕਹਿੰਦੇ ਤੈਨੂੰ ਹੋਸ਼ ਆ ਗਈ?
ਸਾਡੀ ਪਛਾਣ ਆ ਗਈ। ਇਉਂ ਆਖਿਓ। ਉਹਨੇ ਕੀ ਆਖਿਆ? ਉਹਨੇ ਆਖਿਆ ਹੇ ਖੁਦਾ, ਇਉਂ ਹੀ ਬੋਲਿਆ, ਹੇ ਅੱਲਾ। ਜਦੋਂ ਤੂੰ ਮੱਕੇ ਦੇ ਅੰਦਰ ਵੜਿਆ ਸੀ ਉਦੋਂ ਹੀ ਦੱਸ ਦੇਣਾ ਸੀ ਮੈਂ ਖੁਦਾ ਹਾਂ, ਮੈਂ ਅੱਲਾ। ਬਾਬਾ ਜੀ ਕਹਿੰਦੇ ਜਿੱਥੇ ਮੈਂ ਉੱਥੇ ਖੁਦਾ ਤੇ ਅੱਲਾ ਨਹੀਂ ਹੈ, ਮੈਂ ਅੱਲਾ। ਬਾਬਾ ਜੀ ਕਹਿੰਦੇ ਅੱਲਾ ਦੇ ਵਿੱਚ ਤੂੰ ਕਰਤਾ। ਇਹ ਸ਼ਬਦ ਪੱਲੇ ਬੰਨੋ। ਤੂੰ ਹੁਆ ਮੁਝ ਮੈਂ ਰਿਹਾ ਨਾ ਹੂੰ, ਜਦ ਆਪਾ ਵਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਆਪਣਾ ਵੀ ਹੈ। ਜਦੋਂ ਆਪਾ ਤੇ ਪਰਾਇਆ ਮਿਟ ਗਿਆ ਨਾ, ਅੰਦਰੋਂ ਈਰਖਾ ਦੀ ਅੱਗ ਬੁਝ ਗਈ। ਜਿਸ ਬੰਦੇ ਵੱਲ ਨੇਤਰ ਖੋਲ ਕੇ, ਅੱਖਾਂ ਖੋਲ ਕੇ ਵੇਖੇਗਾ ਨਾ, ਉਹਦੇ ਵਿੱਚ ਤੈਨੂੰ ਰੱਬ ਦੀ ਜੋਤ ਨਜ਼ਰ ਆਊਗੀ। ਗੱਲ ਕਰਨੀ ਸੌਖੀ ਹੈ, ਅਸਰ ਕਰਨਾ ਬੜਾ ਔਖਾ। ਜਦ ਆਪਾ, ਇਹ ਮੇਰਾ, ਉਹ ਪਰਾਇਆ, ਆਪਾ ਪਰ ਕਾ ਪਰਾਇਆ ਮਿਟ ਗਿਆ ਨਾ ਇਸ ਬੰਦੇ ਦੇ ਅੰਦਰੋਂ। ਜਦ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ ਦੀ ਜਿਹੜੀ ਪਦਵੀ ਹੈ ਨਾ, ਜਦੋਂ ਇਹ ਅਵਸਥਾ ਉਹਦੀ ਬਣ ਜਾਂਦੀ ਹੈ, ਉਹ ਆਪ ਹੀ ਐਸਾ ਹੋ ਜਾਂਦਾ, ਵੇਖਣ ਵਾਲਾ ਤੂੰ ਹੀ ਤੂੰ ਹੋ ਜਾਂਦਾ। ਉਹਦੇ ਕੋਲ ਗਰੀਬ ਆ ਜੇ, ਅਮੀਰ ਆ ਜੇ, ਕੋਈ ਰੱਖ ਜੇ, ਕੋਈ ਚੱਕ ਕੇ ਲੈ ਜੇ, ਕੋਈ ਉਹਦੀ ਨਿੰਦਿਆ ਕਰਦੇ, ਕੋਈ ਕੁਛ ਕਰਦੇ ਵੀ। ਜਦ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਤ ਤੂੰ। ਤੇ ਸਾਧ ਸੰਗਤ ਉੱਥੇ ਜਦੋਂ ਚਰਨਾਂ ਤੇ ਮੱਥਾ ਟੇਕਿਆ, ਆਖਿਆ ਜੀ ਪਛਾਣ ਆ ਗਈ ਹੈ, ਜਾਗ ਆ ਗਈ ਹੈ, ਹੋਸ਼ ਆ ਗਈ ਹੈ, ਆਪ ਜੀ ਦੀ ਪਛਾਣ ਆ ਗਈ ਹੈ। ਹੇ ਖੁਦਾ, ਇਉਂ ਆਖਿਆ ਵੀ ਤੂੰ ਪਹਿਲਾਂ ਹੀ ਦੱਸ ਦਿੰਦਾ। ਬਾਬਾ ਜੀ ਕਹਿੰਦੇ ਤਾਂ ਖੁਦਾ ਹੀ ਨਹੀਂ, ਜਿਹੜਾ ਕਹੇ ਮੈਂ, ਉਹ ਤਾਂ ਅੱਲਾ ਹੀ ਨਹੀਂ। ਇਉਂ ਆਖਿਆ ਤੇ ਸਾਧ ਸੰਗਤ ਚਰਨਾਂ ਤੇ ਮੱਥਾ ਟੇਕਿਆ, ਭੁੱਲ ਮੰਗੀ, ਮਾਫੀ ਮੰਗੀ, ਗੁਰੂ ਨਾਨਕ ਦੀਆਂ 5 ਪਰਿਕਰਮਾ ਕੀਤੀਆਂ ਤੇ ਬੇਨਤੀ ਕੀਤੀ। ਇਤਿਹਾਸਕ ਵਚਨ ਹੈ, ਤੁਹਾਡੇ ਕੰਮ ਆਉਣ ਵਾਲੇ ਹੈ। ਤੇ ਕੀ ਆਖਿਆ ਗੁਰੂ ਸਾਹਿਬ? ਕਾਜੀ ਨੇ ਕੀ ਆਖਿਆ? ਉਹਨੇ ਆਖਿਆ ਅੱਗੇ ਵੀ ਕਦੇ ਆਏ ਹੋ ਇਹ ਦੁਨੀਆ ਤੇ? ਅੱਗੇ ਵੀ ਕਦੇ ਆਏ ਹੋ? ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਤਾਂ ਗਿਆ ਹੀ ਨਹੀਂ। ਗੁਰੂ ਜੀ ਕਹਿੰਦੇ ਜਿਹੜਾ ਆਉਣਾ ਜਾਣਾ ਤਾਂ ਜੰਮਣਾ ਮਰਨਾ। ਇਉਂ ਆਖਿਆ ਮੈਂ ਤਾਂ ਗਿਆ ਹੀ ਨਹੀਂ। ਉਹਨੇ ਆਖਿਆ ਕਿਹੜਾ ਜਾਮਾ ਪਹਿਲਿਆ ਸੀ? ਗੁਰੂ ਜੀ ਕਹਿੰਦੇ ਮੈਂ ਭਗਤਾਂ ਦੀ ਰੱਖਿਆ ਕਰਨ ਵਾਸਤੇ, ਮਾਤ ਲੋਕ ਦੀਆਂ ਅਰਦਾਸਾਂ ਕਰਨ ਵਾਸਤੇ, ਸੁਣਨ ਵਾਸਤੇ, ਤੇ ਮੈਂ ਰਾਮ ਜੀ ਦਾ ਰੂਪ ਵੀ ਮੈਂ ਹੀ ਸੀ। ਇਉਂ ਆਖਿਆ ਰਾਮ ਜੀ ਦਾ ਰੂਪ ਮੈਂ ਸੀ, ਤੇ ਕ੍ਰਿਸ਼ਨ ਦਾ ਰੂਪ ਵੀ ਮੈਂ ਹੀ ਸੀ, ਨਰ ਸਿੰਘ ਅਵਤਾਰ ਦਾ ਰੂਪ ਵੀ ਮੈਂ ਹੀ ਧਾਰ ਕੇ ਆਇਆ ਸੀ। ਇਉਂ ਆਖਿਆ ਜਿਹੜੇ 23 ਅਵਤਾਰ ਹੋਏ, 24ਵੇਂ ਬਾਬਾ ਨਾਨਕ ਹੋਏ ਆ, ਵੀ ਮੈਂ ਹੀ ਅਵਤਾਰ ਧਾਰ ਕੇ ਆਏ ਆ। ਇਉਂ ਆਖਿਆ। ਹੁਣ ਆਪ ਜੀ ਗੁਰੂ ਜੀ ਕਹਿੰਦੇ ਹੁਣ ਅਸੀਂ ਨਾਨਕ ਨਿਰੰਕਾਰੀ ਆ। ਨਾਨਕ ਮੇਰੇ ਸਰੀਰ ਦਾ ਨਾਂ ਹੈ, ਅਸੀਂ ਸੱਚਖੰਡ 'ਚੋਂ ਆਏ ਹਾਂ, ਨਿਰੰਕਾਰ ਹਾਂ। ਇਉਂ ਆਖਿਆ। ਲੀੜਾ ਵਿਛਾਇਆ, ਮੰਜੀ ਡਾਈ, ਆਸਣ ਲਾਇਆ, ਮਾਫੀਆਂ ਮੰਗੀਆਂ, ਸਾਰੇ ਕਾਜ਼ੀਆਂ ਨੂੰ, ਮੁੱਲਾ ਨੂੰ ਰੌਲਾ ਪਾਤਾ, ਮੱਕੇ ਦੇ ਵਿੱਚ ਆਓ ਕਰੋ ਦਰਸ਼ਨ। ਇਉਂ ਆਖਿਆ। ਤੇ ਫਿਰ ਬੇਨਤੀ ਕੀਤੀ,
ਹੁਣ ਕਦੋਂ ਆਉਂਗੇ, ਹੁਣ ਕਿਹੜੇ ਜਾਮੇ ਚ ਆਉਂਗੇ। ਫਿਰ 10 ਜਾਮੇ ਗਣਾਏ ਗੁਰੂ ਨਾਨਕ ਨੇ ਮੱਕੇ। ਗੁਰੂ ਅੰਗਦ ਸਾਹਿਬ, ਅਮਰਦਾਸ, ਸਤਿਗੁਰੂ ਰਾਮਦਾਸ, ਇਉਂ ਸਾਰੇ ਕਲਗੀਧਰ ਤੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇਹ ਜੋ ਆ ਦਰਬਾਰ ਹੈ। ਇਉਂ ਗਣਾਇਆ ਤੇ ਗਣਾ ਕੇ ਬਚਨ ਕੀਤਾ ਵੀ 10 ਜਾਮੇ ਮੈਂ ਗੁਰੂਆਂ ਦੇ ਪਹਿਨਣੇ ਆ। ਤੇ ਮੇਰੀ ਰਸਨਾ ਦੀ ਉਚਾਰਨ ਕੀਤੀ ਹੋਈ ਬਾਣੀ, ਗੁਰੂਆਂ ਦੀ ਜਿਹੜੀ ਬਾਣੀ ਹੁੰਦੀ ਹੈ ਇਹਨੂੰ ਗੁਰਬਾਣੀ ਕਹਿੰਦੀ ਹੈ। ਗੁਰਬਾਣੀ ਨੂੰ ਗੱਦੀ ਦਿੱਤੀ ਜਾਣੀ ਹੈ, ਟਿਕਾਣਾ ਦੁਨੀਆ ਦਾ, ਮਨ ਦਾ ਟਿਕਾਓ, ਇਉਂ ਆਖਿਆ। ਤੇ ਕੀ ਆਖਿਆ? 74 ਜਾਮੇ ਮੈਂ ਸੰਤਾਂ ਦੇ ਪਹਿਨਣੇ ਆ। 10 ਗੁਰੂਆਂ ਦੇ, 74 ਸੰਤ ਖਾਲਸਾ। ਖਾਲਸਾ ਦਾ ਅਰਥ ਹੁੰਦਾ ਪਿਓਰ। ਪਿਓਰ ਤਾਂ ਗੱਲ ਗਾਂ ਖਤਮ ਹੈ, ਬਸ ਸਿਰੇ ਦੀ ਗੱਲ ਹੈ। ਪਿਓਰ, ਪਿਓਰ ਨਾ ਇੱਕ ਦਾ ਹੈ। ਇੱਕ ਦਸਤਗੀਰ ਕੋਲੇ ਗਏ ਬਾਬਾ ਜੀ, ਤੇ ਉੱਥੇ ਚਲੋ ਵਿਚਾਰ ਚੱਲਦੀ, ਮੈਂ ਥੋੜੇ ਜਿਹੇ ਦਿੰਦਾ। ਤੇ ਸਾਸਦ ਉੱਥੇ ਕੀ ਆਖੇ? ਉਹਨੇ ਆਖਿਆ ਕੌਣ ਹੈ? ਬਾਬਾ ਜੀ ਕਹਿੰਦੇ ਇੱਥੇ ਗਿਣ ਲਾ ਕੌਣ ਹੈ। ਉਹਨੇ ਆਖਿਆ 1 2 3। ਬਾਬਾ ਜੀ ਕਹਿੰਦੇ ਗਲਤ ਕਹਿ ਦੋ। ਉਹ ਕਹਿੰਦਾ ਨਹੀਂ ਮੈਂ ਗਲਤ ਨਹੀਂ ਕਿ 1 2 3 4 5। ਬਾਬਾ ਜੀ ਕਹਿੰਦੇ ਨਹੀਂ ਨਹੀਂ। ਬਾਬਾ ਜੀ ਕਹਿੰਦੇ 1 ਤੋਂ ਪਹਿਲਾਂ ਗਿਣ। 1 ਤੋਂ ਪਹਿਲਾਂ ਕੌਣ ਸੀ? 1 ਤੂੰ ਕਿੱਥੋਂ ਲਿਆਂਦਾ? ਇਦੋਂ ਪਹਿਲਾਂ ਕੌਣ ਸੀ? ਬਾਬਾ ਜੀ ਕਹਿੰਦੇ 2 ਤਾਂ ਹੈ ਹੀ ਨਹੀਂ, 3 ਨਹੀਂ, 4 ਨਹੀਂ, 5 ਨਹੀਂ। ਬਾਬਾ ਜੀ ਕਹਿੰਦੇ ਜੇ 100 ਵੀ ਕਹੀਏ ਤਾਂ ਏਕਾ ਨਾਲ ਲੱਗੇ ਬਗੈਰ 100 ਬਣਦਾ ਨਹੀਂ। ਗੱਲ ਸਾਰੀ ਇੱਕ ਦੀ ਹੋਈ ਆ। ਦਸਤਗੀਰ ਚਰਨਾਂ ਤੇ ਡਿੱਗਿਆ। ਕਹਿੰਦਾ ਤੁਹਾਡੀ ਪੜ੍ਹਾਈ ਨੂੰ ਤੁਸੀਂ ਜਾਣੋ, ਮੈਂ ਕੀ ਜਾਣਾ। ਗੱਲ ਪੜ੍ਹਾਈ ਸਾਰੀ ਏਕੇ ਦੀ ਹੈ। ਬਸ ਏਕੇ ਦੇ ਵਿੱਚ ਬੈਠੇ ਕਿੰਨੇ ਸੋਹਣੇ ਲੱਗਦੇ ਆ। ਗੁਰੂ ਸਾਹਿਬ ਨੂੰ ਹੋਰ ਸੋਹਣੇ ਲੱਗਦੇ ਆਪਾਂ ਬੈਠੇ, ਤੇ ਗੁਰੂ ਦੀ ਸਾਹਿਬ ਦੀ ਕਿਰਪਾ ਦੇ ਨਾਲ ਹੀ ਏਕੇ ਵਿੱਚ ਬੈਠੇ ਆ। ਇੱਥੇ ਹਜ਼ਾਰਾਂ ਵਿੱਚ ਸੰਗਤਾਂ ਬੈਠੀਆਂ, ਘਰ ਵਿੱਚ 2 ਜੀ ਨਹੀਂ ਰਹਿ ਸਕਦੇ, 5 4, ਬੜਾ ਬੁਰਾ ਹਾਲ। ਇੱਥੇ ਆਉਂਦੇ ਆ, ਰੌਲਾ ਪੈਂਦਾ। ਤੇ ਜੇ ਗੁਰਾਂ ਇੱਕ ਦੇ ਬੁਝਾਈ, ਇੱਥੇ ਵੀ ਹਜ਼ੂਰ ਨੇ ਪਹਿਲੇ ਨਿਉ ਰੱਖਤੀ। ਗੁਰਾਂ 10 ਗੁਰੂਆਂ ਦਾ ਨਾਂ ਗੁਰਾਂ ਆਖਿਆ। ਬਾਬਾ ਜੀ ਨੇ ਆਖਿਆ ਗੁਰੂ ਨਾਨਕ ਨੇ ਵੀ ਮੈਂ 10 ਜਾਮੇ ਪਹਿਨਣੇ ਆ, ਪਰ ਹੈ ਮੈਂ ਇੱਕੋ ਹੀ। ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਈ। ਆਪਾਂ ਜਿਸ ਤਰ੍ਹਾਂ ਆਏ ਮੱਸਿਆ ਦਿਹਾੜੀ ਤੇ, ਆਪਾਂ ਕੱਲੇ ਕੱਲੇ ਸਾਰਿਆਂ ਜੀਆਂ ਦਾ ਇੱਕੋ ਹੀ ਦਾਤ ਹੈ। ਆਪਾਂ ਸਭਨਾ ਜੀਆਂ ਕਾ ਇੱਕ ਦਾਤਾ। ਇੱਕ ਦਾਤਾ ਤਾਂ ਹੈਗਾ, ਹੁਣ ਚਲੋ ਬੈਠੀਏ ਪਾਸ਼ ਪਰ ਗਾਂ। ਸੋ ਮੈਂ ਅੱਜ ਚੇਤਾ ਨਾ ਭੁੱਲ ਜੀ, ਬਿਸਰ ਨਾ ਜਾਈ। ਤੇ ਜੀਵਨ ਹਾਜੀ ਬਚਨ ਵਿਲਾਸ ਕਰਦਾ ਕਰਦਾ ਕਹਿਣ ਲੱਗਿਆ, ਕਿਸੇ ਜਸਮੇ, ਕਿਸੇ 10 ਜਾਮਿਆਂ ਦੇ ਅੰਦਰ ਅੰਦਰ ਕਿਤੇ ਮੇਰਾ ਤੁਹਾਡੇ ਨਾਲ ਮੇਲ ਹੋਊਗਾ। ਇਹ ਜੇ ਆ ਬੈਠੇ ਨਾ ਸਾਰੇ, ਮੇਲ ਕਿਉਂ? ਆਪਣਾ ਮੇਲ ਹੋਊਗਾ। ਬਾਬਾ ਜੀ ਕਹਿੰਦੇ ਜੇ ਲਾਇਕ ਦਾ ਹੋ ਗਿਆ ਤਾਂ ਇਉਂ ਆਖਿਆ, ਜੇ ਤੂੰ ਲਾਇਕ ਦਾ ਹੋ ਗਿਆ ਤਾਂ ਮੇਲ ਹੋਊ, ਨਹੀਂ ਨਹੀਂ ਹੋਣਾ।
ਉਹਨੇ ਆਖਿਆ ਦੱਸੋ ਜੀ ਕਿਵੇਂ ਲਿਖਦਾ ਬਣੂ। ਗੁਰੂ ਜੀ ਕਹਿੰਦੇ ਦੁਨੀਆ ਮੱਕੇ ਆਉਂਦੀ ਹੈ, ਮੱਕੇ ਦਾ ਮੁਖੀ ਹੈ ਤੂੰ। ਬਾਬਾ ਜੀ ਕਹਿੰਦੇ ਤੁਸੀਂ ਇੱਥੇ ਆਏ ਗਏ ਰਾਹੀ ਪਾਂਦੀ ਦੀ ਕੋਈ ਬਾਤ ਨਹੀਂ ਪੁੱਛਦੇ, ਕੋਈ ਸੇਵਾ ਨਹੀਂ ਕਰਦੇ। ਇੱਕੋ ਹੀ ਹੰਕਾਰ ਹੈ ਵੀ ਮੈਂ ਮੱਕੇ ਦਾ ਹਾਜੀ ਹਾਂ। ਇੱਕੋ ਗੱਲ ਹੈ ਤੁਹਾਡੇ ਅੰਦਰ। ਦੂਰੋਂ ਦੂਰੋਂ ਤੁਰ ਕੇ, ਉੱਥੇ ਗਰਮੀ ਬਹੁਤ ਆ ਮੱਕੇ ਦੇ ਵਿੱਚ, ਤੇ ਦੂਰੋਂ ਦੂਰੋਂ ਚੱਲ ਕੇ ਆਉਂਦੇ। ਬਾਬਾ ਜੀ ਕਹਿੰਦੇ ਜਦੋਂ ਤੁਸੀਂ ਕੱਲੇ ਕੱਲੇ ਨੂੰ ਪਾਣੀ ਪਿਆਉਣ ਲੱਗ ਗਏ, ਜੀ ਆਇਆਂ ਨੂੰ ਕਹਿਣ ਲੱਗ ਗਏ, ਸੇਵਾ ਸਿਮਰਨ ਕਰਨ ਲੱਗ ਗਏ, ਰਾਤ ਸੇਵਾ ਰੱਖਿਆ, ਜਦੋਂ ਘਰੋਂ ਜਾਊ ਨਾ, ਇੱਥੋਂ ਜਾਊ ਮੱਕੇ 'ਚੋਂ ਜਾਊਗਾ, ਉਹਨੇ ਕਹਿਣਾ ਵਾਕਿਆ ਹੀ ਇੱਥੇ ਖੁਦਾ ਰਹਿੰਦਾ ਹੈ, ਵਾਕਿਆ ਹੀ ਇੱਥੇ ਮੁਹੰਮਦ ਰਹਿੰਦਾ ਹੈ। ਜਦੋਂ ਇਹ ਗੱਲ ਬਣ ਗਈ ਨਾ, ਵਾਕਿਆ ਮੁਹੰਮਦ ਖੁਦਾ ਰਹਿੰਦਾ, ਬਾਬਾ ਜੀ ਕਹਿੰਦੇ ਉਦੋਂ ਮੇਰੇ ਦਰਸ਼ਨਾਂ ਦੇ ਲਾਇਕ ਦਾ ਬਣੇਗਾ। ਜਿਹੜੇ ਵਚਨ ਹੁੰਦੇ ਨਾ ਮਹਾਂਪੁਰਖਾਂ ਦੇ, ਉਹ ਕਿਸੇ ਪਰਥਾਏ ਹੁੰਦੇ, ਆਪਣੇ ਪਰਥਾਏ ਹੈ। ਸਾਖੀ ਚੀਜ਼ ਹੋਰ ਹੈ। ਤੁਹਾਨੂੰ ਮੱਕੇ ਦੀ ਸਾਖੀ ਸੁਣਾ ਦੇਣੀ, ਇਹ ਸੁਣ ਕੇ ਸੁਣਾ ਦੇਣੀ, ਗੱਲ ਬਹੁਤ ਨੇੜੇ ਆ, ਪੜ੍ਹ ਕੇ ਸੁਣਾ ਦੇਣੀ ਨਾ। ਗੁਰੂ ਜੀ ਕਹਿੰਦੇ ਪਰਥਾਏ ਸਾਖੀ, ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮੋਹਰ ਲਾਉਂਦੇ ਆ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਕਿਸੇ ਪਰਥਾਏ ਬੋਲਦੇ ਬਚਨ ਜਿਹੜੇ ਹੁੰਦੇ ਨਾ, ਕਿਸੇ ਪਰਥਾਏ ਹੈ, ਕਿਸੇ ਪਰਥਾਏ। ਇੱਥੇ ਅੱਖਾਂ ਹੈ ਸਾਰਿਆਂ ਦੇ। ਜੇ ਅਸੀਂ ਕਹੀਏ ਵੀ ਜੱਜੀ ਅੱਜ ਦਿੱਲੀੋਂ ਆਇਆ, ਉਹ ਆਇਆ ਬੈਠਾ, ਉਹ ਆਇਆ ਬੈਠਾ, ਉਹ ਆਇਆ, ਇਹ ਸਮਾਂ ਖਰਾਬ ਹੈ, ਰੱਬ ਦੀ ਕਰੋਪੀ ਆ ਉਹ ਸਾਧੂ ਤੇ। ਉਦੋਂ ਦਿਸੀ ਤਾਂ ਜਾਂਦਾ ਉਹਨੂੰ, ਉਹਦਾ ਸਵਾਸ ਖਰਾਬ ਹੋ ਰਹੇ ਆ, ਉਹਦੀ ਲੋੜ ਕੀ ਦੱਸਣ ਦੀ। ਘਰਾਂ ਤੋਂ ਤੇਲ ਮਚਾ ਕੇ ਚੱਲ ਕੇ ਤਾਂ ਆਏ ਆਪਾਂ ਮਿਲਣ ਨੂੰ, ਜਿਹਨੂੰ ਮਿਲਣਾ। ਇਹਨਾਂ ਨੂੰ ਮਿਲਣਾ ਤਾਂ ਕੋਈ ਗੱਲ ਨਹੀਂ ਬਣਨੀ, ਤਾਂ ਬੈਠੇ ਆ ਗਏ ਆ, ਜੀ ਆਏ ਨੂੰ, ਸਾਰੇ ਜੀ ਆਏ ਨੂੰ, ਧੰਨ ਭਾਗ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ, ਇੰਨੀ ਸੰਗਤ ਸਾਰੀ। ਮਹਾਂਪੁਰਖਾਂ ਦਾ ਜਿਹੜਾ ਬਚਨ ਹੁੰਦਾ ਨਾ, ਸਾਰਿਆਂ ਵਾਸਤੇ ਸਾਂਝਾ ਹੁੰਦਾ। ਕੋਈ ਇਹ ਨਾ ਕਹੇ ਮੈਨੂੰ ਪੁੱਤਾਇਆ ਨਹੀਂ। ਮਹਾਂਪੁਰਖ ਸਾਰਿਆਂ ਦੀ ਸਾਰ ਲੈਂਦੇ, ਸਾਰਿਆਂ ਨੂੰ ਪੁੱਤ ਆਉਂਦੇ, ਪੁੱਤ ਆਉਂਦੇ ਆ। ਤੇ ਡਾਕਟਰ ਉਹੀ ਕਾਮਯਾਬ ਹੈ ਜਿਹੜੇ ਸਾਰੇ ਮਰੀਜ਼ਾਂ ਦੀ ਸਾਰ ਲੈ ਕੇ, ਦਵਾਈ ਦੇ ਕੇ ਉੱਠੇ ਤੁਰੇ। ਤੇ ਜੇ ਇੱਕ ਦੋ ਭੁਤਾਤੇ ਤੇ ਦੂਜੇ ਤੁਰੇ ਫਿਰਦੇ, ਦੁਕਾਨ ਨੂੰ ਜਿੰਦਾ ਲੱਗ ਜਾਂਦਾ। ਉਹਨੂੰ ਆਖਿਆ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ, ਗੁਰਮੁਖ ਹੋਵੇ। ਇਉਂ ਆਖਿਆ ਗੁਰਮੁਖ ਹੋਵੇ। ਜਿੰਨਾ ਚਿਰ ਮਹਾਂਪੁਰਖ ਦਾ ਗੁਰੂ ਵੱਲ ਮੂੰਹ ਨਹੀਂ ਨਾ ਹੁੰਦਾ, ਉਹਨੂੰ ਪਦਵੀ ਗੁਰਮੁਖ ਦੀ ਮਿਲਦੀ ਨਹੀਂ। ਉਹ ਲੋਕਾਂ ਨੂੰ ਭਵਾ ਕਹਿਣ ਲੱਗ ਜੇ ਮੈਂ ਗੁਰਮੁਖ ਹਾਂ, ਹੋ ਭਾਵੇਂ ਪੰਜ ਸੱਤਾਂ ਨੂੰ ਕਹਿ ਤੁਸੀਂ ਮੈਨੂੰ ਗੁਰਮੁਖ ਕਿਹਾ ਕਰੋ, ਇਹ ਉਹ ਨਹੀਂ ਗੱਲ ਬਣਨੀ। ਹਜੂ ਕਹਿੰਦੇ ਗੁਰਮੁਖ ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ, ਗੁਰਮੁਖ ਹੋਵੇ ਤਾਂ ਭਾਉ ਕਰੇ ਆਪਣਾ। ਗੁਰਮੁਖ ਤੁਸੀਂ ਸੰਗਤ ਨੂੰ ਆਖਿਆ ਗੁਰੂ ਮਹਾਰਾਜ ਨੇ, ਤੁਹਾਡਾ ਗੁਰੂ ਵੱਲ ਮੂੰਹ ਆ, ਘਰਾਂ ਤੋਂ ਚੱਲ ਕੇ ਆਏ ਆ। ਇੱਕ ਤਾਂ ਸਰੀਰ ਦਾ ਮੂੰਹ ਹੈ, ਇੱਕ ਆਤਮਾ ਦਾ ਮੂੰਹ ਹੈ। ਮੁੱਲ ਪੈਣਾ ਜਦੋਂ ਆਤਮਾ ਦਾ ਮੂੰਹ ਹੋਇਆ। ਡੂੰਘੇ ਵਚਨ, ਆਤਮਾ ਦਾ ਮੂੰਹ ਹੋਇਆ ਨਾ, ਪਰਮਾਤਮਾ ਦੇ ਨਾਲ ਜੁੜਿਆ। ਤੇ ਉਹਨੂੰ ਆਖਿਆ ਕੀ ਆਖਿਆ? ਗੁਰਮੁਖ ਹੋਏ ਤਾਂ ਭਾਉ ਕਰੇ। ਜੇ ਗੁਰੂ ਵੱਲ ਮੁੱਖ ਨਾਲ ਹੱਥ ਜੋੜ ਕੇ ਬੈਠਾ ਹੈ, ਬਚਨ ਸੁਣਦਾ ਹੈ, ਉਹਨੂੰ ਗੁਰਮੁਖ ਆਖਿਆ। ਤੇ ਕੀ ਆਖਿਆ? ਗੁਰਮੁਖ ਹੋਏ ਤਾਂ ਭਾਉ ਕਰੇ ਆਪਣਾ। ਆਪ ਪਛਾਣਨਾ ਵੀ ਬਾਬਾ ਜੀ ਦੇ ਵਚਨ ਕਿਹੜੇ ਹੋ ਰਹੇ ਹੈ। ਆਪਣੇ ਅੰਦਰ ਝਾਤੀ ਮਾਰੇ। ਉਹ ਮਨਾ ਤੂੰ ਕਿੱਥੇ ਤੁਰਿਆ ਫਿਰਦਾ ਸੀ?
ਤੇ ਗੱਲ ਤਾਂ ਹੋਰ ਹੀ ਬਣ ਗਈ ਹੈ। ਆਏ ਤਾਂ ਕੀ ਲੈਣ, ਚੇਤਾ ਭੁੱਲ ਗਿਆ ਆਪਾਂ ਨੂੰ। ਮਹਾਂਪੁਰਖ ਯਾਦ ਕਰਾਉਂਦੇ ਆ, ਮਹਾਂਪੁਰਖ ਚੌਕੀਦਾਰ ਹੁੰਦੇ ਆ। ਬਾਬਾ ਜੀ ਤਾਂ ਫਰਮਾਇਆ ਕਰਦੇ ਸਨ, ਬਾਬਾ ਆਨੰਦ ਸਿੰਘ, ਮਹਾਂਪੁਰਖ ਤਾਂ ਅੱਗ ਬੁਝਾਉਣ ਵਾਲੀ ਗੱਡੀ ਹੁੰਦੀ ਹੈ। ਬੰਦੇ ਦੇ ਦਿਲ ਦੀ ਈਰਖੇ ਦੀ ਅੱਗ ਨੂੰ ਬੁਝਾ ਦੇਣਾ। ਉਹ ਵਿਰਲੀਆਂ ਵਿਰਲੀਆਂ ਗੱਡੀਆਂ ਹੁੰਦੀਆਂ, ਟ੍ਰੈਫਿਕ ਤਾਂ ਬਹੁਤ ਜਾਂਦਾ ਹੈ, ਪਰ ਉਹ ਟਾਵੀਂ ਟਾਵੇਂ ਮਹਾਂਪੁਰਖ ਹੁੰਦੇ ਜਿਹੜੇ ਅੱਗ ਬੁਝਾਉਣ ਵਾਲੇ ਹੁੰਦੇ ਆ। ਹਰੇਕ ਨਹੀਂ ਬੁਝਾ ਸਕਦਾ। ਤੁਰੀ ਜਾਂਦੀ ਕਿਸੇ ਗੱਡੀ ਨੂੰ ਰੋਕ ਕੇ ਕਹੀਏ ਵੀ ਸਾਡੇ ਉੱਥੇ ਪਿੰਡ 'ਚ ਅੱਗ ਲੱਗੀ ਹੈ, ਵੀ ਅੱਗ ਬੁਝਾ ਦੇ, ਤੇ ਹੋਵੇ ਬੱਸ ਭਰੀ ਵੀ ਹੋਵੇ ਸਵਾਰੀਆਂ ਨੂੰ, ਐਵੇਂ ਉਹ ਅੱਗ ਕਿਵੇਂ ਬੁਝਾ ਦੂ? ਉਹ ਤਾਂ ਆਪ ਡਰਦਾ। ਇਸ ਕਰਕੇ ਵਿਰਲੇ ਵਿਰਲੇ ਮਹਾਂਪੁਰਖ ਹੁੰਦੇ ਆ, ਬਾਬਾ ਆਨੰਦ ਸਿੰਘ ਵਰਗੇ ਅੱਗ ਬੁਝਾਉਣ ਵਾਲੇ। ਬਾਬਾ ਜੀ ਦੀ ਅੱਜ ਬਰਸੀ ਹੈ, ਬਾਬਾ ਈਸ਼ਰ ਸਿੰਘ ਮਹਾਰਾਜ ਦੀ। ਨਾਨਕਸਰ ਰਾਤ ਨੂੰ ਮਨਾਈ ਜਾਣੀ ਹੈ। ਕਈ ਮੌਕੇ ਅਸੀਂ ਵੀ ਜਾ ਵੜੀਦਾ, ਪਰ ਇੱਥੇ ਉਸ ਦਿਨ ਤੇ ਮੱਸਿਆ ਦਾ ਦਿਹਾੜਾ ਹੈ। ਆਪਾਂ ਹੋਰ ਭਾਗਾਂ ਵਾਲੇ ਆ ਵੀ ਇੱਥੇ ਸਤਿਗੁਰਾਂ ਦੇ ਬਾਬਾ ਜੀ ਦੇ ਚਰਨ 'ਚ ਹਾਰੀ ਲੱਗ ਰਹੀ ਆਪਣੀ ਬੈਠਿਆਂ ਦੀ। ਅੱਜ ਬਾਬਾ ਜੀ ਦੀ ਵਰਸੀ ਦਾ ਦਿਹਾੜਾ ਹੈ। ਵਿਚਾਰ ਚੱਲੀ ਸੀ, ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ, ਗੁਰਮੁਖ ਹੋਵੇ ਤਾਂ ਭਾਉ ਕਰੇ, ਆਪਣਾ ਆਪ ਪਛਾਨੈ। ਆਪਾਂ ਆਪਣੀ ਪਛਾਣ ਕਰਨੀ ਹੈ। ਗੁਰਮੁਖ ਹੋਵੇ ਭਾਉ, ਆਪਣਾ ਆਪ ਪਛਾਣਾ ਵੀ ਗਾਂ ਅੱਜ ਤੋਂ ਗਾਂ ਕੀ ਕਰਨਾ। ਇਉਂ ਆਖਿਆ। ਗੁਰੂ ਧਾਰਨਾ, ਅੰਮ੍ਰਿਤ ਵੇਲੇ ਗੁਰੂ ਦਾ ਨਾਮ ਜਪਣਾ ਹੈ, ਗੁਰੂ ਘਰ ਦੀ ਸੰਗਤ ਕਰਨੀ ਹੈ, ਗੁਰੂ ਘਰ ਵਿੱਚ ਆਣ ਕੇ ਸੇਵਾ ਕਰਨੀ ਹੈ। ਇਹ ਜਿਹੜੇ ਚਾਰ ਵਚਨ ਨੇ, ਇਹ ਧਰਮ ਦੇ ਚਾਰ ਪੈਰ ਹੈ। ਚਾਰ ਪੈਰ ਧਰਮ ਦੇ, ਤੇ ਸਾਧ ਸੰਗਤ ਫਿਰ ਬੰਦਾ ਤਿਲਕਦਾ ਨਹੀਂ, ਹਿਲਦਾ ਨਹੀਂ, ਚਾਰ ਪੈਰ। ਇਸ ਕਰਕੇ ਹਜ਼ੂਰ ਨੇ ਇਹਨੂੰ ਆਖਿਆ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗ। ਸੇਵਾ 'ਚ ਆਪਾਂ ਤਾਂ ਹੀ ਲੱਗਣਾ ਵੀ ਆਪਣਾ ਪਾਪਾਂ ਦਾ ਪਰਦਾ ਪਾਸੇ ਹੋਵੇ ਤੇ ਗੁਰੂ ਧਾਰੀਏ। ਹੁਣ ਅੰਬਰ 'ਚ ਕਹਿ ਖਾਲਸਾ ਪੰਜ ਪਿਆਰੇ, ਤੇ ਇਸ ਕਰਕੇ ਗੁਰੂ ਧਾਰੀਏ, ਗੁਰੂ ਦਾ ਨਾਮ ਜਪੀਏ, ਅੰਮ੍ਰਿਤ ਵੇਲੇ ਗੁਰੂ ਦੀ ਸੰਗਤ ਕਰੀਏ। ਸੰਗਤ ਕਰਨਾ ਹੈ ਆਪਾਂ ਗੁਰੂ ਦੀ ਸਾਰੀ, ਤੇ ਗੁਰੂ ਦੀ ਸੰਗਤ ਕਰੀਏ, ਤੇ ਗੁਰੂ ਦੀ ਹੀ ਸੇਵਾ ਹੈ ਕਿ ਜੋੜਿਆਂ ਵਿੱਚ ਖੜੇ, ਕੋਈ ਪੈਰੇ 'ਤੇ ਖੜੇ ਹੈ, ਤੇ ਬੇਗਮੈ ਇਹ ਵੀ ਸੇਵਾ ਹੀ ਹੈ। ਪੈਸਾ ਕੋਲੇ ਕੋਈ ਗੱਲ ਨਹੀਂ। ਕੀਰਤਨ ਹੈ, ਕਥਾ ਹੈ, ਪਾਠ ਪੂਜਾ, ਨਾਮ ਜਪਣਾ, ਹਜ਼ੂਰ ਦੀ ਮਿਹਰ ਹੈ। ਵੇਖੋ ਇਹ ਵੀ ਇੱਕ ਬਖਸ਼ਿਸ਼ ਹੈ। ਬਖਸ਼ਿਸ਼ ਅੱਜ ਕਲਯੁਗ ਦਾ ਸਮਾਂ ਹੈ, ਸਾਇੰਸ ਦਾ ਯੁੱਗ ਹੈ। ਥੋੜ੍ਹੀ ਬਹੁਤੀ ਮਾਇਆ ਬਿਨਾਂ ਸਰਦਾ ਨਹੀਂ, ਸਰਦਾ ਨਹੀਂ। ਜੇ ਕਹਿ ਦਈਏ ਵੀ ਮਾਇਆ ਰਾਗੀਆਂ ਵਾਸਤੇ ਮਾੜੀ ਹੈ, ਤੇ ਉਹ ਵੀ ਫਿਰ ਗੁੱਸੇ ਹੋ ਜਾਂਦੇ। ਗੁੱਸੇ ਪਰ ਥੋੜ੍ਹੀ ਬਹੁਤੀ ਚਾਹੀਦੀ ਹੈ। ਹੁਣ ਸਾਇੰਸ ਦਾ ਮਾੜੀ ਜਿਹੀ ਗੱਲ ਹੀ ਹੈ, ਤੇਲ ਹੀ ਆ ਗੱਡੀ ਦਾ, ਤੇਲ। ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਨਨਕਾਣੇ ਤਲਵੰਡੀ ਦੇ ਨੇੜੇ ਗਏ, ਬਾਰ-ਬਾਰ, ਤੇ ਪਿੰਡ ਦੀਵਾਨ ਲੱਗਿਆ ਇੱਕ ਨੇੜੇ ਪਿੰਡ, ਮਰਦਾਨੇ ਦਾ ਫੁਰਨਾ ਬਣਿਆ। ਹਜ਼ੂਰ ਕਹਿੰਦੇ ਮਰਦਾਨੇ ਕੀ ਫੁਰਨਾ ਹੈ? ਕਹਿਣ ਲੱਗਾ ਜੀ ਇੱਥੇ ਨੇੜੇ ਪਿੰਡ ਹੈ, ਤੇ 7 ਸਾਲ ਹੋ ਗਏ, ਤੇ ਕਿਰਪਾ ਕਰੋ ਤਾਂ ਮੈਂ ਮਿਲਿਆ, ਮੈਂ ਸਾਰ ਲਿਆ ਵਾਂ। ਹਜ਼ੂਰ ਕਹਿੰਦੇ ਚੰਗਾ ਮਰਦਾਨਿਆ, ਫੁਰਨਾ ਜਿਹੜਾ ਹੁੰਦਾ ਮਾੜਾ ਹੁੰਦਾ, ਰੱਖਣਾ ਨਹੀਂ ਚਾਹੀਦਾ, ਸ਼ਬਦ ਨਹੀਂ ਚੱਲਣ ਦਿੰਦਾ, ਤੇ ਤੂੰ ਜਾਇਆ। ਜੇ ਦੀਵਾਨ ਲੱਗਿਆ ਸੀ ਤਾਂ ਮਾਇਆ ਪਈ ਸੀ, ਮਾਇਆ। ਤੇ ਜਦੋਂ ਆਖਿਆ ਨਾ ਜਾਇਆ, ਮਰਦਾਨੇ ਦੀ ਨਿਗਾਹ ਪਈ ਮਾਇਆ ਤੇ।
ਉਹਨੇ ਕੀ ਆਖਿਆ? ਉਹਨੇ ਆਖਿਆ ਬਾਬਾ ਜੀ ਥੋੜ੍ਹੀ ਜਵਾਕਾਂ ਵਾਸਤੇ ਮਾਇਆ ਲੈ ਜਾ, ਇਤਿਹਾਸ ਵਚਨ ਹੈ। ਬਾਬਾ ਜੀ ਕਹਿੰਦੇ ਮਰਦਾਨਿਆ ਇਹ ਤਾਂ ਕਾਲੀ ਨਾਗਣੀ ਹੈ, ਵੇਖੀ ਕਿਤੇ ਇਹ ਨਾ ਚੱਕ ਲਈ। ਹੁਣ ਸੋਚੋ ਇਸ ਗੱਲ ਨੂੰ। ਇਉਂ ਆਖਿਆ ਜਾਣੀ ਮੈਂ ਦ੍ਰਿਸ਼ਟਾਂਤ ਦੇ ਰਿਹਾ ਵੀ ਜਿਹੜੇ ਬੇਗਮ ਹੈ ਕੀਰਤਨ ਕਰਦੇ ਆ, ਮਰਦਾਨੇ ਵਾਲੀ ਮਰਜ਼ਾਦਾ ਹੈ, ਸਤਿਗੁਰੂ ਬੈਠੇ ਆ। ਤੇ ਅੱਜ ਦਾ ਸਮਾਂ ਵੀ ਗੱਡੀਆਂ ਤੇ ਆਉਣਾ, ਗੱਡੀਆਂ ਤੇ ਜਾਣਾ, ਤੇਲ ਪੈਂਦਾ ਹੀ ਹੈ। ਥੋੜੀ ਮਾਇਆ ਚਾਹੀਦੀ ਹੈ। ਲਾਲਚ ਮਾੜਾ ਹੈ, ਉਹ ਮਾਇਆ ਮਾੜੀ ਨਹੀਂ। ਨਾਲੇ ਮਾਇਆ ਜਿਹੜੀ ਹੈ ਖੰਡ ਪਾਠ ਵੀ ਕਰਾ ਦਿੰਦੀ ਹੈ। ਮਾਇਆ ਕਾਰ ਸੇਵਾ ਚੱਲਦੀ ਹੈ, ਸੇਵਾ ਵੀ ਲੱਗ ਜਾਂਦੀ ਹੈ। ਪਰ ਮਾਇਆ ਰੱਬ ਨੂੰ ਭੁੱਲ ਜਾਣਾ ਮਾਇਆ ਮਾੜੀ ਹੈ। ਮਾਇਆ ਰੱਬ ਨੂੰ ਭੁੱਲ ਜਾਣਾ ਨਾ, ਮਾਇਆ ਪੈ ਜਾਣੀ ਵੀ ਮਾਇਆ ਸੁਰਤੀ ਉਹ ਮਾੜੀ ਹੈ, ਉਹ ਮਾੜੀ। ਦੁਆਨ ਲੈ ਕੇ ਬਾਬਾ ਜੀ ਅੰਦਰ ਚਲੇ ਗਏ। ਮਰਦਾਨੇ ਨੇ ਜਿਹੜੇ ਦਿੱਤੇ, ਮਨ ਬੜਾ ਸ਼ੈਤਾਨ। ਮਰਦਾਨੇ ਨੇ 2 ਬੋਕਨ ਚੜਾਵੇ 'ਚੋਂ ਪਾ ਲਈ। ਚੜਾਵੇ 'ਚ 2 ਬੁੱਕ ਪਾ ਕੇ ਤੇ ਦੁਪੱਟੇ ਦੀ ਲੜ ਬੰਨ੍ਹ ਲਈ। ਬੰਨ੍ਹ ਲਈ, ਬੰਨ੍ਹ ਤੇ ਮਰਦਾਨਾ ਜਦੋਂ ਉੱਥੋਂ ਅੱਧ 'ਚ ਗਿਆ ਨਾ, ਦਰਖਤ ਦੀ ਛਾਂ ਸੀ, ਉੱਥੇ ਬਹਿ ਗਿਆ, ਦਮ ਲਿਆ। ਮਰਦਾਨਾ ਨੇ ਵੇਖਿਆ ਵੀ ਕਿੰਨੀ ਕਮਾਇਆ, ਗਿਣ ਲਈਏ। ਹਜੇ ਗੰਢ ਹੀ ਖੋਲੀ ਸੀ, ਗੰਢ ਖੋਲੀ ਸੀ, ਖੋਲਣ ਹੀ ਲੱਗਾ ਸੀ ਤੇ ਗੁਲਜੜੀ ਮਾਰੀ ਨਾ ਤੇ ਸਪਨੀ ਵਿੱਚੋਂ ਨਿਕਲੀ। ਸਰਲ ਸਰਲ ਲਿਖਿਆ ਹੋਇਆ ਇਤਿਹਾਸ। ਮਰਦਾਨੇ ਆਖਿਆ ਬਾਬਾ ਜੀ ਬਚਾਓ, ਖਾ ਲਿਆ। ਵੀ ਮੈਂ ਗਲ 'ਚ ਬੰਨ੍ਹ ਕੇ ਲਪੇਟ ਕੇ ਲਈ ਆਇਆ। ਕਹਿੰਦੇ ਸੱਪ ਤਾਂ ਡੰਗ ਮਾਰਿਆ ਮਾੜਾ। ਕਹਿੰਦੇ ਸਪਨੀ ਪੂਛ ਵਾਲੇ ਪਾਸੋਂ ਸੋਈ ਮਾੜੀ ਹੈ, ਉਹਦੀ ਮਾਂ ਇਹ ਜ਼ਹਿਰ ਜ਼ਿਆਦੇ ਹੈ। ਇਉਂ ਆਖਿਆ। ਮਰਦਾਨਾ ਮੁੜਿਆ। ਹਜ਼ੂਰ ਹੱਸ ਪਏ ਅੰਤਰਜਾਮੀ। ਕਹਿੰਦੇ ਮਰਦਾਨਾ ਮੁੜਿਆ ਆ। ਕਹਿੰਦਾ ਹੋਈ ਉਹੀ ਗੱਲ। ਕਹਿੰਦਾ ਬਾਬਾ ਤੇਰਾ ਰਹਿਣਾ ਬਹੁਤ ਔਖਾ ਹੈ, ਪੂਰੇ ਨਾ ਪੂਰਾ ਉਤਰਨਾ ਪੈਂਦਾ, ਤੇਰੇ ਨਾਲ ਰਹਿਣਾ ਹੀ ਔਖਾ ਹੈ। ਬਾਬਾ ਜੀ ਕਹਿੰਦੇ ਮਰਦਾਨਾ ਜੇ ਬੰਦਾ ਪੂਰਾ ਉਤਰੇ ਫਿਰ ਔਖਾ ਕਰ। ਜੇ ਪੂਰਾ ਉਤਰੇ ਤੂੰ ਗੰਢ ਦੇ ਲਾ। ਉਹਨੇ ਆਖਿਆ ਜੀ ਅੱਜ 1 2 3 ਤੇ ਗੰਢ ਦੇ ਦਿੱਤੀ, ਪੱਕੀ ਪੱਕੀ ਗੰਢ ਦੇਤੀ। ਬਾਬਾ ਜੀ ਕਹਿੰਦੇ ਚੰਗਾ ਆ ਰੋਟਾ ਵਿਛਾ। ਹਜ਼ੂਰ ਨੇ ਸੱਜਾ ਹੱਥ ਕੀਤਾ ਤੇ ਰਸਨਾ ਹਲਾਈ। ਕਹਿੰਦੇ 2 ਬੁੱਕ ਰੋੜਾਂ ਦੇ ਪਾ ਲਓ। ਮੋਹਰਾਂ ਦੇ ਆਖਿਆ, ਜਾਣੀ ਮੈਂ ਉਹ ਦੱਸਦਾ ਵੀ ਰੋੜ ਨਹੀਂ ਆਖਿਆ। ਗੁਰੂ ਜੀ ਕਹਿੰਦੇ ਆ 2 ਬੁੱਕ ਮੋਹਰਾਂ ਦੇ ਪਾ ਲਓ। ਹੁਣ ਇੱਥੇ ਫਿਰ 7 ਵਚਨ ਮੰਨਣਾ। 2 ਬੁੱਕ ਪਾ ਲਏ, ਲੜ ਬੰਨ੍ਹ ਲਏ। ਬਾਬਾ ਜੀ ਕਹਿੰਦੇ ਚੰਗਾ ਮਰਦਾਨੇ ਜਾ। ਮਰਦਾਨਾ ਜਦੋਂ ਉੱਥੇ ਹੀ ਗਿਆ ਨਾ ਉਹ ਜਗ੍ਹਾ ਤੇ, ਉੱਥੇ ਥੋੜ੍ਹਾ ਜਿਹਾ ਬੈਠਾ। ਮਰਦਾਨੇ ਨੇ ਟੋਇਆ ਹਟਾਇਆ, ਟੋਇਆ ਵੇਖਿਆ ਤੇ ਸਾਧ ਸੰਗਤ ਮਰਦਾਨੇ ਨੇ ਗੰਢ ਖੋਲ ਲਈ। ਸੱਪ ਦੀ ਕੰਜ ਵਾਂਗੂ ਮੋਹਰਾਂ ਬਹੁਤ ਸੋਹਣੀਆਂ ਨਿਕਲ ਆਈਆਂ। ਮਰਦਾਨੇ ਨੇ ਆਖਿਆ ਬਾਬਾ ਵਾਹ ਵਾਹ ਤੇਰੇ ਰੰਗ ਨਿਆਰੇ ਹੈ, ਤੇਰੇ ਰੰਗ ਨਿਆਰੇ ਹੈ। ਸਾਧੂ ਸੰਤ ਗੁਰੂ ਪੀਰ ਤਾਂ ਦੁਨੀਆ ਤੇ ਬਹੁਤ ਆ, ਪਰ ਆਪ ਜੀ ਵਰਗਾ ਨਹੀਂ ਕੋਈ ਹੈ। ਇਹੋ ਆਖਿਆ। ਉੱਥੋਂ ਚਲਿਆ ਗਿਆ। ਚਲੋ ਘਰੇ ਮੋਹਰਾਂ ਦੇਤੀਆਂ। ਸੁੱਖ ਸੰਦ ਪੁੱਛ ਕੇ ਬਾਬਾ ਜੀ ਕੋਲੇ ਆ ਗਿਆ। ਬਾਬਾ ਜੀ ਕੋਲ ਜਾਣੀ ਮੈਂ ਵਿਚਾਰ ਕਰ ਰਿਹਾ ਸੀ ਵੀ ਇਹ ਮਰਜ਼ਾਦਾ ਹੈ, ਬੇਗਮ ਹੈ ਜਾਂ ਹੋਰ ਸੰਗਤਾਂ। ਜਿਹੜੀ ਸੇਵਾ ਦੀ ਗੱਲ ਚੱਲੀ ਸੀ ਵੀ ਕੀਰਤਨ ਦੀ ਵੀ ਸੇਵਾ ਹੈ, ਇੱਥੇ ਨਿਸ਼ਕਾਮਤਾ ਦੀ ਸੇਵਾ ਹੈ। ਸ੍ਰੀ ਅੰਮ੍ਰਿਤਸਰ ਦੀਵਾਨ ਲੱਗਦੇ ਹੈ। ਬਾਬਾ ਜੀ ਦੇ ਇਤਿਹਾਸ 'ਤੇ ਲਿਖਿਆ ਹੈ ਵੀ ਹੋਰ
ਜਿੱਥੇ ਮਾਇਆ ਦੀ ਗੱਲ ਹੋਵੇ ਜਿਹੜਾ ਉੱਥੋਂ ਲੈ ਲੈਣੀ ਚਾਹੀਦੀ, ਲੈ ਲਿਆ ਕਰੋ। ਪਰ ਮਨ ਦੀ ਅਵਸਥਾ ਨੂੰ ਜੋੜੀ ਰੱਖਿਆ ਕਰੋ ਵਾਹਿਗੁਰੂ ਦੇ ਨਾਲ। ਪਰ ਜਿੱਥੇ ਮਾਇਆ ਨਾ ਹੋਵੇ, ਚੜਾਵਾ ਮਰਜ਼ਾਦਾ। ਬਾਬਾ ਜੀ ਨੇ ਜਿਹੜੇ ਇਤਿਹਾਸ 'ਚ ਲਿਖਿਆ ਜੀਵਨ 'ਚ, ਬਾਬਾ ਜੀ ਕਹਿੰਦੇ ਜੀ ਇੱਥੇ ਨਾਨਕਸਰ ਇਸ ਸਟੇਜ ਦੇ ਉੱਤੇ ਗੁਰੂ ਨਾਨਕ ਨਾਲ ਸੁਰਤੀ ਜੋੜ ਕੇ ਜਿਹੜਾ ਜਵਾਨੀ ਕੰਠ, ਕੋਈ ਗੱਲ ਨਹੀਂ, ਬਾਬਾ ਜੀ ਖੁਸ਼ ਹੈ। ਕਈ ਸ਼ਬਦ ਤਾਂ ਆਉਂਦਾ ਹੁੰਦਾ ਥੋੜਾ ਬਹੁਤ, ਉਹੀ ਇੱਕ ਦੂਜੇ ਨੂੰ ਵੇਖ ਕੇ ਬਾਜੇ ਤੇ ਫੋਨ ਰੱਖ ਦਿੰਦੇ। ਤੇ ਕਈ ਮੌਕੇ ਅਸੀਂ ਅੰਦਰ ਹੁੰਨੇ ਆ, ਲੈ ਜੀ ਸ਼ਬਦ ਵੀ ਲਾਇਆ ਤੇ ਸਟੇਜ ਤੇ, ਦਰਗਾਹ ਦੀ ਸਟੇਜ ਤੇ ਵੀ ਆਇਆ, ਤੇ ਸ਼ਬਦ 'ਚ ਹੀ ਸੁਰਤ ਰਹੇਗੀ, ਗੁਰੂ 'ਚ ਸੁਰਤ ਗਈ ਹੋਈ ਨਹੀਂ, ਉਹਦੀ ਗਈ ਹੋਈ ਨਹੀਂ। ਸ਼ਬਦ ਉਹ ਲਾ ਦੇਵੇ ਰਾਗੀ, ਜਿਹੜਾ ਮਰਜ਼ੀ ਆਉਂਦਾ ਸਾਦਾ, ਉਹੀ ਮਨਜ਼ੂਰ ਹੈ ਇਸ ਘਰ ਦੇ ਵਿੱਚ, ਉਹੀ ਕਿਰਪਾ ਹੈ ਬਸ। ਇਵੇਂ ਵੀ ਜਿਹੜੀ ਸੇਵਾ ਕਰਨੀ ਹੈ ਨਾ, ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ ਦੇ ਰਿਹਾ ਮੈਂ, ਵੀ ਗੁਰੂ ਵਿੱਚ ਸੁਰਤੀ ਹੋਵੇ ਤਾਂ ਉਹ ਸੇਵਾ ਮਨਜ਼ੂਰ ਹੈ। ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕੋ ਹੋਤ ਪ੍ਰਾਪਤ। ਆ ਵੇਖੋ, ਤੋੜਾ ਝਾੜਿਆ ਨਾ ਸੁਆਮੀ, ਫਿਰ ਉਹਨੂੰ ਪ੍ਰਾਪਤੀ ਹੁੰਦੀ ਹੈ ਮਾਲਕ ਦੀ, ਸੁਰਤੀ ਚਲੀ ਜਾਂਦੀ ਆ। ਐਵੇਂ ਸੱਚੇ ਪਾਤਸ਼ਾਹ ਤੇ ਮੈਂ ਉੱਥੇ ਲਿਚਾ ਰਿਹਾ, ਜੀਵਨ ਹਾਜੀ ਨੇ ਬੇਨਤੀ ਕੀਤੀ ਜੀ 10 ਜਾਮੇ ਜੋ ਕਿਸੇ ਜਾਮੇ 'ਚ ਆਪ ਜੀ ਨਾਲ ਫਿਰ ਵੀ ਮਿਲਾਪ ਹੋ ਸਕਦਾ, ਦਰਸ਼ਨ ਹੋਣਗੇ। ਗੁਰੂ ਸਾਹਿਬ ਕਹਿੰਦੇ ਜੇ ਲਾਇਕ ਦਾ ਬਣ ਗਿਆ ਤੇ ਤੂੰ ਬਚਨ ਸੁਣੀ ਲਿਆ, ਵੀ ਲਾਇਕ ਦਾ ਕਿਵੇਂ ਬਣਾਂਗੇ ਆਪਾਂ, ਇਉਂ ਆਖਿਆ। ਬਾਬਾ ਜੀ ਕਹਿੰਦੇ ਜਿਹੜੇ ਇੱਥੇ ਮੱਕੇ 'ਚ ਆਉਂਦੇ ਆ ਨਾ, ਸਾਰਿਆਂ ਦੀ ਸੇਵਾ ਕਰਿਆ ਕਰੋ, ਪ੍ਰੇਮ ਕਰਿਆ ਕਰੋ, ਮਿੱਠਾ ਬੋਲਿਆ ਕਰੋ, ਪਾਣੀ ਦਿਆ ਕਰੋ। ਪ੍ਰੇਮ ਦੇ ਨਾਲ ਮਿੱਠਾ ਬੋਲਣ ਨਾਲ ਕਿਹੜਾ ਕੋਈ ਮਾਇਆ ਲੱਗਦੀ ਹੈ? ਕੀ ਲੱਗਦਾ? ਇੱਕ ਚੀਜ਼ ਲੱਗਦੀ ਹੈ, ਪੁੰਨ ਲੱਗਦੀ ਹੈ। ਪੁੰਨਾਂ ਨਾਲ ਪੁੰਨਾਂ ਦਾ ਵਾਧਾ ਹੁੰਦਾ, ਤੇਰੇ ਪੁੰਨ ਲੱਗਦੇ ਆ, ਤੇ ਜਦੋਂ ਉਹਦੀ ਸੀਸ ਮਿਲੀ ਤੇਰੇ ਪੁੰਨ ਹੋਰ ਵੱਧ ਜਾਣਗੇ, ਵੱਧ ਜਾਣਗੇ। ਇਵੇਂ ਸਾਧ ਸੰਗਤ ਜੀਵਨ ਹਾਜੀ ਨੇ ਲੰਮੇ ਪੈ ਕੇ ਮੱਥਾ ਟੇਕਿਆ ਜੀ, ਅੱਜ ਤੋਂ ਮੁੜ ਕੇ ਮੱਕੇ ਵਿੱਚ ਰਹਿ ਕੇ ਸਾਰੀ ਜ਼ਿੰਦਗੀ ਇਵੇਂ ਹੀ ਕੱਢੂੰਗਾ, ਇਵੇਂ ਹੀ ਕੱਢੂੰ। ਗੁਰੂ ਨਾਨਕ ਸਾਹਿਬ ਕਹਿੰਦੇ ਜੀਵਨ ਹਾਜੀ ਜੇ ਇਵੇਂ ਕੱਢੇਗਾ, ਅਸੀਂ ਇੱਕ ਤੈਨੂੰ ਬਚਨ ਦਿੰਦੇ ਆ, ਤੇਰਾ ਤੇ ਮੇਰਾ 10ਵੇਂ ਜਾਮੇ ਵਿੱਚ ਮੇਲ ਹੋਵੇਗਾ। ਇਉਂ ਆਖਿਆ, ਬਹੁਤ ਸੋਹਣਾ ਬਚਨ ਹੈ। ਤੇਰੇ ਨਾਲ ਮੇਰਾ ਮੇਲ 10ਵੇਂ ਜਾਮੇ 'ਚ ਹੋਵੇਗਾ। ਤੇ ਉਹਨੇ ਜਦੋਂ ਚੰਗੇ ਮਹਾਂਪੁਰਖਾਂ ਦੇ ਚਿਹਰੇ ਵੱਲ ਵੇਖ ਕੇ ਬੰਦਗੀ ਵਾਲਿਆਂ ਦੇ ਦਰਸ਼ਨ ਕਰਕੇ ਨਾ, ਤੇ ਮੰਗਾਂ ਤੇ ਫੁਰਨੇ ਚੰਗੇ ਬਣਨ ਲੱਗ ਜਾਂਦੇ। ਇਹ ਗੱਲ ਯਾਦ ਕਰਿਓ, ਨਹੀਂ ਕਈ ਮੌਕੇ ਬੰਦੇ ਦੇ ਫੁਰਨੇ ਹੀ ਨਹੀਂ ਬਣਦੇ, ਹੋਰ ਹੀ ਫੁਰਨੇ ਬਣ ਜਾਂਦੇ ਆ। ਤੇ ਕੀ ਆਖਿਆ ਜੀਵਨ ਹਾਜੀ ਨੇ? ਬਾਬਾ ਜੀ ਵੱਲ ਵੇਖਿਆ, ਹੱਥ ਜੋੜੇ ਤੇ ਵੇਖਿਆ ਵੀ ਇਹ 10ਵਾਂ ਜਾਮਾ ਪਹਿਨੇਗਾ, ਉਦੋਂ ਮੇਰਾ ਮੇਲ ਹੋਵੇਗਾ, ਤੇ ਉਮਰ ਮੇਰੀ ਮੈਂ ਕੌਣ ਹੋਊਂਗਾ? ਫੁਰਨਾ ਬਣ ਗਿਆ, ਕੌਣ ਹੋਊਂਗਾ? ਬਾਬਾ ਜੀ ਕਹਿੰਦੇ ਅਸੀਂ ਜਦੋਂ ਪਟਨੇ ਦੀ ਧਰਤੀ ਤੇ ਅਵਤਾਰ ਧਾਰਾਂਗੇ, ਲਿਖਿਆ ਹੋਇਆ ਪਹਿਲਾਂ। ਵੇਖੋ ਬਾਬਾ ਨਾਨਕ ਜੀ ਨੇ ਆਉਣ ਵਾਲੀ ਗੱਲ ਨੂੰ ਦੱਸਣ ਵਾਲਾ ਨਾ, ਇਹ ਤੇ ਦੁਨੀਆ ਘੱਟ ਹੈ, ਚੇਲੇ ਘੱਟ ਹੈ, ਗੁਰੂ ਜ਼ਿਆਦੇ ਹੈ। ਪਰ ਆਉਣ ਵਾਲੀ ਗੱਲ ਹਰੇਕ ਦੱਸ ਨਹੀਂ ਸਕਦਾ, ਇਹ ਗੱਲ ਯਾਦ ਕਰਿਓ।
ਤੇ ਬਾਬਾ ਜੀ ਕੀ ਕਹਿੰਦੇ? ਸਤਿਗੁਰੂ ਨਾਨਕ ਸਾਹਿਬ ਕਹਿੰਦੇ ਜੀਵਨ ਹਾਜੀ ਜਦੋਂ ਤੇਰਾ ਮੇਰਾ ਮੇਲ ਹੋਣ ਲੱਗਾ ਨਾ, ਅਸੀਂ ਪਟਨੇ ਦੀ ਧਰਤੀ ਤੇ ਅਵਤਾਰ ਧਾਰਾਂਗੇ। ਉਹਨੇ ਆਖਿਆ ਜੀ ਫਿਰ ਮੈਂ, ਗੁਰੂ ਜੀ ਕਹਿੰਦੇ ਤੂੰ, ਹਜ਼ੂਰ ਕਹਿੰਦੇ ਭੀਖਣ ਸ਼ਾਹ ਮੁਸਲਮਾਨ ਫਕੀਰ ਹੋਵੇਂਗਾ। ਉਹ ਟਾਈਮ ਤੇ ਫਕੀਰ ਪਹੁੰਚਿਆ ਹੋਵੇਗਾ। ਉਹਨੇ ਆਖਿਆ ਜੀ ਇੱਕ ਬੇਨਤੀ ਹੈ, ਬਹੁਤ ਸੋਹਣਾ ਬਚਨ ਤੁਹਾਡੇ ਕੰਮ ਆਉਣ ਵਾਲਾ ਸਾਰਿਆਂ ਦੀ। ਉਹਨੇ ਆਖਿਆ ਜੀ ਅੱਗੇ ਤੁਸੀਂ ਆਏ ਤੇ ਮੈਂ ਆਪਦੇ ਆਪ 'ਚ ਹਉਮਾ 'ਚ ਮਾਣ ਕਰਦਾ ਸੀ, ਮੈਂ ਸਾਰੇ ਮੱਕੇ ਦੇ ਮੇਰੇ ਅਧੀਨ ਆ, ਮੱਕਾ ਹੀ ਮੇਰੇ ਅਧੀਨ ਆ, ਅੰਦਰ ਦਰਸ਼ਨ ਹੀ ਮੈਂ ਕਰਾਉਣਾ ਤੇ ਮੈਂ ਹੀ ਆ ਮਾਲਕ। ਤੇ ਪਰ ਘਾਟਾ ਕਿੰਨਾ ਸੀ, ਜਦੋਂ ਖੁਦਾ ਤੂੰ ਆਇਆ ਮੈਂ ਤੇਰੀ ਲੱਤ ਫੜ ਕੇ ਘੜੀਸਿਆ। ਜਦੋਂ ਤੂੰ 10ਵੇਂ ਜਾਮੇ ਜਾਵੇਂ ਨਾ, ਇੱਕ ਮੰਗ ਪੂਰੀ ਕਰ ਦੇ। ਗੁਰੂ ਜੀ ਕਹਿੰਦੇ ਮੰਗ? ਕਹਿਣ ਲੱਗਾ ਵੀ ਜਦੋਂ 10ਵੇਂ ਜਾਮੇ 'ਚ ਤੂੰ ਅਵਤਾਰ ਧਾਰੇ ਨਾ ਤੇ ਮੇਰੀ ਅੱਖ ਬਣੀ ਵੀ ਹੋਵੇ ਤੈਨੂੰ ਵੇਖਣ ਵਾਲੀ। ਕਿਤੇ ਇਹ ਗੱਲ ਨਾ ਹੋਵੇ। ਬਾਬਾ ਜੀ ਮੋਹਰ ਲਾਉਂਦੇ ਸਨ, ਮਹਾਂਪੁਰਖਾਂ ਦਾ ਜਿਹੜਾ ਵਚਨ ਹੁੰਦਾ ਨਾ, ਸੱਟ ਮਾਰਨ ਵਾਲਾ ਜਾਣੀ ਚੋਟ ਮਾਰਨ ਵਾਲਾ ਹੁੰਦਾ। ਜੰਗ ਲੱਗੇ ਵੇ ਲੋਹੇ ਤੇ ਚੋਟ ਮਾਰਦੀ ਨਾ ਦੱਬ ਕੇ, ਉਹਦਾ ਜੰਗ ਲੈ ਜਾਂਦਾ, ਉਹਦਾ ਜੰਗ ਲੈ ਜਾਂਦਾ ਸਾਰਾ। ਤੇ ਮਹਾਂਪੁਰਖਾਂ ਦੇ ਵਚਨ ਹੁੰਦੇ ਆ ਐਸੇ। ਤੇ ਬਾਬਾ ਜੀ ਨੂੰ ਬੇਨਤੀ ਕੀਤੀ ਜਦੋਂ ਤੂੰ ਅਵਤਾਰ ਧਾਰੇ ਨਾ ਤੇ ਮੰਗ ਹੋਰ ਕੋਈ ਨਹੀਂ, ਭਾਂਡੇ ਸਾਰੇ ਭਰ ਗਏ ਆ। ਇੱਥੇ ਹੀ ਜਦੋਂ ਆ ਗਿਆ ਗੁਰੂ ਨਾਨਕ ਦੇ ਘਰੇ, ਆਪਾਂ ਵਹਿ ਹੀ ਗਏ ਆ, ਗੁਰੂ ਸਾਹਿਬ ਬੈਠੇ, ਗੁਰਮਤ ਦੀ ਗੱਦੀ ਹੈ। ਤੇ ਕੀ ਆਖਿਆ? ਉਦੋਂ ਮੇਰੀ ਅੱਖ ਬਣੀ ਵੀ ਹੋਵੇ ਵੇਖਣ ਵਾਲੀ, ਜਦੋਂ ਤੂੰ ਆਵੇਂ। ਇਉਂ ਆਖਿਆ। ਗੁਰੂ ਜੀ ਕਹਿੰਦੇ ਤੇਰਾ ਨਾਂ ਭੀਖਣ ਸ਼ਾਹ ਹੋਊ। ਇੱਥੇ ਹਰਿਆਣੇ ਦੇ ਵਿੱਚ ਆ ਉਹਦਾ ਅਸਥਾਨ। ਗੁਰੂ ਜੀ ਕਹਿੰਦੇ ਜਿਵੇਂ ਪਟਨੇ 'ਚ ਅਵਤਾਰ ਧਾਰੂ ਨਾ, ਅਵਤਾਰ ਧਾਰੂ, ਜਿੱਦੇ ਅਵਤਾਰ ਧਾਰ ਲਿਆ ਤੇ ਉਸੇ ਦਿਨ ਤੇਰੀ ਅੱਖ ਬਣ ਜਾਵੇਗੀ ਮੈਨੂੰ ਵੇਖਣ ਵਾਲੀ। ਤੇ ਭੀਖਣ ਸ਼ਾਹ ਜਦੋਂ ਕਲਗੀਧਰ ਨੇ ਅਵਤਾਰ ਧਾਰੇ ਤੇ ਭੀਖਣ ਸ਼ਾਹ ਅੱਗੇ ਜਿਹੜੀ ਨਮਾਜ਼ ਕਰਦਾ ਸੀ ਉਹ ਛਿਪਦੀ ਨੂੰ ਕਰਦਾ ਸੀ, ਮੱਕੇ ਵੱਲ ਨੂੰ ਧਿਆਨ ਧਰ ਕੇ ਨਮਾਜ਼ ਕਰਦਾ ਸੀ, ਮੁਹੰਮਦ ਦਾ ਧਿਆਨ ਧਰ ਕੇ। ਤੇ ਅੱਜ ਚੜ੍ਹਦੀ ਵਾਲੇ ਪਾਸੇ ਤੇ ਪਟਨੇ ਵੱਲ ਅਵਤਾਰ ਧਾਰ ਕਲਗੀਧਰ ਨੇ, ਉਧਰ ਨੂੰ ਮੁੱਖ ਕਰਕੇ ਤੇ ਮੱਥਾ ਟੇਕਿਆ। ਮੱਥਾ ਟੇਕ ਕੇ ਅੱਖ ਬਣੀ ਹੋਈ ਸੀ। ਜਦੋਂ ਇਹ ਅਵਤਾਰ ਮੰਗ ਸੀ ਨਾ, ਮੰਗ ਚੰਗੀ ਇਹ ਮੰਗਿਆ ਕਰੋ। ਤੇ ਸਾਧ ਸੰਗਤ ਉੱਥੇ ਜਦੋਂ ਮੰਗ ਮੰਗੀ, ਹਜ਼ੂਰ ਨੇ ਮੋਹਰ ਲਾਤੀ। ਫਿਰ ਇਵੇਂ ਹੋਇਆ। ਭੀਖਣ ਸ਼ਾਹ ਨੇ ਜਦੋਂ ਮੱਥਾ ਟੇਕਿਆ ਚੜ੍ਹਦੀ ਵਾਲੇ ਪਾਸੇ, ਕਹਿੰਦੇ 100 ਮਰੀਜ਼ ਸੀ ਉਹਦਾ, ਊਂ ਤਾਂ ਵੱਧ ਸੀ ਪਰ ਉੱਥੇ ਕੋਲੇ ਰਹਿਣ ਵਾਲਾ ਐਡਾ ਵੱਡਾ ਜਪੀ ਤਪੀ ਸੀਗਾ, ਕਮਾਈ ਵਾਲਾ ਹੋਵੇ ਵੀ ਕਿਵੇਂ ਨਹੀਂ। ਪਹਿਲਾਂ ਗੁਰੂ ਨਾਨਕ ਦੇ ਦਰਸ਼ਨ ਕੀਤੇ, ਉਹਨਾਂ ਜਨ ਨੂੰ ਲੈ ਕੇ ਮਰ ਕੇ ਸਿਮਰਨ ਕਰਦਾ, ਤਸਬੀਹ ਫੇਰਦਾ ਤੇ ਭੀਖਣ ਸ਼ਾਹ ਬਣਿਆ ਸੀ, ਕਮਾਈ ਸੀ। ਤੇ ਉਹ ਟਾਈਮ ਤੇ ਸਾਧ ਸੰਗਤ ਜਦੋਂ ਚੜ੍ਹਦੀ ਵਾਲੇ ਪਾਸੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ, 100 ਮਰੀਜ਼ ਕਹਿੰਦੇ ਪੀਰ ਜੀ ਉਮਰ ਵੱਡੀ ਹੋ ਗਈ, ਕੀ ਗੱਲ ਹੋ ਗਈ, ਇੱਧਰ ਮੱਥਾ ਟੇਕਦੇ ਆ। ਕਹਿੰਦੇ ਜਿਹੜਾ ਮੱਕੇ ਵਾਲਾ ਸੀ ਨਾ, ਅੱਲਾ ਖੁਦਾ ਮੁਹੰਮਦ, ਉਹਨੇ ਅੱਜ ਅੰਮ੍ਰਿਤ ਵੇਲੇ ਚੜ੍ਹਦੀ ਵਾਲੇ ਪਾਸੇ ਅਵਤਾਰ ਧਾਰਨ ਕਰ ਲਿਆ। ਇਉਂ ਪਤਾ ਲੱਗਿਆ ਉਹਨੂੰ, ਬਾਹਰ ਮਿਲਿਆ ਸੀ, ਬਾਹਰ ਲਵੋ ਹੁਣ ਟਾਈਮ ਹੈ, ਬਾਹਰ ਮਿਲਿਆ। ਇਉਂ ਆਖਿਆ। ਉਹਨਾਂ ਨੇ ਆਖਿਆ ਜੀ ਫਿਰ ਸਾਨੂੰ ਵੀ ਦਰਸ਼ਨ ਕਰਾਓ।
ਤੁਹਾਨੂੰ ਤਾਂ ਦਰਸ਼ਨ ਹੁੰਦੇ ਆ, ਤੁਸੀਂ ਪੀਰ ਜੀ ਆ। ਉੱਥੋਂ ਫਿਰ ਤੁਰ ਕੇ ਗਏ। ਉਹ ਟਾਈਮ 'ਤੇ ਗੁਰੂ ਸਾਹਿਬ ਕਲਗੀਆਂ ਵਾਲੇ ਪ੍ਰੀਤਮ 40 ਦਿਨ ਦੇ ਸੀ, ਸਿਰਫ ਸਰੀਰ 40 ਦਿਨ ਦਾ। ਉਹ ਟਾਈਮ 'ਤੇ ਇਤਿਹਾਸ ਤਾਂ ਵੱਡਾ ਹੈ, ਤੇ ਇਸੇ ਕਰਕੇ ਵੀ ਵਿਚਾਰ ਹੈ ਵੀ ਆਪਣੀ ਵੀ ਅੱਖ ਬਣ ਜੇ। ਬੁੱਲਿਆ ਵੇਖਣ ਵਾਲੀ ਅੱਖ ਨਹੀਂ, ਤੇ ਰੱਬ ਤਾਂ ਇੱਥੋਂ ਵੱਖ ਨਹੀਂ। ਰੱਬ ਦਾ ਕੀ ਔਖਾ ਪਾਉਣਾ, ਇਧਰੋਂ ਪੱਟਣਾ, ਦੁਨੀਆ ਬੰਨੋਂ ਪੱਟਣਾ ਪਊਗਾ। ਦੁਨੀਆ ਬੰਨਿਓ ਪੱਟਣਾ ਤੇ ਰੱਬ ਨਾਲ ਲਾਉਣਾ, ਰੱਬ ਦਾ ਕੀ ਔਖਾ ਪਾਉਣਾ। ਦੁਨੀਆ ਵੱਲ ਦੋ ਗੱਲਾਂ ਨਹੀਂ ਬਣਨੀਆਂ, ਦੋ ਵੇੜਿਆਂ ਤੇ ਨਹੀਂ ਰਿਹਾ ਜਾਣਾ। ਇਸ ਕਰਕੇ ਸਾਧ ਸੰਗਤ ਮੈਂ ਉੱਥੇ ਦ੍ਰਿਸ਼ਟਾਂਤ ਦੇ ਰਿਹਾ ਸੀ ਵੀ ਆਪਣਾ ਕਰਮ ਚੰਗਾ, ਅੰਗੀਕਾਰ ਕੀਓ ਕਰਤੇ ਗੁਰਪੂਰੇ ਕੀ ਵਡਿਆਈ, ਅਪ ਚਲ ਨੀਮ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ। ਵਿਚਾਰ ਇੱਥੇ ਤੋੜਾ ਹੈ ਵੀ ਹਜ਼ੂਰ ਨੇ ਆਖੇ 74 ਜਾਮੇ ਸੰਤਾਂ ਦੇ ਪਹਿਨੂਗਾ। 74 ਤੇ 10 84, 84 ਕਿਉਂ? 84 ਲੱਖ ਜੂਨ ਚੋਂ ਕੱਢਣ ਵਾਸਤੇ, ਜੀਵ ਨੂੰ ਡੁੱਬਦੇ ਨੂੰ 84 ਦੇ ਵਿੱਚੋਂ ਕੱਢਣ ਵਾਸਤੇ। ਤੇ ਜਿਹਦੇ 74 ਜਾਮਿਆਂ ਦੇ ਵਿੱਚ ਮੋਹਰ ਲਾਈ ਹੈ ਰਾਮ ਸਿੰਘ ਕੂਕਾ, ਅਤਰ ਸਿੰਘ ਸੂਰਾ, ਨੰਦ ਸਿੰਘ ਪੂਰਾ, ਬਾਬਾ ਨੰਦ ਸਿੰਘ। ਤੇ ਬਾਬਾ ਜੀ ਤਾਂ ਤੇ ਬਾਬਾ ਈਸ਼ਰ ਸਿੰਘ ਦਾ ਕੋਈ ਫਰਕ ਨਹੀਂ ਸੀ। ਉਸ ਜੋਗੀ ਬ੍ਰਹਮ ਗਿਆਨੀ ਤਤਵਿਦ ਤੇ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਵਰਸੀ ਦਾ ਵੀ ਦਿਨ ਹੈ। ਯਾਦ ਵਿੱਚ ਵੇ ਜੀਏ ਆਪਣੀ, ਜਿਸ ਨਾ ਵੀ ਪੁੰਨ ਹੋਣ ਤਾਂ ਵੀ ਬਾਬਾ ਜੀ ਕੋਲੋਂ ਪੁੰਨ ਮਿਲ ਕੇ ਆਪਣੀ ਸੁਰਤੀ ਨਿਰੰਕਾਰ ਨਾਲ ਜੁੜ ਸਕਦੀ ਹੈ। ਉਹ ਵਿਰਲੇ ਮਹਾਂਪੁਰਖ ਹੁੰਦੇ ਆ, ਉਹਨਾਂ ਡਿਊਟੀ ਲੱਗੀ ਹੁੰਦੀ ਆ, ਟਾਵੇਂ ਟਾਵੇਂ ਹੁੰਦੇ ਆ ਵਿਰਲੇ ਮਹਾਂਪੁਰਖ। ਬਾਬਾ ਜੀ ਝੋਲਡੀ ਵਿਰਾਜਦੇ ਸੀ, ਝਿੜੀ ਦੇ ਵਿੱਚ ਉਦੋਂ ਡਾਕੂ ਆਉਂਦੇ ਸੀ, ਬਹੁਤ ਹੁੰਦੇ ਸੀ ਉਸ ਟਾਈਮ 'ਤੇ। 47 ਦਾ ਜ਼ਿਕਰ ਹੈ। ਬਾਬਾ ਜੀ 50 'ਚ ਨਾਨਕਸਰ ਗਏ, ਤੇ ਉਹ ਟਾਈਮ 'ਤੇ ਅਫਸਰ ਚੰਨਣ ਸਿੰਘ ਥਾਣੇਦਾਰ DSP ਉਹ ਤਲਾਸ਼ੀ ਕਰਨ ਆਏ। ਕਹਿੰਦੇ ਤੁਹਾਡੇ ਇੰਨੇ ਸੇਵਾਦਾਰ ਆ ਇੱਥੇ, ਇਹਨਾਂ 'ਚ ਜਿਨ੍ਹਾਂ ਦੇ ਸਾਡੇ ਕੋਲੇ ਨਾਂ ਹੈ ਉਹ ਤਾਂ ਨਹੀਂ ਹੈ। ਬਾਬਾ ਜੀ ਕਹਿੰਦੇ ਤੁਸੀਂ ਆਪਦਾ ਜੁੱਲੀ ਬਿਸਤਰਾ ਚੱਕ ਕੇ ਜਗਰਾਮੀ ਚਲੇ ਜਾਓ। ਬਾਬਾ ਜੀ ਕਹਿੰਦੇ ਹੁਣ ਬਾਬਰ ਕਿਆਂ ਦੀ ਡਿਊਟੀ ਖਤਮ ਹੋ ਗਈ ਹੈ। ਬਾਬਾ ਜੀ ਕਹਿੰਦੇ ਹੁਣ ਬਾਬੇ ਕਿਆਂ ਦੀ ਡਿਊਟੀ ਲੱਗ ਗਈ ਹੈ। ਉਹ ਡਿਊਟੀ ਲੱਗ ਗਈ ਆਖਿਆ, ਇਉਂ ਆਖਿਆ ਆਪਣੇ ਬਾਬਾ ਈਸ਼ਰ ਸਿੰਘ ਨੇ। ਕਹਿੰਦੇ ਹੁਣ ਬਾਬੇ ਕਿਆਂ ਦੀ ਡਿਊਟੀ ਲੱਗ ਗਈ ਹੈ, ਬਾਬਰ ਕਿਆਂ ਦੀ ਡਿਊਟੀ ਖਤਮ ਹੋ ਗਈ ਹੈ। ਉਹਨੇ ਕੀ ਆਖਿਆ? ਉਹ ਕਹਿੰਦਾ ਅਸੀਂ ਤਾਂ ਇਹਨੇ ਦੋਹਾਂ ਹੱਥਾਂ ਦੀਆਂ ਸੋਟੀਆਂ ਦੇ ਨਾਲ ਕੁੱਟ ਕੇ ਥੱਕ ਗਏ ਆ, ਸਾਥੋਂ ਲੋਟ ਨਹੀਂ ਆਈ। ਜੇ ਤੁਹਾਥੋਂ ਲੋਟ ਆ ਜਾਂਦੇ ਆ ਫਿਰ ਅਸੀਂ ਇੱਥੇ ਕੀ ਲੈਣਾ? ਅਸੀਂ ਤਾਂ ਸਗਾ ਡਰਦੇ ਰਹਿੰਦੇ ਸਾਨੂੰ ਨਾ ਮਾਰ ਦੇਣ, ਇਉਂ ਆਖਿਆ। ਬਾਬਾ ਜੀ ਕਹਿੰਦੇ ਤੁਸੀਂ ਆਪਦਾ ਬਿਸਤਰਾ ਗੋਲ ਕਰਕੇ ਨਾ ਵੇਖੋ, ਕਿੱਡੀ ਵੱਡੀ ਗੱਲ ਹੈ। ਤੁਸੀਂ ਬਾਬਰ ਕਿਆਂ ਨੂੰ ਆਖਿਆ ਤੁਸੀਂ ਬਿਸਤਰਾ ਗੋਲ ਕਰਕੇ, ਜਗਰਾਮੀ ਚੌਂਕੀ ਸੀ ਉੱਥੋਂ ਦਾ ਹੈਡ ਸੀ, ਵੀ ਚੱਕ ਲਓ ਚੌਂਕੀ, ਤੇ ਠੂਰੋਂ ਵੀ ਚੱਕ ਲਓ, ਝੋਲਡਾ ਤੋਂ ਚੱਕ ਲਓ, ਲੱਖਿਓ ਚੱਕ ਲਓ। ਬਾਬਾ ਜੀ ਕਹਿੰਦੇ ਹੁਣ ਇਹ ਬਾਬਰ ਕਿਆਂ ਦੀ ਡਿਊਟੀ ਖਤਮ ਹੋ ਗਈ, ਬਾਬੇ ਕਿਆਂ ਦੀ ਡਿਊਟੀ ਲੱਗ ਗਈ ਹੈ। ਸਾਰੀ ਡਿਊਟੀ ਲੱਗੀ ਹੈ ਦਰਗਾਹ ਦੇ ਵਿੱਚ। ਤੇ ਸਾਧ ਸੰਗਤ ਬਾਬਾ ਜੀ ਨੇ ਕਿਰਪਾ ਕੀਤੀ ਤੇ 3 ਸਾਲ ਪਿੰਡਾਂ ਵਿੱਚ ਉੱਥੇ ਨੇੜੇ ਨੇੜੇ ਜਾ ਕੇ ਤੇ ਸਿੱਖੀ ਦੇ ਤੀਰ ਮਾਰੇ, ਪ੍ਰਚਾਰ ਕੀਤਾ। ਫਿਰ ਬਾਬਾ ਜੀ ਨੇ ਅੰਮ੍ਰਿਤ ਛਕਾਇਆ, ਫਿਰ ਥਾਣੇ ਵਾਲਿਆਂ ਨੂੰ ਸੱਦਿਆ, ਉਹ ਆ ਗਏ। ਬਾਬਾ ਜੀ ਕਹਿੰਦੇ ਇਹਨਾਂ 'ਚ ਸਿਆਣ ਲਓ ਕਿਹੜੇ ਆ। ਕਛਹਿਰੇ ਪਾਏ ਵੇ, ਹੱਥ 'ਚ ਮਾਲਾ, ਦਾੜੇ ਖੁੱਲੇ,
ਵੇਖ ਕੇ ਹੈਰਾਨ ਹੋ ਗਏ। ਥਾਣੇਦਾਰ ਨੇ ਮੱਥਾ ਟੇਕਿਆ, ਕਹਿੰਦੇ ਵਾਕਿਆ ਤੁਹਾਡੀ ਸੱਚਖੰਡ 'ਚ ਡਿਊਟੀ ਲੱਗੀ ਹੋਈ ਹੈ। ਜਿਹੜਾ ਸੁਨਿਆਰੇ ਦਾ ਕੰਡਾ ਨਾ, ਕਹਿੰਦੇ ਦਿੱਲੀ ਦੇ ਕੰਡੇ ਨਾਲ ਵੀ ਤੇਜ਼ ਆ, ਪਰ ਦਿੱਲੀ ਦਾ ਵੀ ਇੱਕ ਕੰਡਾ ਹੈ ਜੋਖਣ ਵਾਲਾ, ਸੁਨਿਆਰੇ ਦਾ ਕੰਡਾ ਹੈ। ਵੀ ਹੋਰ ਕੰਡਿਆਂ ਸਾਰਿਆਂ 'ਚ ਫਰਕ ਪੈ ਸਕਦਾ ਹੈ। ਕਹਿੰਦੀ ਕਮਾਈ ਵਾਲੇ ਮਹਾਂਪੁਰਖਾਂ ਦੀ ਰਸਨਾ ਦਾ ਵਚਨ ਹੈ, ਇਹ ਮਿਣਿਆ ਤੇ ਤੋਲਿਆ ਹੁੰਦਾ, ਤੇ ਕੰਡੇ ਦੇ ਨਾਲ ਇਕੱਲਾ ਤੋਲਿਆ ਹੀ ਹੁੰਦਾ। ਮਹਾਂਪੁਰਖਾਂ ਦਾ ਵਚਨ ਨਾਲੇ ਮਿਣਿਆ ਹੋਊਗਾ ਤੇ ਨਾਲੇ ਤੋਲਿਆ ਹੋਊਗਾ। ਉਹ ਵਿਰਲੇ ਵਿਰਲੇ ਮਹਾਂਪੁਰਖ ਹੈ। ਇਸ ਕਰਕੇ ਅਤੀ ਵੱਡੇ ਭਾਗਾਂ ਵਾਲਿਓ ਬਾਬਾ ਜੀ ਨੇ ਅਵਤਾਰ ਧਾਰਨ ਕੀਤਾ। ਬਾਬਾ ਜੀ ਆਏ, ਬਰਸੀ ਦਾ ਦਿਹਾੜਾ ਹੈ, ਤੇ ਇਸ ਕਰਕੇ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤੇ। ਅੱਜ ਹੁਕਮਨਾਮਾ ਬਖਸ਼ਿਆ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾ, ਚੀਤ ਨ ਆਵੇ। ਮੇਰੇ ਰਾਮ ਰਾਏ, ਗੁਰੂ ਅਰਜਨ ਸਾਹਿਬ ਫਰਮਾਉਂਦੇ ਆ, ਮੇਰੇ ਰਾਮ ਰਾਏ ਤੂੰ ਸੰਤਾਂ ਕਾ। ਉਹ ਕਿਹੜੇ ਸੰਤ ਆ? ਉਹ ਬਾਬਾ ਈਸ਼ਰ ਵਰਗੇ, ਹਰੇਕ ਨਹੀਂ। ਤੂੰ ਸੰਤਾਂ ਕਾ, ਇਉਂ ਮੋਹਰ ਲਾਈ ਹੈ, ਸੰਤ ਤੇਰੇ। ਤੂੰ ਸੰਤਾਂ ਕਾ, ਤੂੰ ਕਿਹੜੇ ਸੰਤਾਂ ਦਾ? ਜਿਹੜੇ ਸੰਤ ਤੇਰੇ ਹੈ, ਜਿਨ੍ਹਾਂ ਦੀ ਮੇਰ ਤੇਰ ਨਹੀਂ, ਹਉਮਾ ਨਹੀਂ, ਹਉਮਾ ਨਹੀਂ। ਗੁਰੂ ਦੀ ਰੀਸ ਕਰਨੀ ਤੇ ਸਾਧ ਸੰਤ ਮਹਾਪਾਪ ਹੈ। ਜਿਸ ਨੇ ਕੀਤੀ ਜਰਾ ਬੇਅਦਬੀ ਇਹੀ ਹੈ ਵੀ ਗੁਰੂ ਦੀ ਰੀਸ ਕਰਨੀ ਮਾੜੀ ਹੈ, ਬਸ। ਤੇ ਜੇ ਮੈਂ ਗੁਰੂ ਹੀ ਬਣ ਗਿਆ ਤੇ ਗੁਰੂ ਮੇਰਾ ਕਿੱਧਰ ਗਿਆ? ਕਿੱਧਰ ਗਿਆ? ਇਸ ਕਰਕੇ ਜਿਸ ਨੇ ਕੀਤੀ ਜਰਾ ਬੇਅਦਬੀ, ਇਸ ਗਲੀ ਵਿੱਚ ਸਹੀਓ, ਬੇਅਦਬੀ ਦੀ ਗਲੀ ਵਿੱਚ ਸਹੀਓ। ਜਿਉਂ ਮਨਸੂਰ ਚਾੜਿਆ ਸੋਲੀ, ਫੇਰ ਨਾ ਸਾਨੂੰ ਕਹੀਓ। ਹਜ਼ੂਰ ਕਹਿੰਦੇ ਕਮਾਈ ਦੀ ਲੋੜ ਅੱਜ, ਤੇ ਸਾਧ ਸੰਗਤ ਉੱਥੇ ਗੁਰੂ ਜੀ ਕਹਿੰਦੇ ਤੂੰ ਸੰਤਾਂ ਕਾ। ਗੁਰੂ ਅਰਜਨ ਸਾਹਿਬ ਨੂੰ ਆਖਿਆ, ਮੇਰੇ ਰਾਮ ਰਾਏ ਤੂੰ ਸੰਤਾਂ ਕਾ। ਪੁੱਛਿਆ ਜੀ ਕਿਹੜੇ ਸੰਤਾਂ ਦਾ? ਰਾਮ ਰਾਏ, ਪਰਮੇਸ਼ਰ ਅਕਾਲ ਪੁਰਖ। ਇਉਂ ਆਖਿਆ, ਤੂੰ ਸੰਤਾਂ ਕਾ। ਸੰਤ ਤੇਰੇ ਇੱਕ ਦੁਨੀਆਦਾਰੀ ਹੈ, ਇੱਕ ਮਾਇਆਧਾਰੀ ਹੈ, ਇੱਕ ਮਤਬਲੀ ਸਵਾਰਥੀ ਹੈ। ਨਹੀਂ, ਆਖਿਆ ਸੰਤ ਤੇਰੇ, ਜਿਹੜੇ ਤੇਰੇ ਸੰਤਾਂ ਨਾ, ਉਹਨਾਂ ਦਾ ਨਿਰੰਕਾਰ ਹੈ। ਤੂੰ ਉਹਨਾਂ ਦਾ ਹੈ, ਉਹਨਾਂ ਦਾ। ਆਖੇ ਸੰਤਾਂ ਕੀ ਚਾਲ ਨਿਰਾਲੀ, ਦੁਨੀਆ ਨਾਲ ਚਾਲ ਨਿਰਾਲੀ ਹੁੰਦੀ ਉਹਨਾਂ ਦੀ। ਭਗਤਾਂ ਕੀ ਚਾਲ ਨਿਰਾਲੀ, ਆਠ ਪੈਰ ਦੇਖਾ ਆਪਣੇ ਨਾਲ ਹੀ, ਅੱਠੇ ਹੀ ਪੈਰ ਆਪਣੇ ਨਾਲ ਹੀ ਦੇਖਾ। ਕਹਿੰਦੇ ਉਹ ਆਪਣੇ ਨਾਲ ਹੀ ਸਮਝਦੇ ਆ। ਉਹਨਾਂ ਨੂੰ ਆਖਿਆ ਸੰਤਾਂ ਦੀ ਚਾਲ, ਭਗਤਾਂ ਦੀ ਚਾਲ ਨਿਰਾਲੀ, ਅੱਠੇ ਪੈਰ। ਇਉਂ ਆਖਿਆ ਦੇਖਾ ਆਪਣੇ ਨਾਲ ਹੀ। ਉਹਨਾਂ ਨੂੰ ਆਖਿਆ ਤੂੰ ਸੰਤਾਂ ਕਾ। ਸੰਤ ਤੇਰੇ, ਤੇਰੇ ਸੇਵਕ ਕੋ। ਸੇਵਕ ਆਖਿਓ, ਮੁੜ ਕੇ ਸੰਤ ਨੂੰ ਸੇਵਕ ਆਖਿਓ। ਸੰਤ ਕਦੇ ਨਹੀਂ ਕਹਿੰਦਾ ਮੈਂ ਸੰਤ। ਬਾਬਾ ਜੀ ਕਹਿੰਦੇ ਅਸੀਂ ਤਾਂ ਸੰਤ ਬਣੇ ਨਹੀਂ। ਆਪਦੇ ਆਪ ਨੂੰ ਸੇਵਕੀ ਕਿਹਾ, ਆਪਦੇ ਆਪ ਨੂੰ ਦਾਸ ਹੀ ਕਿਹਾ। ਸੇਵਕ ਕੋ ਸੇਵਾ ਬਣੀ ਆਈ। ਹੁਕਮ ਬੂਝ, ਹੁਕਮ ਮੰਨਣਾ ਆਏ ਆਪਾਂ ਗੁਰੂ ਨਾਨਕ ਦਾ। ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ। ਹੁਕਮ ਹੀ ਮੰਨ ਲੈਣਾ ਚਾਹੀਦਾ, ਵਿਚਾਰਾਂ 'ਚ ਟਾਈਮ ਲੰਘ ਜਾਂਦਾ।
ਹਜੂਰ ਕਹਿੰਦੇ ਇਸ ਦੇ ਉੱਪਰ ਨਹੀਂ ਵਿਚਾਰ ਜਾਂ ਕੇ ਮਨ ਵਸਿਆ। ਜਦੋਂ ਵਿਚਾਰਾਂ ਖਤਮ ਹੋ ਗਈਆਂ ਨਾ, ਮੇਰੀ ਭਾਵਨਾ ਹੋ ਗਈ, ਜਾਂ ਕੇ ਮਨ ਵਸਿਆ, ਉਸ ਬੰਦੇ ਦੇ ਮਨ ਵਸਿਆ ਨਿਰੰਕਾਰ। ਉਹਦੇ ਹਿਰਦੇ ਨਿਰੰਕਾਰ ਚੌਂਕੜਾ ਮਾਰ ਕੇ ਬਹਿ ਜਾਂਦਾ। ਵਾਲੀ ਤਪੱਸਿਆ ਦੀ ਖਾਸ ਨਹੀਂ ਲੋੜ ਹੈ, ਭਾਵਨਾ ਦੀ ਲੋੜ ਹੈ। ਭਾਵਨਾ ਭਗਤੀ ਬਣ ਜਾਂਦੀ ਹੈ। ਇਉਂ ਆਖਿਆ ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਤੇਰੇ ਸੇਵਕੋ ਭਉ ਕਿਛ ਨਾਹੀ, ਯਮ ਨਹੀਂ ਆਵੈ ਨੇੜੇ। ਇਹ ਜਦੋਂ ਗੁਰੂ ਅਰਜਨ ਸਾਹਿਬ ਦੇ ਕੋਲੇ ਪਿਰਥੀ ਚੰਦ ਸੁਗੜੀ ਰਾਜੇ ਨੂੰ ਲੈ ਕੇ ਆਇਆ ਨਾ, ਉਹ ਟਾਈਮ ਦਾ ਵਚਨ ਲਾਹੌਰ ਤੋਂ, ਤੇ ਉਸ ਛੋਟੀ ਰਿਆਸਤ ਦਾ ਬਾਦਸ਼ਾਹ। ਉਹਨੇ ਆਖਿਆ ਵੀ ਅਰਜਨ ਦੇਵ ਜੀ ਨੂੰ ਕੱਢ ਦਿਓ, ਮੈਂ ਵੱਡਾ ਤੇ ਮੈਨੂੰ ਤੂੰ ਕਬਜ਼ਾ ਦਵਾ ਦੇ, ਮੈਂ ਤੈਨੂੰ ਗੋਰਖ ਦੇ ਵਿੱਚੋਂ ਪੈਸੇ ਦਿਆ ਕਰੂੰਗਾ, ਸੇਵਾ ਦਰਬਾਰ ਸਾਹਿਬ ਦੇ ਪੈਸੇ ਤੈਨੂੰ ਦਿਆ ਕਰੂੰਗਾ। ਤੇ 3 ਭੱਠੇ ਪਾਏ ਗੁਰੂ ਰਾਮਦਾਸ ਦੇ ਜੋਤੀ ਜੋ ਸਮਾ ਗਏ ਸੀ, ਦਰਬਾਰ ਬਣਦਾ ਸੀ। ਤੇ ਭੱਠਿਆਂ ਦੀ ਸਾਰੀ ਕਾਰ ਮੁਖਤਿਆਰ ਮੇਰੀ ਹੈ, ਤੇ ਇੱਕ ਭੱਠਾ ਤੈਨੂੰ ਦੇ ਦੂੰ, ਵਧੀਆ ਭੱਠਾ। ਉਹ ਜਦੋਂ ਗੁਰੂ ਅਰਜਨ ਸਾਹਿਬ ਨੂੰ ਦੱਸਿਆ ਵੀ ਉਹ ਆਇਆ ਤੇ ਸਵੇਰੇ ਕਬਜ਼ਾ ਲੈਣਾ, ਉਹ ਟਾਈਮ ਤੇ ਹਜੂਰ ਨੇ ਸ਼ਬਦ ਉਚਾਰਨ ਕੀਤਾ, ਜਿਸਕੇ ਸਿਰ ਉੱਪਰ ਤੂੰ ਸੁਆਮੀ, ਉਹ ਕਬਜ਼ਾ ਕੁਬਜ਼ਾ ਨਹੀਂ ਲੈ ਸਕਦਾ, ਫਿਕਰ ਨਾ ਕਰੋ, ਸੋ ਦੁੱਖ ਕੈਸਾ ਪਾਵੈ। ਬਾਬਾ ਬੁੱਢਾ ਜੀ ਕਹਿੰਦੇ ਜੀ 5-7 ਬੰਦੇ ਜਾ ਕੇ ਸਮਝਾ ਦਈਏ ਸੂਲੀ ਰਾਜੇ ਨੂੰ ਵੀ ਗੁਰੂ ਰਾਮਦਾਸ ਨੇ ਗੁਰਗੱਦੀ ਦਿੱਤੀ ਹੈ, ਇਹ ਫਕੀਰੀ ਗੱਦੀ ਹੈ, ਵੀ ਇਹਦੇ ਵਿੱਚ ਨਾ ਆਓ। ਗੁਰੂ ਜੀ ਕਹਿੰਦੇ ਉਹਨੇ ਸਮਝਣਾ ਨਹੀਂ ਗਾ। ਗੁਰੂ ਜੀ ਕਹਿੰਦੇ ਬੋਲਣਾ ਜਾਣਾ ਮਾਇਆ ਮਦ ਮਾਤਾ। ਗੁਰੂ ਜੀ ਕਹਿੰਦੇ ਜਦੋਂ ਤੁਸੀਂ ਜਾਓਗੇ ਨਾ, ਉਹਨੂੰ ਬੋਲਣਾ ਨਹੀਂ ਆਉਣਾ। ਕਿਉਂ? ਮਾਇਆ ਮਦ। ਗੁਰੂ ਜੀ ਕਹਿੰਦੇ ਮਦ ਦਾ ਨਾਂ ਸ਼ਰਾਬ, ਮਾਇਆ ਮਦ ਮਾਤਾ, ਮਰਨਾ ਚੀਤ ਨਾ ਵਾ, ਉਹਨੂੰ ਮਰਨਾ ਯਾਦ ਨਹੀਂ ਹੈ। ਐਵੇਂ ਤੁਹਾਡੇ ਮੂਹਰੇ ਵੱਧ ਘੱਟ ਬੋਲੂ, ਤੁਹਾਡਾ ਮਨ ਖਰਾਬ ਹੋਊ। ਇਉਂ ਆਖਿਆ। ਆਖਿਆ ਹੁਣ ਕੀ ਕਰੀਏ? ਗੁਰੂ ਜੀ ਕਹਿੰਦੇ ਆਓ ਮੇਰੇ ਨਾਲ ਮਿਲ ਕੇ ਅਰਦਾਸ ਕਰੋ। ਫਿਰ ਗੁਰੂ ਅਰਜਨ ਸਾਹਿਬ ਨੇ ਗੁਰੂ ਰਾਮਦਾਸ ਦੇ ਚਰਨਾਂ 'ਤੇ ਅਰਦਾਸ ਕੀਤੀ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ। ਉਹ ਬੇ ਪਿਰਥੀ ਚੰਦ ਸੁਬਾਈ ਉਹਨੂੰ ਹੋਰ ਸਪੋਰਟ ਦੇਣ ਦੀ ਖਾਤਰ ਵੀ ਆ ਜਾ ਤੈਨੂੰ ਭੱਠਾ ਵਿਖਾ ਦਿਆਂ, 3 ਭੱਠੇ 'ਚੋਂ ਭੱਠਾ ਪਸੰਦ ਕਰ ਲਾ। ਭੱਠਾ ਉਹ ਘੋੜੇ ਤੇ ਚੜਿਆ ਚੜਾਇਆ ਨਾ, ਭੱਠਾ ਪਸੰਦ ਕਰਦਾ ਸੀ, ਪਰ ਇੱਟਾਂ ਪੱਕੀਆਂ ਦਾ ਭੱਠਾ ਨੇੜੇ ਹੀ ਹੋ ਕੇ ਫੇਰ ਹੀ ਪਸੰਦ ਆਉਂਦਾ। ਉਹ ਚੜੇ ਚੜਾਏ ਨੇ ਵੇਖ ਲਿਆ ਵੀ ਕਿਹੜੇ ਭੱਠੇ ਦੀਆਂ ਇੱਟਾਂ ਜ਼ਿਆਦਾ ਪੱਕੀਆਂ। ਉਹ ਮਗਰੋਂ ਤਿੱਤਰ ਉੱਡੇ 3 ਸ਼ਕਤੀ, ਜਦੋਂ ਉੱਡੇ ਨਾ ਤੇ ਘੋੜਾ ਮਗਰੋਂ ਗਾਂਹ ਨੂੰ ਹੋ ਗਿਆ। ਘੋੜਾ ਇੰਨਾ ਡਰ ਗਿਆ ਤੇ ਬੇਬਸ ਹੋ ਕੇ ਸੂਲੀ ਰਾਜਾ ਨਾ ਪਸੰਦ ਕਰਦਾ ਕਰਦਾ ਭੱਠੇ ਨੇ ਆਵਾਜ਼ ਮਾਰ ਲਈ, ਆ ਜਾ ਮੈਨੂੰ ਵੀ ਪਸੰਦ ਆ, ਅੰਦਰ ਆ ਜਾ। ਉੱਥੇ ਫਿਰ ਉਹ ਭੁੜਥਾ ਹੋ ਗਿਆ ਸੀ। ਹਜੂਰ ਨੇ ਗੁਰਬਾਣੀ ਸ਼ਬਦ ਲਿਖਿਆ, ਸੂਹਲੀ ਤੇ ਨਰੈਣ ਰਾਖ, ਸੂਲੀ ਹੋਆ ਮਨ ਪਾਕ, ਕਾੜ ਕਠਾਰ ਖਸਮ ਸਿਰ ਕਾਟਿਆ ਖਿਨਮਾ ਹੋਏ। ਇਉਂ ਆਖਿਆ। ਉਹ ਵਿੱਚ ਨਾ ਮੁਸਲਮਾਨ ਮੱਚਦਾ ਨਹੀਂ ਹੁੰਦਾ, ਪਰ ਉਹ ਮੱਚਿਆ ਅੱਗ ਦੇ ਵਿੱਚ ਮੱਚਿਆ, ਖਿਨਮਾ ਹੋਏ ਖਾਕ, ਖਿੰਨ ਦੇ ਵਿੱਚ ਹੀ ਰਾਖ ਬਣ ਗਿਆ, ਸਣੇ ਘੋੜੇ। ਉਹ ਉਦੋਂ ਹਜੂਰ ਨੇ ਜਦੋਂ ਆਪਾਂ ਨੂੰ ਕੋਈ ਵਿਪਤਾ ਬਣੇ ਨਾ, ਪਰਚਾ ਬਣੇ, ਦੁਸ਼ਮਣ ਚੜ੍ਹ ਕੇ ਆ ਜੇ, ਉਦੋਂ ਅਰਦਾਸ ਕਰਿਆ ਕਰੋ ਪਹਿਲ ਸ਼ਾਂਤੀ ਦੇ ਨਾਲ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕੋ ਭਉ ਕਿਛ ਨਾਹੀ, ਜਮ ਨਹੀਂ ਆਵਾ ਨੇੜੇ। ਪਰ ਸੰਤ ਕਿਹੜੇ?
ਉਹ ਹੈ ਅੱਜ ਬਾਬਾ ਈਸ਼ਰ ਸਿੰਘ ਵਰਗੇ ਮਹਾਂਪੁਰਖ। ਸਮਾਂ ਬਣੇ ਧਿਆਨ ਧਰਕੇ ਤਾਂ ਐਸੇ ਮਹਾਂਪੁਰਖਾਂ ਦਾ ਧਿਆਨ ਧਰ ਕੇ ਤਾਂ ਦਰਗਾਹ ਦੇ ਵਿੱਚ ਸਿਫਾਰਿਸ਼ ਲੱਗ ਜਾਂਦੀ ਹੈ, ਸਿਫਾਰਿਸ਼ ਲੱਗ ਜਾਂਦੀ ਹੈ। ਕਿਸੇ ਦੀ ਤਾਂ ਸਾਧ ਸੰਗਤ ਇੱਥੋਂ ਲੁਧਿਆਣੇ ਚੱਲਦੀ ਹੈ, ਕਿਸੇ ਦੀ ਚੰਡੀਗੜ੍ਹ ਚੱਲਦੀ ਹੈ, ਹੁਕਮ ਚੱਲਦਾ, ਕਿਸੇ ਦਾ ਦਿੱਲੀ ਚੱਲਦਾ, ਹਰਿਆਣਾ 'ਚ ਚੱਲਦਾ, ਕਿਸੇ ਦਾ ਸਾਰੇ ਮੁਲਕ ਚੱਲਦੇ। ਤੇ ਧੰਨ ਗੁਰੂ ਨਾਨਕ ਬਾਬਾ ਆਨੰਦ ਸਿੰਘ ਬਾਬਾ ਜੀ ਦੀ ਦਰਗਾਹ ਵਿੱਚ ਚੱਲਦੀ ਹੈ, ਆਪਣੇ ਬਾਬਾ ਜੀ ਦੀ। ਬਾਬਾ ਈਸ਼ਰ ਸਿੰਘ ਦੀ ਦਰਗਾਹ ਵਿੱਚ ਚੱਲਦੀ ਹੈ। ਜਦੋਂ ਕਿਸੇ ਇਹੋ ਜਿਹੇ ਮਹਾਂਪੁਰਖ ਨਾ ਨਿਸ਼ਾਨਾ ਲਿਓ, ਜਦੋਂ ਧਿਆਨ ਧਰੋਗੇ ਨਾ ਤੇ ਅਰਦਾਸ ਕਰੋਗੇ, ਉਦੋਂ ਸਿਫਾਰਿਸ਼ ਤੇਰੇ ਅਰਦਾਸ ਕਰਨ ਦੀ ਢੇਰ ਹੈ, ਮੱਥਾ ਟੇਕਣ ਦੀ ਢੇਰ ਹੈ। ਤੇ ਸਾਧ ਸੰਗਤ ਅਰਦਾਸ ਪੂਰੀ ਹੋਣ ਵਿੱਚ ਕੋਈ ਢੇਰ ਨਹੀਂ, ਤੇਰੇ ਢਹਿਣ ਵਿੱਚ ਢੇਰ ਹੈ, ਤੇਰਾ ਫੁਰਨਾ ਬਣਾਉਣ 'ਚ ਢੇਰ ਹੈ, ਝੋਲੀ ਭਰਨ ਵਿੱਚ ਕੋਈ ਢੇਰ ਨਹੀਂ। ਪਰ ਇੱਕ ਗੱਲ ਯਾਦ ਕਰੋ, ਕਮਾਈ ਕਰੋ। ਜਦੋਂ ਕਮਾਈ ਕਰਾਂਗੇ ਨਾ, ਕਮਾਈ ਦਾ ਮੇਲ ਕਮਾਈ ਵਾਲੇ ਮਹਾਂਪੁਰਖਾਂ ਦੇ ਨਾਲ ਹੁੰਦਾ। ਉਹ ਵਿਰਲੇ ਵਿਰਲੇ ਹੁੰਦੇ ਆ ਬਾਬਾ ਜੀ। ਬਾਬਾ ਜੀ ਦੀ ਮਾਤਾ ਜੀ, ਬਾਬਾ ਈਸ਼ਰ ਸਿੰਘ ਦੀ ਮਾਤਾ ਜੀ 2-3 ਵਾਰੀ ਗਏ ਬਾਬਾ ਜੀ ਨੂੰ ਲੈਣ ਵਾਸਤੇ। ਉਹ ਕੀ ਪਤਾ ਲੱਗਦਾ ਉਦੋਂ ਜੀਵ ਦਾ ਪੁੰਨ ਹੋਣ ਤੇ ਮਾਤਾ ਆਪਣੇ ਪੁੱਤਰ ਨੂੰ ਬ੍ਰਹਮ ਗਿਆਨੀ ਬਣਾ ਦਿੰਦੀ ਹੈ। ਮਾਤਾ ਕਹਿੰਦੀ ਡਾਕੂ, ਮਾਤਾ ਆਪਣੇ ਪੁੱਤਰ ਨੂੰ ਕਸੰਗਤ ਦੇ ਕੇ ਡਾਕੂ ਵੀ ਬਣਾ ਦਿੰਦੀ ਹੈ। ਇਸ ਕਰਕੇ ਸਾਧ ਸੰਗਤ ਕਿਰਪਾ ਕੀਤੀ। ਉੱਥੇ ਬਾਬਾ ਈਸ਼ਰ ਸਿੰਘ ਮਹਾਰਾਜ ਬਾਬਾ ਜੀ ਕੋਲੇ ਸੇਵਾ ਵਿੱਚ ਸੀ। 17 ਸਾਲ ਦੀ ਉਮਰ ਤੋਂ, ਕਿੰਨੀ 17 ਸਾਲ, 15 ਸਾਲ ਦੀ ਸੇਵਾ 'ਚ ਮੂੰਹ ਜਾ ਵੜਦੇ ਸੀ। ਕਦੇ ਮੁੜ ਆਉਂਦੇ ਸੀ, ਕਦੇ ਮੁੜ ਆਉਂਦੇ ਸੀ। ਇਸ ਕਰਕੇ ਸਾਧ ਸੰਗਤ ਜਿਸ ਟਾਈਮ 'ਤੇ ਇੱਕ ਵਾਰੀ ਬਾਬਾ ਜੀ ਕਹਿਣ ਲੱਗੇ, ਬਾਬਾ ਈਸ਼ਰ ਸਿੰਘ ਤੂੰ ਆ ਜਾ, ਹੁਣ ਆ ਜਾ। ਤੇ ਕਹਿਣ ਲੱਗਾ ਜੀ ਵੇਖੂੰਗਾ, ਘਰੇ ਖੇਤੀ ਦਾ ਕੰਮ ਆ, ਬਹੁਤ ਕੰਮ ਆ। ਹਜ਼ੂਰ ਕਹਿੰਦੇ ਅੱਛਾ ਯਾਰ ਹੋਣਗੇ, ਮਿਲਣਗੇ ਆਪੇ, ਚਿੱਤ ਨੂੰ ਟਿਕਾਣੇ ਰੱਖੀਏ। ਜਦੋਂ ਇੰਨਾ ਤੀਰ ਕਲੇਜੇ 'ਚ ਵੱਜਿਆ ਨੇ ਆਖਿਆ ਹੁਣ ਜਾਣਾ ਹੀ ਪਊਗਾ, ਜਾਣਾ ਹੀ ਪਊਗਾ। ਬਾਬਾ ਜੀ ਕੋਲੇ 17 'ਚ ਆਈ, 17 ਸਾਲ ਦੀ ਉਮਰ ਸੀ, 27 ਸਾਲ ਤੱਕ ਰਹੇ ਬਾਬਾ ਜੀ ਦੀ ਸੇਵਾ ਕੀਤੀ। 43 ਸਾਲ ਦੀ ਉਮਰ, 30 'ਚ ਆਏ ਬਾਬਾ ਆਨੰਦ ਸਿੰਘ ਮਹਾਰਾਜ ਚਰਨਾਂ 'ਚ ਸੇਵਾ 'ਚ। ਤੇ ਇਸ ਕਰਕੇ ਸਾਧ ਸੰਗਤ ਬਾਬਾ ਜੀ ਦੀ ਕਿਰਪਾ ਕੀਤੀ। ਐਸੇ ਮਹਾਂਪੁਰਖਾਂ ਦੀਆਂ ਨਿਸ਼ਾਨੀਆਂ ਦੱਸੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੁਰੂ ਜੀ ਕਹਿੰਦੇ ਅਗਮ ਅਗਾਧ, ਅਗਮ ਦਾ ਮਤਲਬ ਬਣਦਾ ਅਗਮ, ਅਗੰਮੀ, ਅਗਾਧ, ਅਗਾਧ ਬੋਧ, ਆਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ, ਉਹ ਸਾਧ ਬਚਨ ਪੱਲੇ ਬੰਨ੍ਹਣ ਵਾਲੇ ਹੈ, ਬਚਨ ਪੱਲੇ ਬੰਨ੍ਹਣ ਵਾਲੇ ਹੈ। ਕਹਿੰਦੇ ਦਿਮਾਗ ਜੇ ਵੱਡਾ ਬਣਾਉਣਾ ਹੋਵੇ ਨਾ, ਹੱਥ ਜੋੜ ਕੇ ਕਿਸੇ ਕਮਾਈ ਵਾਲੇ ਮਹਾਂਪੁਰਖ ਦੇ ਬਚਨ ਸੁਣਨ ਲੱਗੇ। ਕਹਿੰਦੇ ਦਿਮਾਗ ਕਿੱਡਾ ਵੱਡਾ ਬਣ ਜਾਂਦਾ, ਕਹਿੰਦੇ ਰੱਬ ਜਿੱਡਾ ਦਿਮਾਗ ਬਣ ਜਾਂਦਾ, ਵੱਡਾ ਦਿਮਾਗ। ਤੇ ਕਹਿੰਦੇ ਜੇ ਦਿਮਾਗ ਛੋਟਾ ਕਰਨਾ ਹੋਵੇ ਫਿਰ ਦੁਨਿਆਵੀ ਗੱਲਾਂ ਤੇ ਖਾਣ ਤੇ ਜਿੰਨਾ ਮਰਜ਼ੀ ਜ਼ੋਰ ਲਾ ਲਓ, ਦਿਮਾਗ ਦੀ ਸੁਰਤੀ ਖਾਣ ਪੀਣ 'ਚ ਰਹਿ ਜੂ, ਸੁੰਗੜ ਜੂ। ਤੇ ਦਿਮਾਗ ਜਿਹੜਾ ਵੱਡਾ ਹੋਣਾ ਹੈ, ਵੱਡੇ ਮੇਰੇ ਸਾਹਿਬਾ ਤੇ ਵੱਡੀ ਤੇਰੀ ਵਡਿਆਈ, ਉਦੋਂ ਦਿਮਾਗ ਵੱਡਾ ਹੋਊਗਾ ਆਪਣਾ, ਸੋਚਣ ਸ਼ਕਤੀ। ਉਹ ਟਾਈਮ 'ਤੇ ਸਾਧ ਸੰਗਤ ਬਾਬਾ ਜੀ ਦੀ ਮਾਤਾ ਜੀ 3 ਵਾਰੀ ਲੈਣ ਆਏ। ਬਾਬਾ ਜੀ ਕਹਿੰਦੇ ਮਾਤਾ ਅਸੀਂ ਇਹਦਾ ਵਿਆਹ ਕਰਤਾ ਜੀ, ਕਿਰਪਾ ਕਰੋ ਬਈ, ਆਗਿਆ ਬਖਸ਼ੋ।
26 ਸਾਲ ਉਮਰ ਹੋ ਗਈ ਹੈ, 9 ਸਾਲ ਹੋ ਗਏ ਤੁਹਾਡੇ ਕੋਲ ਰਹਿੰਦੇ ਆ, ਤੇ ਕਿਰਪਾ ਦੇ ਘਰ ਵਿੱਚ ਆਓ, ਤੁਹਾਡੇ ਕੋਲ ਹੋਰ ਵਿੰਗਮ ਹੈਗੇ ਆ। ਬਾਬਾ ਜੀ ਕਹਿੰਦੇ ਮਾਤਾ ਅਸੀਂ ਇਹਦਾ ਗੁਰੂ ਨਾਨਕ ਨਾਲ ਵਿਆਹ ਕਰਤਾ। ਕੋਈ ਮਹਾਂਪੁਰਖ ਕਹੇ ਮਹਾਲੂ ਮਹਾਨ ਨਾਲ ਵਿਆਹ ਕਰਤਾ, ਜਾਂ ਮੈਂ ਹੋਰ ਕਿ ਭੈਰੋ ਨਾ ਘੋਰੀ ਨਾ ਮਲੇਲ ਕੁਟਲੇ ਨਾ, ਮਾੜੀ ਗੱਲ ਆ ਨਾ। ਫਿਰ ਘਰੋਂ ਆਇਆ ਤੋਰਦਾ ਕਿੱਧਰ ਨੂੰ? ਦੇਖੋ, ਇਸ ਕਰਕੇ ਇੱਕ ਵਾਰ ਇੱਕ ਸਾਨੂੰ ਸਾਧੂ ਮਿਲਿਆ ਆ। ਮੈਂ ਕੀ ਕਰਦਾ ਹੁੰਦਾ? ਕਹਿੰਦਾ ਸਾਡੇ ਕੋਲ ਹਾਥੀ ਹੈ। ਹਾਥੀ ਲੁਧਿਆਣੇ ਮਿਲਿਆ ਸੀ। ਮੈਂ ਕੀ ਕਰਦਾ ਹੁੰਦਾ? ਕਹਿੰਦਾ ਗੁਰੂ ਦੀ ਸੇਵਾ। ਮੈਂ ਗੁਰੂ ਨੇ ਕੋਈ ਸਿਖਾਇਆ? ਕਹਿੰਦਾ ਗੁਰੂ ਨੇ ਹਾਥੀ ਸਾਹਮਣਾ ਸਿਖਾਇਆ ਮੈਨੂੰ, ਵੀ ਹਾਥੀ ਕਿਵੇਂ ਚਲਾਉਣਾ। ਮੈਂ ਤੌਣ ਤੇ ਬਹਿ ਨਾ, ਹਾਥੀ ਚਲਾਉਣ ਦਾ ਡਰਾਈਵਰ ਹਾਂ ਮੈਂ, ਇੱਥੇ ਹੀ ਖੜੇ। ਇਸ ਕਰਕੇ ਸਾਧ ਸੰਗਤ ਮਹਾਂਪੁਰਖ ਹਰ ਕਾ ਸੇਵਕ ਹਰ ਹੀ ਜਿਹਾ, ਉਹ ਆਪਣੇ ਬਾਬਾ ਜੀ। ਇਸ ਕਰਕੇ ਸਾਧ ਸੰਗਤ ਬਾਬਾ ਜੀ ਕਹਿਣ ਲੱਗੇ, ਬਾਬਾ ਆਨੰਦ ਸਿੰਘ ਗਰੀਬ ਨਮਾਜ਼ ਕਹਿੰਦੇ ਮਾਤਾ ਅਸੀਂ ਤਾਂ ਵਿਆਹ ਕਰਤਾ। ਕਹਿੰਦੇ ਮੈਨੂੰ ਚਾਅ ਬਹੁਤ। ਬਾਬਾ ਜੀ ਕਹਿੰਦੇ ਚਾਅ ਹੈ ਤੇ ਦੂਜੇ ਦਾ ਵਿਆਹ ਕਰ ਲਓ। ਆਖੀ ਜਿਹਦਾ ਤਾਂ ਹੋਇਆ ਵਾ। ਬਾਬਾ ਜੀ ਕਹਿੰਦੇ ਲੈ ਜੇ ਚਾਅ ਹੀ ਪੂਰਾ ਕਰਨ, ਇੱਕ ਹੋਰ ਕਰ ਲਾ ਉਹਦਾ ਵਿਆਹ। ਕਹਿੰਦੇ ਐਂ ਕਿਵੇਂ ਹੋ ਸਕਦਾ? ਬਾਬਾ ਜੀ ਕਹਿੰਦੇ ਹੋ ਕਿਉਂ ਨਹੀਂ ਸਕਦਾ? ਭਲਾ ਇੱਕ ਹੋਰ ਕਰ ਲਾ, 3 ਕਰ ਲਾ। ਹੁਣ ਇੱਥੇ ਸਾਧ ਸੰਗਤ ਬਹੁਤ ਵੱਡੀ ਦਿਮਾਗ ਦੀ ਕਮਾਈ ਦੀ ਲੋੜ ਹੈ ਜੀ। ਕਿਵੇਂ ਹੋ ਸਕਦਾ? ਪਰ ਉਹ 2 ਮਰ ਗਈਆਂ, ਤੀਜੀ ਸਾਧ ਸੰਗਤ ਲਾਦ ਹੈ, ਤੀਜੀ ਲਾਦ ਹੈ। ਹੁਣ ਉਹਨਾਂ ਦੇ ਘਰ ਵਿੱਚ ਜਿਹੜੀ ਬਾਬਾ ਜੀ ਤੋਂ ਬਰੋ ਸਾਹਿਬ ਮਗਰੋਂ ਹੋਏ ਹੈ। ਇਸ ਕਰਕੇ ਸਾਧ ਸੰਗਤ ਜਿਹੜਾ ਬਾਬਾ ਇੰਦਰ ਸੀਗਾ, ਇੰਦਾ, ਇਸ ਕਰਕੇ ਸਾਧ ਸੰਗਤ ਬੇਅੰਤ ਮਸਾਲਾ ਹਨ। ਬਾਬਾ ਜੀ ਝੋੜਨੀ ਚਲੇ ਗਏ, ਘਰ 'ਚ ਗੱਲ ਚੱਲਦੀ ਗਈ, ਬਾਬਾ ਜੀ ਪੂਰੇ ਹੈ, ਪਹੁੰਚੇ ਵੇ ਹੈ। ਤੇ ਬਾਬਾ ਜੀ ਨੂੰ ਕੀ ਕਹੀਏ? ਬਾਬਾ ਜੀ ਆਗਿਆ ਨਹੀਂ ਦਿੰਦੇ। ਤੇ ਇਸ ਕਰਕੇ ਚਲੋ ਵੇਖੀ ਜਾਊ। ਤੇ ਬਾਬਾ ਜੀ ਦਾ ਤਾਇਆ ਸੀ ਘਰਾਂ ਦਾ, ਉਹ ਬਾਬਾ ਜੀ ਦੀ ਮਾਤਾ ਨੂੰ ਕਹਿੰਦਾ ਮੈਂ ਜਾਨਾ, ਝੋਲਣੀ ਆਏ ਵੇ ਹੁਣ ਦੀਵਾਨ ਸਜਦੇ, ਤੇ ਮੈਂ ਮੁੰਡੇ ਨੂੰ ਲੈ ਕੇ ਆਉਣਾ। ਉਹ ਬਾਬਾ ਜੀ ਸਿੱਧਾ ਹੀ ਕੋਲੇ ਦੀਵਾਨ ਸਜਿਆ ਸੀ ਸ਼ਾਮ ਦਾ। ਕਹਿਣ ਲੱਗਾ ਸੰਤ ਜੀ ਤੁਹਾਡੇ ਕੋਲ ਕਿੰਨੇ ਚੇਲੇ ਹੈ? ਤੁਹਾਡਾ ਸਰੀਰ ਝੁਕਿਆ ਪਿਆ, ਸਰੀਰ ਨਿਰਮਲ ਹੋ ਗਿਆ, ਜਿਹੜੀ ਬਿਰਧ ਹੋ ਗਿਆ ਤੁਹਾਡਾ। ਇਹਦੀ 26-27 ਸਾਲ ਦੀ ਉਮਰ ਹੈ। ਥੋਥੋਂ ਮਗਰੋਂ ਕੀ ਕਰੂ? ਇਹ ਠੂਠਾ ਪੜ ਕੇ ਮੰਗਦਾ ਤੁਰਿਆ ਫਿਰੂ ਥੋਥੋਂ ਮਗਰੋਂ। ਤੁਸੀਂ ਇਹਨੂੰ ਆਗਿਆ ਦਿਓ, ਗਿੱਲ ਗੋਤ ਹੈ, 12 ਕਿੱਲੇ ਪੈੜੀ ਦੇ, ਉਹਦੇ ਵਿਆਹ ਕਰ ਦਈਏ। ਵਿਆਹ ਖੁਸ਼ਕ ਬੋਲਿਆ। ਬਾਬਾ ਜੀ ਗੰਭੀਰਤਾ ਵਿੱਚ ਆ ਗਏ। ਬਾਬਾ ਆਨੰਦ ਸਿੰਘ ਬਾਬਾ ਜੀ ਕਹਿੰਦੇ ਗੁਰਮੁਖਾ ਕੀ ਸਾਥੋਂ ਮਗਰੋਂ ਤੂੰ ਫੁਰਨਾ ਬਣਾਇਆ ਵੀ ਠੂਠਾ ਪੜ ਕੇ ਮੰਗਦਾ ਫਿਰੂ? ਬਾਬਾ ਜੀ ਕਹਿਣ ਲੱਗੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਹੈ, 10 ਪਾਤਸ਼ਾਹੀਆਂ ਦੀ। ਇਹਨੇ ਸਾਡੇ ਸਰੀਰ ਦੀ ਸੰਭਾਲ ਕੀਤੀ ਹੈ, ਸਾਡੀ ਸੇਵਾ ਕੀਤੀ ਹੈ। ਇਉਂ ਆਖਿਆ। ਕਿਸੇ ਦਰਖਤ ਦੀ ਸੇਵਾ ਕਰਦੀ ਉਹ ਵੀ ਛਾਂ ਦੇ ਦਿੰਦਾ, ਮਾਂ ਪਿਓ ਦੀ ਸੇਵਾ ਕਰਦੀ ਏ ਤਾਂ ਉਹ ਸੀਸਾਂ ਦੇ ਦਿੰਦੇ ਆ। ਸੇਵਾ ਤੇ ਉਹ ਤਾਂ ਬ੍ਰਹਮ ਗਿਆਨੀ ਸੀ ਬਾਬਾ ਆਨੰਦ ਸਿੰਘ। ਸਾਡੀ ਸੇਵਾ ਕੀਤੀ ਹੈ। ਬਾਬਾ ਜੀ ਕਹਿੰਦੇ ਕੀ ਸਾਥੋਂ ਮਗਰੋਂ ਠੂਠਾ ਪੜ ਕੇ ਮੰਗਦਾ ਫਿਰੂ? ਗੰਭੀਰਤਾ ਵਿੱਚ ਬੋਲੇ। ਬਾਬਾ ਜੀ ਕਹਿੰਦੇ ਗੁਰਮੁਖਾ, ਬਾਬਾ ਜੀ ਕਹਿੰਦੇ ਸਮਾਂ ਦੂਰ ਨਹੀਂ ਹੈ, ਸਮਾਂ ਆ ਰਿਹਾ, ਨੇੜੇ ਹੀ ਆ ਸਮਾਂ। ਬਾਬਾ ਜੀ ਕਹਿੰਦੇ ਜਦੋਂ ਦੀਵਾਨ 'ਚ ਬੈਠਿਆ ਕਰੂ ਨਾ, ਦੀਵਾਨ 'ਚ ਬੈਠਿਆ ਕਰੂ, ਜਿਹੜਾ ਸਰਦਾ ਨਾਲ ਦਰਸ਼ਨ ਕਰਿਆ ਕਰੂ, ਸਭ ਦੀਆਂ ਝੋਲੀਆਂ ਭਰ ਭਰ ਕੇ ਤੋਰਿਆ ਕਰੂਗਾ। ਸਮਾਂ ਆ ਰਿਹਾ, ਠੂਠਾ ਪੜ ਕੇ ਇਉਂ ਆਖਿਆ।
ਇਸ ਕਰਕੇ ਕਮਾਈ ਦੀ ਲੋੜ ਹੈ। ਸਾਧ ਸੰਗਤ ਜਿਨ੍ਹਾਂ ਨੇ ਕਮਾਈ ਕੀਤੀ ਉਹ ਬਾਬਾ ਈਸ਼ਰ ਨੇ ਕਮਾਈ ਕੀਤੀ। ਜਿਨ ਕਮਾਈ ਗੁਰਮੁਖੋ ਪਹਿਲੀ ਗੱਲ ਹੁਕਮ ਮੰਨਣ ਦੀ ਕਮਾਈ ਹੈ। ਬੇਅੰਤੀ ਮਿਸਾਲਾਂ ਹਨ। ਜਿਹੜਾ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਤਾ। ਜਦੋਂ ਮਰਤਾ ਨਹੀਂ ਉਹਦੀ ਕਮਾਈ ਦੀਆਂ ਸਾਖੀਆਂ ਵੀ ਨਹੀਂ ਮੁੱਕਦੀਆਂ। ਇੱਕ ਦਿਨ ਬਾਬਾ ਜੀ ਕਹਿਣ ਲੱਗੇ, ਬਾਬਾ ਈਸ਼ਰ ਸਿੰਘ ਮਹਾਰਾਜ ਨੂੰ, ਕਹਿੰਦੇ ਦੂਜੇ ਕਹਿਣਗੇ, ਹੋਰ ਕਹਿਣਗੇ ਲਾ ਮੁੰਡਾ ਅਨਪੜ੍ਹ ਰੱਖ ਲਿਆ। ਬਾਬਾ ਜੀ ਕਹਿੰਦੇ ਤੂੰ 2 ਸੁਰਾਂ ਸਿੱਖ ਲ, ਤੂੰ ਬਾਜਾ ਸਿੱਖ ਲ। ਸੰਤਾ ਸੰਗ ਰਹੀ ਹੈਗਾ ਆਪਣੇ ਕੋਲੇ ਕੀਰਤਨ ਵਾਲਾ। ਘਰ ਦੀ ਗੱਲ ਕਿਤੇ ਜਾਣ ਦੀ ਲੋੜ ਨਹੀਂ। ਕੀ ਆਖਿਆ ਜੀ? 7 ਬਚਨ। ਬਾਬਾ ਈਸ਼ਰ ਸਿੰਘ ਮਹਾਰਾਜ ਵੱਡੇ ਬਾਬਿਆਂ ਦੀ ਸੇਵਾ ਕਰਕੇ ਜਲ ਪਾਣੀ ਛਕਾ ਕੇ ਤੇ ਬਾਜਾ ਸਿੱਖਣ ਚਲੇ ਗਏ। ਬਾਜਾ ਤੇ ਉਸ ਰਾਗੀ ਨੇ ਆਖਿਆ ਨਾ, ਬਾਬਾ ਜੀ ਨੂੰ ਬਿਠਾਇਆ ਬਾਜੇ ਕੋਲੇ ਵੀ ਪੱਖਾ ਮਗਰ ਫੇਰਨਾ, ਸੁਰ ਤੇ ਪਹਿਲਾਂ ਹੱਥ ਧਰਨਾ। ਇਉਂ ਕਿਹਾ। ਫੇਰ ਦੱਸਿਆ ਵੀ ਆਹ ਸੁਰ ਤੇ ਹੱਥ ਧਰ। ਸੁਰ ਤੇ ਹੱਥ ਧਰਿਆ ਤੇ ਪੱਖਾ ਫੇਰਿਆ। ਆਖਿਆ ਇੱਕ ਤੂੰ ਹੀ ਨਿਰੰਕਾਰ। ਇਉਂ ਕਹਿ। ਬਾਬਾ ਈਸ਼ਰ ਨੇ ਆਖਿਆ ਇੱਕ ਤੂੰ ਹੀ ਨਿਰੰਕਾਰ। ਜਦੋਂ ਇੰਨੀ ਗੱਲ ਕਹੀ, ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ ਸੇਵਾਦਾਰ ਨੂੰ ਈਸ਼ਰ ਕਿੱਧਰ ਗਿਆ? ਬਾਬਾ ਈਸ਼ਰ ਸਿੰਘ ਆਖਿਆ ਜੀ ਬਾਜਾ ਸਿੱਖਣ ਗਿਆ। ਬਾਬਾ ਜੀ ਕਹਿੰਦੇ ਵਿਗੜ ਗਿਆ ਲੱਗਦਾ। ਉਹਨੇ ਬਾਜਿਆਂ ਤੋਂ ਕੀ ਲੈਣਾ? ਬਾਜਿਆਂ ਤੋਂ ਬਾਬਾ ਜੀ ਕਹਿੰਦੇ ਕਿਹਾ ਬਾਬਾ ਆਨੰਦ ਸਿੰਘ ਮਹਾਰਾਜ ਨੇ ਵੀ ਬਾਜਾ ਸਿੱਖ ਲੈ। ਕਹਿੰਦੇ ਉਹਨੂੰ ਕਿਹਨੇ ਕਿਹਾ ਬਾਜੇ ਨੂੰ? ਜਾਂ ਬੁਲਾ ਕੇ ਲਿਆਓ। ਉੱਥੇ ਬਾਜਾ ਛੱਡਤਾ। ਅਸੀਂ ਨਹੀਂ ਸਿੱਖਿਆ। ਬਸ ਇਹ ਜਿਹਨੂੰ ਇਹ ਸਿੱਖਣਾ ਨਾ, ਇੱਕ ਤੂੰ ਹੀ ਨਿਰੰਕਾਰ, ਬਸ ਸਭ ਕੁਛ ਸਿੱਖ ਗਿਆ। ਸਾਰੀ ਦੁਨੀਆ ਦੀ ਪੜ੍ਹਾਈ ਆ ਗਈ ਇਹਦੇ 'ਚ। ਤੇ ਕੀ ਆਖਿਆ? ਬਾਬਾ ਜੀ ਕਹਿੰਦੇ ਚੰਗਾ ਭਲਾ ਤੂੰ ਸਾਡੀ ਸੇਵਾ 'ਚ ਲੱਗਿਆ, ਤੈਨੂੰ ਬਾਜਾ ਸਿੱਖਣ ਨੂੰ ਕੀ ਨਹੀਂ ਆਖਿਆ? ਇਉਂ ਨਹੀਂ ਆਖਿਆ ਵੀ ਬਾਬਾ ਜੀ ਤੁਸੀਂ ਆਖਿਆ ਤੁਹਾਨੂੰ ਚੇਤਾ ਭੁੱਲ ਗਿਆ। ਨਾ ਨਾ, ਅਸੀਂ ਤਾਂ ਬਹੁਤ ਦੂਰ ਬੈਠੇ ਹਾਂ। ਕਹਿੰਦੇ ਮਹਾਂਪੁਰਖ ਤਾਂ 7 ਜਨਮ ਨਹੀਂ ਭੁੱਲਦੇ ਬੰਦੇ ਦੀਆਂ ਗੱਲਾਂ, ਕਮਾਈ ਵਾਲਾ ਹੋਵੇ ਤਾਂ। ਤੇ ਕਹਿਣ ਲੱਗੇ ਜੀ ਭੁੱਲ ਹੋ ਗਈ। ਬਾਬਾ ਈਸ਼ਰ ਸਿੰਘ ਕਹਿੰਦੇ ਭੁੱਲ ਹੋ ਗਈ ਜੀ, ਮਿਹਰ ਕਰੋ, ਮੇਰਾ ਮੋਟਾ ਦਿਮਾਗ ਹੈ ਤੇ ਮੈਨੂੰ ਨਾ ਸੇਵਾ ਕਰਨੀ ਆਉਂਦੀ ਨਹੀਂ, ਪਤਾ ਨਹੀਂ ਲੱਗਦਾ। ਇਉਂ ਆ ਕੇ ਸੇਵਾ ਕਰਨ ਲੱਗੇ 2 ਦਿਨ ਹੀ ਲੰਘੇ ਆ। ਬਾਬਾ ਜੀ ਕਹਿੰਦੇ ਆਖੇ ਨਹੀਂ ਤੂੰ ਲੱਗਦਾ। ਬਾਬਾ ਜੀ ਕਹਿੰਦੇ ਤੈਨੂੰ ਕਈ ਵਾਰ ਨਾ ਕਿਹਾ ਬਾਜਾ ਸਿੱਖ ਲੈ। ਕੀ ਆਖੇ ਜੀ? 7 ਬਚਨ। ਬਹੁਤ ਗੱਲ ਔਖੀ ਹੈ। ਇੱਕ ਗੱਲ ਦਾਸ ਨੂੰ ਐਂ ਲੱਗਦੀ ਹੈ ਵੀ ਜਿਵੇਂ ਸੱਚਖੰਡ 'ਚ ਇਕੱਠੇ ਬੈਠੇ ਹੋਣਗੇ, ਕਹਿੰਦੇ ਹੋਣਗੇ ਆਪਾਂ ਤਮਾਸ਼ੇ ਪਾਵਾਂਗੇ, ਤਮਾਸ਼ਾ ਕਰਾਂਗੇ, ਮੈਂ ਐਂ ਕਰੂੰ ਤੇ ਤੂੰ ਐਂ ਕਰੀ। ਇਉਂ ਆਖਿਆ। ਜਦੋਂ ਬਾਜੀਗਰ ਡੋਰੀ ਖੜਕਾਉਂਦਾ ਤਮਾਸ਼ਾ ਕਰਦਾ ਹੁੰਦਾ ਉਹ ਇਕੱਲਾ ਹੀ ਹੈ। ਉਹ ਪਰ ਇੱਕ ਨੂੰ ਪਾਸੋਂ ਲੈ ਲੈਂਦਾ ਨਾਲ, ਕੰਨ ਕੋਲੇ ਉਹਨੂੰ ਕਹਿੰਦਾ ਵੀ ਜਿਵੇਂ ਮੈਂ ਕਿਹਾ ਨਾ ਉਵੇਂ ਹੀ ਕਰੀ ਜਾਈ, ਬਸ ਇੱਕੋ ਗੱਲ ਹੀ ਹੈ, ਉਵੇਂ ਹੀ ਕਰੀ ਜਾਈ। ਤੇ ਸਾਧ ਸੰਗਤ ਉਹਨੇ ਆਖਿਆ ਜਿਸ ਟਾਈਮ ਤੇ ਸਮਾਂ ਹੋਇਆ ਬਾਬਾ ਜੀ ਕਹਿੰਦੇ ਤੂੰ ਵਿਗੜ ਗਿਆ ਲੱਗਦਾ। ਤੇ ਬਾਬਾ ਜੀ ਕਹਿੰਦੇ ਤੈਨੂੰ ਕਈ ਵਾਰ ਕਿਹਾ ਬਾਜਾ ਸਿੱਖ ਲੈ ਜੀ 7 ਬਚਨ। ਦੂਜੀ ਵੀਰ ਜਾ ਕੇ ਬਹਿ ਗਏ ਉਵੇਂ ਹੀ, ਇੱਕ ਤੂੰ ਹੀ ਨਿਰੰਕਾਰ। ਵੱਡੇ ਬਾਬਾ ਆਨੰਦ ਸਿੰਘ ਮਹਾਰਾਜ, ਬਾਬਾ ਹਜੂਰਾ ਸੀ ਸੇਵਾ 'ਚ, ਹੋਰ ਵੀ ਸੀ। ਬਾਬਾ ਜੀ ਕਹਿੰਦੇ ਹਜੂਰਿਆ ਝੋਲਡਾ ਵਾਲਾ ਮੁੰਡਾ ਈਸ਼ਰ ਕਿੱਥੇ? ਆਖੇ ਜੀ ਬਾਜਾ ਸਿੱਖਣ ਗਿਆ। ਬਾਬਾ ਜੀ ਕਹਿਣ ਲੱਗੇ ਬਚਨ ਨੂੰ ਪਾਉਂਦਾ ਨਹੀਂ। ਚੰਗਾ ਭਲਾ ਉਹਨੂੰ ਕਿਹਾ, ਉਹਨੇ ਬਾਜਿਆਂ ਤੋਂ ਕੀ ਲੈਣਾ? ਇਉਂ ਆਖਿਆ।
ਜੋ ਬੁਲਾ ਕੇ ਲਿਆਓ। ਹਜੇ ਇੰਨਾ ਹੀ ਕਿਹਾ, ਇੱਕ ਤੂੰ ਹੀ ਨਿਰੰਕਾਰ, ਤੈਨੂੰ ਬਾਬਾ ਜੀ ਬੁਲਾਉਂਦੇ ਆ। ਚਰਨਾਂ 'ਤੇ ਮੱਥਾ ਟੇਕੇ। ਬਾਬਾ ਜੀ ਕਹਿੰਦੇ ਕੀ ਕਰਦਾ? ਕਹਿਣ ਲੱਗਾ ਜੀ ਤੁਹਾਡੀ ਹੁਕਮ, ਤੁਹਾਡੀ ਰਸਨਾ 'ਤੇ ਫੁੱਲ ਚੜ੍ਹਾਉਣਾ। ਬਾਜਾ ਸਿੱਖਣ ਗਿਆ ਸੀ। ਬਾਬਾ ਜੀ ਕਹਿੰਦੇ ਚੰਗਾ ਭਲਾ ਤੂੰ ਸਾਡੀ ਸੇਵਾ 'ਚ ਲੱਗਿਆ, ਤੈਨੂੰ ਬਾਜਿਆਂ ਤਾਈਂ ਕੀ ਪਿਆ? ਤੂੰ ਬਾਜਾ ਸਿੱਖੀ ਕੀ ਕਰਨਾ? ਕੀ ਆਖਿਆ? ਜੇ ਅਸੀਂ ਜੱਟ ਹੁੰਨੇ, ਸਾਡੇ ਦਿਮਾਗ ਮੋਟਾ, ਦਿਮਾਗ ਮੋਟਾ, ਤੇ ਕਿਰਪਾ ਕਰੋ ਮੈਨੂੰ ਤੁਹਾਡੇ ਵਚਨ ਦੀ ਪਛਾਣ ਨਹੀਂ ਆਉਂਦੀ। ਮੇ ਕਰੋ ਭੁੱਲ ਹੋ ਗਈ। ਹੁਣ ਇਹ ਵਚਨ ਸਾਰੇ ਤੋਂ ਵਧੀਆ ਭੁੱਲ ਹੋ ਗਈ। ਤੇ ਕੀ ਆਖਿਆ? ਭੁੱਲ, ਇਹ ਵੀ ਇੱਕ ਜਮਾਤ ਆ, ਪੜ੍ਹਾਈ ਆ ਗੁਰੂ ਕੋਲ। ਭੁੱਲ ਹੋ ਗਈ ਇਉਂ ਆਖਿਆ। ਬਾਬਾ ਜੀ ਕਹਿਣ ਲੱਗੇ ਜਿੱਦੇ ਦਾ ਆਇਆ ਤੇਰੇ ਕੋਲ ਬਚਨ ਹੀ ਕੋਈ ਨਹੀਂ, ਜਿੰਨੀ ਤਾੜਨਾ ਮਰਜ਼ੀ ਕਰ ਲਈਏ, ਭੁੱਲ ਹੋ ਗਈ। ਹੈ ਵਚਨ ਵਧੀਆ, ਭੁੱਲ ਹੋ ਗਈ। ਦੂਜਾ ਵਚਨ ਤਾਂ ਇਹੀ ਹੈ ਬਈ ਆ ਪਿਆ ਸਾਰਾ ਕੁਝ ਤੇ ਮੈਂ ਚੱਲਿਆ, ਇਹੀ ਹੈ ਨਾ। ਫਿਰ ਉਹ ਭਾਈ ਕਸ਼ਹਿਰਾ ਲੈ ਜਾ, ਕਹਿੰਦਾ ਨਹੀਂ ਮੈਂ ਊਂ ਨਾ ਲੂੰਗਾ। ਕਸ਼ਹਿਰਾ ਵੀ ਨਹੀਂ ਛਕਦੇ ਕਈ। ਕਸ਼ਹਿਰਾ ਉਹ ਨਹੀਂ ਗੁਰਮੁਖੋ, ਸ਼ਾਂਤੀ ਦਾ ਸੋਮਾ ਤਾਂ ਰੰਗ ਲਿਆ ਦਿੰਦਾ। ਆ ਬੈਠੇ ਨੂੰ ਰੰਗ ਲਿਆ ਦਿੰਦਾ, ਰੰਗ ਚੜ੍ਹਦਾ ਜਾਂਦਾ ਸਾਰਿਆਂ ਦੇ ਮਨਾਂ ਨੂੰ। ਐਸਾ ਨਾਮ ਜਪੋ ਮਨ ਰੰਗ ਆਹੀ ਆ ਬਸ। ਕਦੇ ਕਬੀਲਦਾਰ ਗ੍ਰਸਤੀ ਬੰਦੇ ਆਪਾਂ ਇੰਨਾ ਐ ਬੈਠਾ ਨਹੀਂ ਜਾਂਦਾ। ਜਿਹੜਾ ਘਾਟਾ ਪੈ ਜਾਂਦਾ ਨਾ 1 ਮਹੀਨੇ ਦਾ, ਐ ਸਮੱਸਿਆ ਤੇ ਘਾਟਾ ਪੂਰਾ ਹੋ ਜਾਂਦਾ। ਨਿਤਨੇਮ ਦਾ ਘਾਟਾ ਪੂਰਾ ਹੋ ਜਾਂਦਾ। ਜਿਹੜਾ ਸਮਾਧੀ ਲਾ ਕੇ ਬਹਿਣਾ, ਤੂੰ ਸੰਤਾਂ ਕਾ ਸੰਤ ਤੇਰੇ, तेरे सेवक को पोकुश नाही जम नहीं आवे। जो तेरे रंग बैठे ना सारे है ना कमाई, जो तेरे रंग राते, रंग राते स्वामी तिनका जन्म मरण। बहुत सोहना वचन। जेड़े रंग विच रंगे हुए आ तुसीं रुलांगे नहीं आपां। गुरु साहब फरमाउंदे अज हुक्मनामे ते मोहर ला दी तुहाडे सारिਆਂ ते। की आख्या गुरु साहब? कहते जो तेरा रंग राते स्वामी तिनका जन्म मरण दुख नासा। तेरी बख्श ना मेटा कोई। सतगुर का दलासा अपन अज दलासा दे रहे हैं गुरु साहब सारिਆਂ ਨੂੰ। तेरी बख्श ना मेटा कोई। सतगुर दी बख्श, बख्श तो बापू की होवे, दुनियावी बापू होवे, पुत नूं दुकान नूं कहे दुकान पा दियां तैनूं, इवें दा काम चलन लग जांदा है। जे गुरु साहब आपां नूं खुद हुक्मनामे विच बख्श देण तो फिर जम्मिया किहड़ा अपनी बख्श दित्ती होई रोकण वाला। इउं आखे तेरी बख्श न मेटा कोई। सतगुर का दलासा, सतगुर ने दलासा कह नाम ध्यान। ध्यान का मतलब है भी हटता ही नहीं। ध्यान हटता ही नहीं, हटाए भी नहीं हटते। पर साध संगत की कहते तोड़ी हुई नहीं टुटती। किते लग जे प्रीति, किते लग जे गुरां दे नाल। तोड़ी हुई काहनूं टुटदी? नाम ध्यान ਉਹਨੂੰ ਆਖਿਆ। ਸੁਖ ਫਲ ਪਾਇਨ 8 ਪਹਿਰ 8 ਪਹਿਰ। ਅੱਜ ਦਾ ਪਹਿਰ 8 ਪਹਿਰ ਲੰਘ ਗਏ ਆਪਣੇ। 8 ਪਹਿਰ ਅਰਾਧਾ ਤੇਰੀ ਸਰਨ, ਤੇਰਾ ਪ੍ਰਵਾਸਾ ਪੰਚ ਦੁਸ਼ਟ ਲੈ ਸੱਧ। ਇਹ ਮੋਰ ਲਾਈ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਸਾਰ ਨਾ ਜਾਣਾ तेरी सब ते वड्डा। सतगुर नानक जिन कल राखी मोर लाई। जिन कर राखी मेरी। सच्चे पातशाह ने अपनी राखी करन वास्ते आए गुरु नानक दरगाह दे विचों। अपना कर्म चंगा है इस करके साध संगत मोर लाई। तीजी वेर बाबा जी कहन लगे तैनू ना कीर्तन सिख लेना चाहिए। मगरों कहणगे साध ने ਇਹਨੂੰ ਅਨਪੜ੍ਹ ਰੱਖ ਲਿਆ,
ਤੇ ਬਚਨ ਮੰਨੀ ਦਾ ਹੁੰਦਾ ਹੈ। 7 ਬਚਨ ਆਖੇ, ਬੱਜਾ ਸਿੱਖਣ ਚਲੇ ਗਏ, ਉਹੀ ਗੱਲ ਹੋ ਗਈ। ਫਿਰ ਆ ਗਿਆ, ਆਣ ਕੇ ਮੱਥਾ ਟੇਕਿਆ ਬਾਬਾ ਈਸ਼ਰ ਸਮਾਰਨ। ਮੱਥਾ ਟੇਕ ਕੇ ਬਾਬਾ ਜੀ ਕਹਿੰਦੇ ਵਿਗੜ ਗਿਆ ਲੱਗਦਾ। ਇੱਕ ਵਾਰੀ ਬਚਨ ਮੰਨੀ ਦਾ ਹੁੰਦਾ, 4 ਵਾਰੀ ਵਚਨ ਕਰਿਆ ਤੈਨੂੰ ਵਾਜਿਆ ਤਾਂ ਹੀ ਕੀ ਕਹਿੰਦੇ ਸੀ ਬਾਬਾ ਜੀ। ਉਹੀ ਡੂੰਘੇ ਗਹਿਰਾ ਬਚਨ ਨੇ। ਬ੍ਰਹਮ ਗਿਆਨੀ ਕੀ ਗਾਤ ਕੌਣ ਜਾਣੇ, ਬ੍ਰਹਮ ਗਿਆਨੀ ਜਾਣੇ। ਤੇ ਕੀ ਆਖਿਆ, ਬਾਬਾ ਇਸ ਸਨਮੁਖ ਹੋ ਗਏ, ਕਹਿੰਦੇ ਪਾਤਸ਼ਾਹ ਜੀ ਘਰ ਬਾਰ ਛੱਡਿਆ, ਮਾਤਾ ਪਿਤਾ ਛੱਡੇ, ਝੋਲਡਾ ਪਿੰਡ ਹੀ ਸ਼ਰਤ, ਦੋਸਤ ਮਿੱਤਰ ਭੈਣ ਭਾਈ ਸਾਰੇ ਛੱਡੇ ਤੇ ਬਾਬਾ ਜੀ ਤੁਹਾਡੇ ਚਰਨ 'ਚ ਰਹਿਣਾ ਰਿਹਾ। ਚਾਹੇ ਤਾਂ ਬਾਜਾ ਸਿਖਾ ਲਓ, ਚਾਹੇ ਜੋੜੀ ਸਿਖਾ ਲਓ, ਚਾਹੇ ਪਾਠ ਸਿਖਾ ਲਓ। ਇੱਕ ਬੇਨਤੀ ਹੈ ਬਈ ਮੇਰੇ ਤੇ ਸਿਰ ਤੇ ਹੱਥ ਧਰ ਦਿਓ, ਮੈਂ ਤੁਹਾਡਾ ਬਚਨ ਮੰਨਣਾ ਸਿੱਖ ਜਾਵਾਂ। ਮੈਂ ਘਰ-ਬਾਰ ਛੱਡਿਆ, ਮੈਂ ਤੁਹਾਡੇ ਕੋਲ ਆਇਆ, ਮੈਂ ਤੁਹਾਡਾ ਬਚਨ ਮੰਨਣਾ ਸਿੱਖ ਜਾਵਾਂ। ਬਾਬਾ ਜੀ ਆਰਾਮ ਕੁਰਸੀ ਤੇ ਬਾਰਾਂਦਰੀ ਮੂਹਰੇ ਬੈਠੇ ਸੀ। ਬਾਬਾ ਜੀ ਇੱਕਦਮ ਉੱਠ ਕੇ ਬਾਂਹ ਫੜ ਕੇ ਬੁੱਕੜ ਵਿੱਚ ਲੈ ਕੇ ਥਾਪੀ ਦੇ ਕੇ ਕਹਿੰਦੇ ਵਾਹ ਵਾਹ। ਬਾਬਾ ਜੀ ਕਹਿੰਦੇ ਜਿਹਨੇ ਸਾਡਾ ਬਚਨ ਮੰਨਣਾ ਸਿੱਖ ਲਿਆ ਨਾ, ਬਾਬਾ ਜੀ ਕਹਿੰਦੇ ਉਹਨੂੰ ਬਾਜੇ ਸਿੱਖਣ ਦੀ ਲੋੜ ਹੀ ਨਹੀਂ ਰਹੇਗੀ। ਬਾਬਾ ਜੀ ਕਹਿਣ ਲੱਗੇ ਜਦੋਂ ਤੂੰ ਦੁਆ 'ਚ ਬੈਠਿਆ ਕਰੇਗਾ ਨਾ, ਬਾਜਿਆਂ ਵਾਲੇ ਕੀਰਤਨਗੇ ਤੇਰੇ ਹੇਠ ਉੱਤੇ ਡਿੱਗਿਆ ਕਰਨਗੇ। ਤੇ ਦਾਸ ਮਾਤਾ ਜੀ ਦੇ ਨਾਲ ਸੰਗਤ ਕਰਦਾ ਰਿਹਾ ਤੇ ਸੈਕਟਰੀ ਨੇ ਗਿਆਨੀ ਸੁੱਚਾ ਸਿੰਘ ਨੇ ਇਹ ਗੱਲ ਕਹੀ ਬਰਸੀ ਨੂੰ ਵੀ ਬਾਬਾ ਜੀ ਰਾਗੀ ਜ਼ਿਆਦੇ ਆ ਤੇ ਟਾਈਮ ਥੋੜਾ, ਦਿਨੇ 13 ਵਜੇ ਸਮਾਪਤੀ ਕਰਨੀ, 1 ਵਜੇ, ਟਾਈਮ ਬਹੁਤ ਥੋੜਾ ਹੈ ਤੇ ਰਾਗੀ ਲੜਦੇ ਮੈਂ ਲੱਗਣਾ ਇਉਂ ਆਖਿਆ। ਤੇ ਬਾਬਾ ਜੀ ਕਹਿਣ ਲੱਗੇ ਭਾਈ ਐਂ ਕਰੋ, ਜਲੰਧਰ ਵਾਲੇ ਬਹਾਦਰ ਸਿੰਘ ਦੇ ਬਾਬਾ ਜੀ ਦੀ ਮੋਹਰ ਲੱਗੀ ਹੈ, ਇਹ ਵੱਡੇ ਰਾਗੀ ਹੈ। ਬਾਬਾ ਜੀ ਕਹਿੰਦੇ ਇਹਨੂੰ ਮੁੱਖ ਬਾਜੇ ਤੇ ਬੁਆ ਦਿਓ, ਬੇਗਮਾਂ ਨੂੰ ਦੂਜਿਆਂ ਨੂੰ ਪਾਸੇ ਕਰੋ। ਜਿੰਨੇ ਬਾਹਰੋਂ ਰਾਗੀ ਆਏ, ਕੋਈ ਟੱਲੀਆਂ ਫੜ ਲਏ, ਕੋਈ ਬਾਜੇ ਤੇ, ਕੋਈ ਜੋੜੀ ਤੇ ਬਹਿ ਜਾਓ ਤੇ ਇੱਕ ਸ਼ਬਦ ਲਾ ਦਿਓ। ਬਾਬਾ ਜੀ ਕਹਿੰਦੇ ਜਿਵੇਂ ਇੱਥੇ ਇੱਕ ਸ਼ਬਦ ਲਾਇਓ, ਇਹ ਨਾ ਕਿ ਮੈਨੂੰ ਟਾਈਮ ਨਹੀਂ ਮਿਲਿਆ ਅਸੀਂ ਬੈਠੇ ਹਾਂ, ਤੁਹਾਡੀ ਸੱਚਖੰਡ ਸਾਰਿਆਂ ਦੇ ਹਾਜ਼ਰੀ ਲੱਗ ਜਾਏਗੀ। ਬਾਬਾ ਜੀ ਕਹਿੰਦੇ ਆਪਾਂ ਪਿੱਛੇ ਵੀ ਇਕੱਠੇ, ਹੁਣ ਵੀ ਇਕੱਠੇ, ਇਸੇ ਤਰ੍ਹਾਂ ਗਾਂ ਨੂੰ ਵੀ ਇਕੱਠੇ ਰਵਾਂਗੇ। ਮਹਾਂਪੁਰਖਾਂ ਦੇ ਬਚਨ 'ਚ ਭਜਨ ਹੁੰਦਾ ਹੈ। ਭਜਨ ਕਿਹੜਾ ਹੁੰਦਾ? ਭਜਨ ਕੋਈ ਇਹ ਨਹੀਂ ਹੁੰਦਾ ਵੀ ਕੁਆਂਟਲ ਦਾ ਹੁੰਦਾ। ਮਹਾਂਪੁਰਖਾਂ ਦੇ ਵਚਨ ਵਿੱਚ ਪੁੰਨਾਂ ਦਾ ਵਜਨ ਹੁੰਦਾ। ਉਹ ਪਾਪਾਂ ਨੂੰ, ਸਾਧ ਸੰਗਤ ਪਾਪਾਂ ਨੂੰ ਦਬਾ ਦਿੰਦਾ। ਆਏ ਜਗਿਆਸ ਦੇ ਪਾਪ ਦਬ ਜਾਂਦੀ ਹੈ ਤੇ ਪੁੰਨ ਬਾਹਰ ਆ ਜਾਂਦੇ, ਪੁੰਨਾਂ ਦੀ ਪੰਡ ਬੰਨ੍ਹ ਕੇ ਦੇ ਦਿੰਦੇ ਆ। ਇਸ ਕਰਕੇ ਸਾਜ ਵਚਨ ਕੀਤਾ, ਅਸੀਂ ਅੱਖੀ ਵੇਖਿਆ ਤੇ ਬਾਬਾ ਜੀ ਬਚਨਾਂ 'ਚ ਫਰਮਾਨ ਕਰਦੇ, ਬਾਬਾ ਈਸ਼ਰ ਸਮਾਰ ਮੋਹਰ ਲਾਉਂਦੀ ਹੈ। ਬਾਬਾ ਜੀ ਨਾਲੇ ਨੇਤਰ ਭਰੇ, ਬਾਬਾ ਜੀ ਕਹਿੰਦੇ ਪੁਰਾਣੀ ਯਾਦ ਆ ਗਈ ਬਾਪੂ ਦੀ। ਬਾਬਾ ਜੀ ਕਹਿੰਦੇ ਬਾਬਾ ਜੀ ਨੇ 3-4 ਵਾਰੀ ਕਿਹਾ ਵੀ ਕੀਰਤਨ ਸਿੱਖ ਲਾ, ਉਦੋਂ ਹੀ ਸੱਦ ਲੈਂਦੇ ਸੀਗੇ। ਪਰ ਮੈਂ ਬੇਨਤੀ ਕਰਤੀ, ਬਾਬਾ ਜੀ ਮੈਂ ਤੁਹਾਡਾ ਬਹੁਤ ਸੋਹਣਾ ਬਚਨ ਹੈ, ਤੁਹਾਡੇ ਕੰਮ ਆਉਣ ਵਾਲੇ ਸਾਰਿਆਂ ਦੇ। ਕਈ ਕਹਿਣਗੇ ਮੇਰਾ ਦੋਸਤ ਆ ਜੀ, ਮੈਂ ਉਹਦਾ ਵਿਆਹ 'ਤੇ ਜਾਣਾ, ਉਹ ਨਹੀਂ ਜਾਣਾ ਭਾਈ। ਜਦੋਂ ਕਹੋ ਨਾ ਦੋਸਤ ਆ, ਉਦੋਂ ਪਤਾ ਲੱਗ ਜਾਂਦਾ ਮਹਾਂਪੁਰਖਾਂ ਨਾਲ ਇਹਦੀ ਨਿਵ ਅੰਦਰੋਂ ਨਹੀਂ ਹੈ, ਉੱਤੋਂ ਆ ਵੀ ਉਹ ਦੋਸਤ ਕਾਹਦਾ। ਜਦੋਂ ਤੂੰ ਮੱਚਿਆ ਉਦੋਂ ਤੇਰੇ ਕੋਲੇ ਖੜੂਗਾ, ਜਦੋਂ ਧਰਮਰਾਜ ਕੋਲੇ ਗਿਆ ਉਦੋਂ ਤੇਰੇ ਨਾਲ ਜਾਊਗਾ। ਇਹਦਾ ਝੂਠਾ ਸੰਸਾਰ ਸਾਰਾ। ਤੇ ਕੀ ਆਖਿਆ ਬਾਬਾ ਈਸ਼ਰ ਤੋਂ ਬਚਨ ਕਰਦੇ ਭਾਈ, ਸਭ ਕੁਝ ਛੱਡਿਆ ਬਾਬਿਆਂ ਕੋਲੇ ਆਏ, ਬਾਬਿਆਂ ਨੂੰ ਬੇਨਤੀ ਕੀਤੀ ਪਾਤਸ਼ਾਹ ਜੀ
ਤੁਹਾਡੇ ਕੋਲੇ ਰਿਹਾ ਤੇ ਰਹਿਣਾ, ਜਾਣਾ ਨਹੀਂ। ਤੇ ਇੱਕ ਬੇਨਤੀ ਹੈ, ਤੁਹਾਡਾ ਬਚਨ ਮੰਨਣਾ ਸਿੱਖ ਜਾਵਾਂ। ਕਹਿੰਦੇ ਵੱਡੇ ਬਾਬਾ ਜੀ ਕੁਰਸੀ ਤੋਂ ਉੱਠ ਖੜੇ ਸੀ ਤੇ ਸਾਧ ਸੰਤ ਬਾਬਾ ਜੀ ਨੇ ਬੁੱਕਲ ਵਿੱਚ ਲੈ ਕੇ ਆਖਿਆ ਸੀਗਾ, ਈਸ਼ਰ ਜੀ ਨੇ ਹੁਣ ਗੱਲ ਬਹੁਤ ਵੱਡੀ ਹੈ, ਸਾਰੇ ਹਾਟ 'ਚ ਬੈਠੇ ਆ, ਜਿਹਨੇ ਸਾਡਾ ਵਚਨ ਮੰਨਣਾ ਸਿੱਖ ਲਿਆ ਨਾ, ਉਹਨੂੰ ਕੀਰਤਨ ਦੀ ਲੋੜ ਨਹੀਂ ਰਹੇਗੀ। ਬਾਬਾ ਜੀ ਕਹਿੰਦੇ ਸਮਾਂ ਆਵੇਗਾ ਆਵੇਗਾ, ਕਿੰਨੀਆਂ ਮੋਹਰਾਂ ਲੱਗੀ। ਕਹਿੰਦੇ ਜਦੋਂ ਤੂੰ ਦੀਵਾਨ 'ਚ ਬੈਠਿਆ ਕਰੇਗਾ, ਉਦੋਂ ਕੀਰਤਨ ਵਾਲੇ ਕਹਿੰਦੇ ਤੇਰੇ ਰਾਗੀ ਹੇਠ ਉੱਤੇ ਡਿੱਗਿਆ ਕਰਨਗੇ। ਬਾਬਾ ਜੀ ਕਹਿੰਦੇ ਅੱਜ ਬਾਪੂ ਦੀ ਯਾਦ ਅੱਖਾਂ ਮੂਹਰੇ ਆ ਗਈ, ਮਨ ਵਿਰਾਗ ਵਿੱਚ ਆ ਗਿਆ। ਇਹ ਵਚਨ ਕਰਿਆ ਦੀਵਾਨ 'ਚ। ਤੇ ਰਾਗੀ ਸਿੰਘ ਨੇ ਧਾਰਨਾ ਸ਼ਬਦ ਲਾਇਆ, ਟੁੱਟੀ ਗੰਢਣ। ਇਹ ਲਾਇਆ ਉਹ ਟਾਈਮ ਤੇ, ਟੁੱਟੀ ਗੰਢਣ ਹਾਰ ਗੋਪਾਲ, ਇਹ ਮੋਹਰ ਲਾਈ। ਤੇ ਸਾਰਿਆਂ ਨੂੰ ਬਾਬਾ ਕਿੰਨੇ ਵਾਰ ਮਿਲਦੇ ਆ। ਬਾਬਾ ਗੌਤਮ ਰਿਖੀ ਨੇ 20 ਸਾਲ ਤਪੱਸਿਆ ਵੀ ਕੀਤੀ ਤੇ ਆਪਦਾ ਜਵਾਕ ਜਿਹਾ ਹੀ ਫੂਕਤਾ ਸਰ, ਤਪੱਸਿਆ ਵੀ ਕੀਤੀ। ਬਾਬਾ ਈਸ਼ਰ ਸੋ ਮਾਹਰ ਵੱਡੇ ਬਾਬਾ ਨੇ ਵਰ ਦਿੱਤਾ ਵੀ ਜਦੋਂ ਦੀਵਾਨ 'ਚ ਬੈਠਿਆ, ਜਦੋਂ ਵੇਖੋ ਆਉਣ ਵਾਲੇ ਸਮੇਂ ਦਾ ਪਤਾ ਸੀ, ਇਹ ਬੈਠਿਆ ਕਰੇਗਾ ਨਾ, ਰਾਗੀ ਤੇਰੇ ਉੱਤੇ ਡਿੱਗਿਆ ਕਰਨਗੇ। ਤੇ ਬਾਬਾ ਜੀ ਕਹਿੰਦੇ ਅੱਜ ਬਈ ਸਾਹਮਣੇ ਅੱਖਾਂ ਦੇ ਵਰਤਮਾਨ ਹੈ, ਰਾਗੀ ਟਾਈਮ ਮੰਗਦੇ ਆ ਸਾਰੇ, ਕੋਈ ਟਾਈਮ। ਬਾਬਾ ਜੀ ਕਹਿੰਦੇ ਚੰਗਾ ਭਾਈ ਬਸ ਦਰਸ਼ਨ ਨੂੰ ਲਾ ਦਿਓ, ਤੇ ਦੂਜੇ ਰਾਗੀ ਸਾਰੇ ਸਾਜ਼ ਫੜ ਲਓ ਤੇ ਇੱਕ ਸ਼ਬਦ ਟਿਕਾ ਕੇ ਲਾ ਦਿਓ। ਇਉਂ ਮੋਹਰ ਲਾਈ। ਤੇ ਬਾਬਾ ਜੀ ਕਹਿੰਦੇ ਪਿੱਛੇ ਵੀ ਇਕੱਠੇ ਸੀ, ਆਪਾਂ ਪਿੱਛੇ ਸਾਰੇ ਇਕੱਠੇ ਸੀ, ਜਿੰਨੇ ਬੈਠੇ ਤੁਸੀਂ ਸਾਰੇ ਪੁਰਾਣੇ ਆ। ਐਵੇਂ ਕਦੋਂ ਬੈਠਾ ਜਾਂਦਾ? ਐਵੇਂ ਵਿਆਹ ਹੋਵੇ ਨਾ, ਵਿਆਹ ਤੇ ਕੋਈ ਲੋਬੜ ਬੰਦਾ ਆ ਜਾਓ, ਟਿਕਦਾ ਨਹੀਂ ਗਾ। ਤੇ ਘਰ ਦੇ ਇੱਕ ਗੱਲ ਕਹਿੰਦੇ, ਘਰ ਦੇ ਕਹਿੰਦੇ ਨਿਗਾਹ ਰੱਖਿਓ ਕਿਤੇ ਇਹ ਗੱਲ ਨਾ ਹੋਵੇ ਵਿਆਹ ਵਾਲਾ ਸਮਾਨ ਹੀ ਲੈ ਜਾਓ ਚੱਕ ਕੇ। ਤੇ ਜਿਹੜੇ ਰਿਸ਼ਤੇਦਾਰ ਹੁੰਦੇ ਆ, ਰਿਸ਼ਤੇਦਾਰ ਉਹ ਟਿਕ ਜਾਂਦੇ ਆ ਤੇ ਹੱਥ ਜੋੜ ਜਾਂਦੇ ਆ ਵਿਆਹ ਵਾਲੇ ਮੂਹਰੇ, ਘਰਦਿਆਂ ਮੂਹਰੇ, ਦੱਸੋ ਕੀ ਕੰਮ ਕਰੀਏ। ਜਿਹੜੇ ਘਰ ਦੇ ਹੁੰਦੇ ਆ, ਇਹ ਘਰ ਦੇ ਹੁੰਦੇ ਰਿਸ਼ਤੇਦਾਰ। ਆਪਣੀ ਰਿਸ਼ਤੇਦਾਰੀ ਆ ਭਗਤੀ ਦੀ, ਭਗਤੀ ਦੀ ਰਿਸ਼ਤੇਦਾਰੀ ਜਨਮਾਂ ਜਨਮਾਂ 'ਚ ਵਾਧੂ ਹੋ ਜਾਂਦੀ ਹੈ। ਹੁਣ ਇਦੂਗਾ ਫਿਰ ਵਾਧੂ ਹੋ ਵਾਧੂ। ਮਾਇਆ ਦੀ ਰਿਸ਼ਤੇਦਾਰੀ 4 ਦਿਨ ਦੀ ਟੁੱਟ ਜਾਂਦੀ ਹੈ। ਪਹਿਲੀ ਗੱਲ ਮਹਾਂਪੁਰਖ ਉਹ ਹੋਵੇ ਜਿਹੜਾ ਭਗਤੀ ਦੀ ਰਿਸ਼ਤੇਦਾਰੀ ਵਧਾਵੇ ਤੇ ਭਗਤੀ ਦੀ ਰਿਸ਼ਤੇਦਾਰੀ ਪਾਵੇ। ਜਿਹੜਾ ਮਾਇਆ ਦੀ ਰਿਸ਼ਤੇਦਾਰੀ ਪਾਉਂਦਾ ਉਹ ਸਾਧੂ ਹੀ ਨਹੀਂ ਗਾ, ਉਹ ਇੱਥੇ ਹੀ ਆ। ਇਸ ਕਰਕੇ ਮੈਂ ਤਾਂ ਆਪ ਨਹੀਂ ਸਾਧੂ, ਮੈਂ ਪਾ ਲੈਣਾ ਮਾੜੀ ਮੋਟੀ। ਇਸ ਕਰਕੇ ਤੁਸੀਂ ਕਰਮਾਂ ਵਾਲੇ ਹੋ ਸਾਰੇ ਜਿਹੜੇ ਬਚਨ ਸੁਣਦੇ ਆਪਣੇ ਪਾਤਸ਼ਾਹ ਦੀ। ਇਸ ਕਰਕੇ ਬੜੇ ਭਾਗਾਂ ਵਾਲੀ ਸੰਗਤ ਹੈ, ਆਪਾਂ ਨੂੰ ਸਮਾਂ ਮਿਲਿਆ। ਉਹ ਮਹਾਂਪੁਰਖ ਜੀ ਨੂੰ ਗੁਰੂ ਸਾਹਿਬ ਨੇ ਹੁਣ ਹੁਕਮਨਾਮੇ ਵਿੱਚ ਬਖਸ਼ਿਆ, ਤੂੰ ਸੰਤਾਂ ਕਾ ਸੰਤ ਤੇਰੇ। ਉਹ ਬਾਬਾ ਜੀ ਆਪਣਾ ਕੰਨ ਚੰਗੇ ਆ, ਮਨ ਚੰਗਾ, ਜਿੱਥੇ ਬਾਜ ਪਹੁੰਚ ਰਹੀ ਹੈ, ਸੁਰਤੀ ਜਾ ਰਹੀ ਹੈ ਬਾਬਾ ਈਸ਼ਰ ਸਿੰਘ ਵੱਲ। ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕੁਛ ਨਾਹੀ, ਜਮ ਨਹੀਂ ਆਵਾ ਨੇੜੇ ਸੁਆਓ ਮਾਈ ਪਾਈ। ਅਤੀ ਵੱਡੇ ਭਾਗਾਂ ਵਾਲੇ ਆ। ਅੰਮ੍ਰਿਤ ਵੇਲੇ ਉੱਠਿਆ ਕਰੋ, ਉੱਠ ਕੇ ਇਸ਼ਨਾਨ ਕਰਿਆ ਕਰੋ। ਇਸ਼ਨਾਨ ਕਰਨਾ ਚਾਹੀਦਾ। ਨੀਂਦ ਦਾ ਅਲੰਗ ਲੈ ਜਾਂਦਾ, ਨੀਂਦ ਦਾ 7 ਕਰੋੜ ਰੋਮ ਖੁੱਲ੍ਹ ਜਾਂਦਾ। ਪਹਿਲਾਂ ਪਾਣੀ ਜੀਓ ਹੈ। ਅੰਮ੍ਰਿਤ ਵੇਲੇ ਦਾ ਉੱਠਣਾ, ਜੇ ਕੋਈ ਜਾਗੇ ਨਿਤ, ਇੱਕ ਵਧਿੰਦੀ ਆਰਜਾ, ਦੂਜਾ ਮੱਲੋ ਮੱਲੀ ਰੱਬ ਆਵੇ ਚਿੱਤ। ਮੱਲੋ ਮੱਲੀ ਰੱਬ ਚਿੱਤ ਆਉਂਦਾ ਅੰਮ੍ਰਿਤ ਵੇਲੇ ਜੇ ਨਹਾਉਂਦਾ ਬੰਦਾ। ਮੱਲੋ ਮੱਲੀ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ। ਇਸ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਨਾ ਤੇ ਨਿਤਨੇਮ ਕਰਿਆ ਕਰੋ। ਮੰਜਾ ਸੌਣ ਵਾਸਤੇ ਹੈ। ਮੰਜੇ ਤੇ ਜੇ ਨਿਤਨੇਮ ਕਰ ਗਏ ਨਾ, ਕਈ ਮੌਕੇ ਐ ਹੁੰਦਾ ਵੀ ਪੈ ਜਾਈਏ, ਨੇ ਮੰਜਾ ਛੱਡ ਦਈਏ ਤੇ ਐਂ ਸਮਝੀਏ ਵੀ ਗੁਰੂ ਸਾਹਿਬ ਮੰਜੇ ਤੇ ਹੈ, ਗੁਰਦੁਆਰਾ ਸਾਹਿਬ ਤੇ ਸਿੱਖ ਭੁੰਜੇ ਬੈਠਾ, ਸੁਰਤੀ ਲਿਜਾਈਏ।
ਤੇ ਆਪ ਭੁੰਜੇ ਬੈਠ ਕੇ ਨਾ ਲੀੜਾ ਵਿਛਾ ਲਓ। ਇਉਂ ਕੋਈ ਗੱਲ ਨਹੀਂ, ਘੁੱਟ ਚਾਹ ਪੀ ਲਓ। ਇਉਂ ਕੋਈ ਗੱਲ ਨਹੀਂ ਵੀ ਢੋਹ ਲਾ ਲਓ ਜਾਂ ਨਹੀਂ, ਤਾਂ ਇਉਂ ਗੱਲ ਨਹੀਂ ਹੈ। ਪਰ ਅੰਮ੍ਰਿਤ ਵੇਲੇ ਟਾਈਮ ਵੱਧਾ, ਟਾਈਮ ਚੰਦ ਦਾ ਵੱਧਾ, ਆਕਾਸ਼ ਦਾ ਵੱਧਾ, ਸੂਰਜ ਦਾ ਵੱਧਾ, ਸਾਰਿਆਂ ਦਾ ਟਾਈਮ ਵੱਧਾ, ਰੱਬ ਦਾ ਵੀ ਮਿਲਣ ਦਾ ਟਾਈਮ ਵੱਧਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਨਿਤਨੇਮ ਕਰੋ, ਸੱਚੀ ਸਰਕਾਰ ਦੇ ਦਰਸ਼ਨ ਕਰੋ, ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮਾ ਲੈ ਕੇ ਸਰਵਣ ਕਰਕੇ ਫਿਰ ਕਾਰ ਵਿਹਾਰ ਕਰੋ। ਬੱਚੇ ਹੈ, ਪਰਿਵਾਰ ਹੈ, ਦੇਹ ਤੋੜ ਕੇ ਧਰਮ ਦੀ ਕਿਰਤ ਕਰੋ। ਕਿਰਤ ਦੇ ਵਿੱਚੋਂ ਗਿਣ ਕੇ ਦਸਵੰਧ ਕੱਢੋ। 100 ਦੇ ਵਿੱਚੋਂ 90 ਬਹੁਤ ਆ ਆਪ ਨੂੰ ਵਰਤਣ ਨੂੰ। 10 ਰੁਪਈਏ ਉੱਥੇ ਲਾਓ, 10 ਕਿੱਥੇ ਲਾਓ? ਹਜ਼ੂਰ ਕਹਿੰਦੇ ਜਿੱਥੇ ਕਾਰ ਸੇਵਾ ਚੱਲਦੀ ਹੈ ਜਾਂ ਸਿੱਖੀ ਦਾ ਪ੍ਰਚਾਰ ਹੋ ਰਿਹਾ। ਜਿਵੇਂ ਸ੍ਰੀ ਅੰਮ੍ਰਿਤਸਰ ਦੀਵਾਨ ਲੱਗੇ ਹੈ ਤੇ ਸੇਵਾ ਕਈਆਂ ਨੇ ਬਹੁਤ ਦਿੱਤੀ ਹੈ ਸਿੱਖੀ ਦਾ ਪ੍ਰਚਾਰ ਕਰਕੇ। ਇਵੇਂ ਸਿੱਖੀ ਦੇ ਪ੍ਰਚਾਰ ਦੀਵਾਨ ਲੱਗਦੇ ਆ। ਹੁਣ ਕੁੱਲਗੜ੍ਹੀ ਦੀਵਾਨ ਹੈ, ਸ਼ਾਇਦ ਕੱਲ੍ਹ ਦਾ ਪਰਸੋਂ ਦਾ। ਰਾਮਪੁਰੇ ਫੂਲ ਦੀਵਾਨ ਹੈ। ਇਹ ਬਾਬਾ ਜੀ ਦੀ ਮਿਹਰ ਵਰਤਦੀ ਹੈ। ਇਹ ਨਾ ਕਿ ਵੀ ਛੋਟਾ ਬਾਬਾ ਆ ਗਿਆ, ਵੱਡਾ ਨਹੀਂ ਆਇਆ। ਤੇ ਬਾਬਾ ਦੀ ਮਿਹਰ ਹੀ ਆ ਸਾਧ ਸੰਗਤ। ਤੇ ਤੁਹਾਨੂੰ ਪਤਾ ਇਹ ਵੀ ਅਸੀਂ ਟਿਕਣ ਵਾਲੇ ਤਾਂ ਹੈ ਨਹੀਂ ਗੇ, ਸਾਰਿਆਂ ਨੂੰ ਪਤਾ ਹੀ ਹੈ। ਸਾਰਿਆਂ ਨੂੰ ਕਈ ਸਰਦਾਰ ਜੀ ਕਹਿੰਦੇ ਇੱਥੇ ਆਉਂਦੇ ਆ, ਅਮਰਕੋਟ ਵਾਲੇ ਮੇਜਰ ਤੋਂ ਜਾਂ ਹੋਰ, ਕਹਿੰਦੇ ਬਾਬਾ ਜੀ ਤੁਹਾਨੂੰ ਬੈਠਿਆਂ ਨੂੰ ਦੇਖਦੇ ਆ ਦੀਵਾਨ ਦੇ ਵਿੱਚ। ਜਦੋਂ ਬੈਠੇ ਹੁੰਦੇ ਆ ਭੁਗਤਾਉਂਦੇ ਆ। ਇਸ ਕਰਕੇ ਸਾਧ ਸੰਗਤ ਚੌਕੀਦਾਰ ਜੇ ਸੌਂ ਜੇ ਨਾ ਤਾਂ ਘਰ ਲੁੱਟਿਆ ਜਾਂਦਾ। ਚੌਕੀਦਾਰ ਜਾਗਦਾ ਹੋਵੇ ਤਾਂ ਸਾਰੇ ਪਿੰਡ ਨੂੰ ਬਚਾ ਲੈਂਦਾ। ਇਵੇਂ ਮਹਾਂਪੁਰਖ ਜੇ ਸੌਂਗੇ ਤਾਂ ਸਾਧ ਸੰਗਤ ਪਰਜਾ ਕੀ ਕਰੂ? ਪਰਜਾ ਨੂੰ ਜਗਾਉਣ ਵਾਸਤੇ ਚੌਕੀਦਾਰ ਮਹਾਂਪੁਰਖ ਆਉਂਦੇ ਦੁਨੀਆ 'ਤੇ। ਇਸ ਕਰਕੇ ਆਓ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ ਤੇ ਲੰਗਰ ਪ੍ਰਸ਼ਾਦਾ ਕਾਰ ਸੇ, ਇਹ ਵੀ ਕਾਰ ਸੇਵਾ ਵਿੱਚ ਲੱਗ ਸਕਦਾ। ਕਾਰ ਸੇਵਾ ਦੇ ਵਿੱਚ ਕੋਈ ਗੁਰਸਿੱਖ ਹੋਵੇ ਤੇ ਇੱਕ ਢਿੱਲਾ ਮੱਠਾ ਹੋਵੇ ਗੁਰਸਿੱਖ, ਤੇ ਸਾਸ ਉਹਦੇ 'ਤੇ ਥੋੜ੍ਹਾ ਬਹੁਤਾ ਮਦਦ ਕਰ ਸਕਦੇ ਹਾਂ। ਹੋਵੇ ਕੋਈ ਸ਼ਰਾਬੀ ਹੋਵੇ ਜਾਂ ਹੋਰ ਹੋਵੇ, ਉਹ ਦੋਸ਼ੀ ਹੁੰਦਾ, ਉਹਨੂੰ ਸਜ਼ਾ ਮਿਲੀ ਹੁੰਦੀ ਹੈ। ਇਸ ਕਰਕੇ ਗੁਰਸਿੱਖ ਦੀ ਕਿਸੇ ਦੀ ਸੇਵਾ ਕਰ ਸਕਦੇ ਹਾਂ ਤੇ ਸਾਧ ਸੰਤਾਨ ਮਨ ਧਨ ਦੇ ਨਾਲ ਸੇਵਾ ਕਰਕੇ ਆਪਣਾ ਜਨਮ ਸਫਲਾ ਕਰੀਏ, ਬਚਨਾਂ ਦੀ ਕਮਾਈ ਕਰੀਏ, ਬਚਨਾਂ 'ਤੇ ਪਹਿਰਾ ਦਈਏ। ਸੁਖਮਨੀ ਸਾਹਿਬ ਦੇ ਮਹੀਨੇ ਵਿੱਚ 50 ਪਾਠ ਕਰੀਏ ਨਾ, ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲ ਜਾਂਦਾ। 10 ਪਾਠ ਜਪਜੀ ਸਾਹਿਬ ਦੇ ਰੋਜ਼ ਦੇ ਕਰੀਏ, ਜਾਣੀ ਮਹੀਨੇ ਦੇ ਵਿੱਚ ਨਾ 250 ਪਾਠ ਹੋ ਜੇ। 250 ਪਾਠ ਹੋ ਜਾਵੇ ਤਾਂ ਇੱਕ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲ ਜਾਂਦਾ। ਜਦੋਂ ਗੁਰੂ ਗ੍ਰੰਥ ਸਾਹਿਬ ਗੱਦੀ ਤੇ ਨਹੀਂ ਸੀ ਨਾ, ਉਦੋਂ ਦੇ ਗੁਰੂਆਂ ਦੇ ਵਚਨ ਇਹ ਹੋਏ ਵੀ ਸੁਖਮਨੀ ਸਾਹਿਬ ਦੇ 50 ਪਾਠ ਕਰ ਲਓ, ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲ ਜੂ। ਜਪਜੀ ਸਾਹਿਬ ਦੇ 10 ਪਾਠ ਕਰ ਲਓ, ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲ ਜੂ। ਫਿਰ ਪਹਿਲੀ ਪੌੜੀ ਨਾਨਕ ਹੋਸੀ ਪੀਸਤਾ ਤੱਕ 6 ਮਾਲਾ ਕਰ ਲਈਏ, 108 ਮਣਕੇ ਦੀ ਮਾਲਾ, ਤੇ ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲ ਜੂ। ਇਸ ਤਰ੍ਹਾਂ ਸਾਹਿਬ ਵਾਹਿਗੁਰੂ ਸ਼ਬਦ ਦੀਆਂ 80 ਮਾਲਾ ਕਰ ਲਈਏ, ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲ ਜੂ। ਹਿੰਦੂ ਹੈ ਰਾਮ ਰਾਮ ਦੀਆਂ ਮਾਲਾ ਫੇਰ ਲਈਏ, ਮੁਸਲਮਾਨ ਹੈ ਅੱਲਾ ਦੀ ਖੁਦਾ ਦੀ ਮਾਲਾ ਫੇਰ ਲਈ, ਤੇ ਸਭ ਨੂੰ ਫਲ ਮਿਲੂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸੁਸ ਕਰਕੇ ਆਓ, ਮਾਈ ਪਾਈ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਾਂਗੇ, ਪਹਿਰਾ ਦੇਵਾਂਗੇ, ਕਮਾਈ ਕਰਾਂਗੇ। ਕੀ ਮਿਲੇਗਾ? ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਕਰ ਪ੍ਰਭ ਆਪੇ ਮੇਲੇ। ਸਾਰੇ ਹਾਜ਼ਰੀ ਲਵਾਓ, ਧਾਰਨਾ ਦੇ ਰਸਨਾ ਪਵਿੱਤਰ ਕਰੋ। ਬਾਬਾ ਈਸ਼ਰ ਸਿੰਘ ਦੀ ਵਰਸੀ ਦੀ ਯਾਦ ਵਿੱਚ ਆਪਾਂ ਸਾਰੇ ਬਾਬਾ ਨੇ ਮਿਹਰ ਕੀਤੀ, ਭੋਗ ਪਾਏ ਗਏ ਹਨ। ਮੱਸਿਆ ਦਾ ਸ਼ੁਭ ਦਿਹਾੜਾ ਮਨਾਇਆ ਗਿਆ ਹੈ। ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ, ਹਰ ਕਾ ਸੇਵਕ ਹਰ ਹੀ ਜਿਹਾ, ਹਰ ਹੀ ਜਿਹਾ।
हर ही देहा, हर ही देहा। हर का सेवक हर ही देहा, हर ही देहा। हर का सेवक हर ही जेहा, हर ही जेहा। हर का सेवक हर ही जेहा, हर ही जेहा। हर का सेवक हर ही जेहा, हर ही जेहा। हर का सेवक हर ही जेहा, हर ही जेहा। का सेवक हर ही देहा, हर ही देहा। हर का सेवक हर ही देहा, हर ही देहा। हर का सेवक हर ही जेहा, हर ही जेहा। हर का सेवक हर ही जेहा, हर ही जेहा। सारे गज के हारी लुहाया करो ਤਾਂ ਕਿ ਕੋਈ ਆਉਣਾ ਕੋ ਮੇਰੀ ਦਰਗਾਹ ਵਿੱਚ ਹਾਰੀ ਨਹੀਂ ਲੱਗੀ। ਇਸ ਕਰਕੇ ਸਾਰਿਆਂ ਦੀ ਹਾਜ਼ਰੀ ਜਦੋਂ ਬੋਲਦੇ ਆ ਗੁਰੂ ਸਾਹਿਬ ਸਾਰਿਆਂ ਵੱਲ ਵੇਖ ਰਹੇ। ਸਭ ਤੋਂ ਉੱਚਾ ਆਸਣ ਤੇਰਾ, ਤੂੰ ਸਭ ਦਾ ਸਿਰ ਤਾਜ। ਸਭ ਅਵਤਾਰ ਤੇਰੀ ਉਸਤਤ ਕਰਦੇ, ਤੂੰ ਸੱਚਾ ਮਹਾਰਾਜ। ਇਸ ਕਰਕੇ ਆਓ ਭਾਗਾਂ ਵਾਲੇ ਆ। ਕੇਰਾਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾਵਨ ਹੋ ਜਾਈਏ, ਮੋਹਰ ਲਾ ਲਈਏ। ਐ ਹੋਏ ਜਿਹਦੇ ਮਨਾ ਅੰਮ੍ਰਿਤ ਵੇਲੇ ਉੱਠ ਬਾਬਾ ਜੀ ਕੋਲੇ ਬਾਹਾਂ ਖੜੀਆਂ ਕੀਤੀਆਂ। ਸਾਰੇ ਇੱਕ ਮੇਰੀ ਹਾਰੀ ਲਾਓ, ਪਿਆਰ ਦਾ ਸਬੂਤ ਵਿਖਾਓ ਤੇ ਨਾਲੇ ਸਾਰੇ ਠੀਕ ਹੈ ਭਾਗਾਂ ਵਾਲੇ ਆ। ਆਓ ਸਾਰੇ ਕੇਰਾਂ ਫੇਰ ਧਾਰਨਾ ਲਾ ਲਈਏ। ਉਸ ਤੋਂ ਬਾਅਦ ਸਾਧ ਸੰਗਤ ਜਗਤਾਰ ਸਿੰਘ ਜੀ ਧਾਰਨਾ ਲਾਉਣਗੇ, ਹਰ ਜਸ ਲਾਉਣਗੇ। ਤੇ ਇਸ ਕਰਕੇ ਭਾਗਾਂ ਵਾਲੇ ਸਮਾਂ ਪਿਆ। ਗੁਰੂ ਸਾਹਿਬ ਨੇ ਮਿਹਰ ਕੀਤੀ ਹੈ। ਸ੍ਰੀ ਅੰਮ੍ਰਿਤਸਰ ਮੈਦ ਨਹੀਂ ਸੀ, ਸਾਰੇ ਗੁਰੂ ਰਾਮਦਾਸ ਦੀ ਕਿਰਪਾ ਹੋਈ। ਗੁਰੂ ਰਾਮਦਾਸ ਪਾਤਸ਼ਾਹ ਜੀ ਵਰਤ ਰਹੇ ਆ। ਇਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ। ਛੇਵੇਂ ਪਾਤਸ਼ਾਹ ਦੇ ਅਕਾਲ ਤਖਤ ਤੇ ਗਏ, ਅਰਦਾਸ ਕੀਤੀ ਤੇ ਗੁਰੂ ਸਾਹਿਬ ਨੇ ਮੋਹਰ ਲਾਈ। ਇਸ ਕਰਕੇ ਸਾਰੇ ਧਾਰਨਾ ਪੜ੍ਹੀਏ। ਮੇਰਾ ਮਨ ਮੋਹਿ ਲਿਆ ਧੰਨ ਗੁਰੂ ਰਾਮਦਾਸ ਨੇ। 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 ਮੇਰਾ ਮਨ ਮੋਹਿ ਲਿਆ 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 ਧੰਨ ਗੁਰੂ ਰਾਮਦਾਸ ਨੇ। उत्तम श्लोक साध के बचन अमलीक लाल एह रतन। सुनत कमावत होत उदार। आप तरह लोक कह निस्तार। सारे ही कर्मा वाले हाँ हुणे ही। ਸਾਰੇ ਹੀ ਕਰਮਾਂ ਵਾਲੇ ਹਾਂ ਗੁਰਮੁਖ ਪਿਆਰਿਓ, ਜਿਨ੍ਹਾਂ ਨੂੰ ਮੱਸੇ ਦੇ ਪਵਿੱਤਰ ਦਿਹਾੜੇ ਤੇ ਦਰਗਾਹੀ ਪ੍ਰਵਚਨ ਸਰਵਨ ਕਰਨ ਦਾ ਸਮਾਂ ਮਿਲਿਆ ਹੈ। ਹੁਣੇ ਹੀ
ਮਾਲਕ ਬਾਬਾ ਜੀ ਨੇ ਸਾਰਿਆਂ ਤੇ ਹੀ ਦ੍ਰਿਸ਼ਟੀ ਪਾਈ ਹੈ। ਜੋ ਵੀ ਸੰਗਤਾਂ ਪਾਠ ਕਰਕੇ ਲੈ ਕੇ ਆਈਆਂ ਹਨ ਸਭ ਦੀ ਹੀ ਹਾਜ਼ਰੀ ਬਾਬਾ ਜੀ ਨੇ ਲਗਵਾਈ ਹੈ। ਕੁੱਲ 1073 ਪਰਿਵਾਰਾਂ ਦੀਆਂ ਪਰਚੀਆਂ ਹਨ। ਪਿਛਲੀ ਮੱਸਿਆ ਤੋਂ ਇਸ ਮੱਸਿਆ ਤੱਕ ਸੁਖਮਨੀ ਸਾਹਿਬ ਜੀ ਦੇ ਪਾਠ 26,835 ਪਾਠ, ਜਪਜੀ ਸਾਹਿਬ ਜੀ ਦੇ ਪਾਠ 54,875 ਪਾਠ ਤੇ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ 108 ਮਣਕੇ ਦੀ ਮਾਲਾ, 59,120 ਮਾਲਾ ਤੇ ਨਾਲ ਹੀ ਵਾਹਿਗੁਰੂ ਗੁਰੂ ਮੰਤਰ 3,88,472 ਮਾਲਾ ਹੋਈਆਂ ਹਨ ਤੇ 21 ਸਹਿਜ ਪਾਠਾਂ ਦੇ ਵੀ ਭੋਗ ਪਾਏ ਗਏ ਹਨ ਤੇ ਅੱਜ ਦੇ ਹੀ ਦਿਨ 12 ਅਖੰਡ ਪਾਠਾਂ ਦੇ ਵੀ ਭੋਗ ਪਾਏ ਗਏ ਹਨ ਤੇ ਨਾਲ ਹੀ ਗੁਰਮੁਖ ਪਿਆਰੇ ਜਿਨ੍ਹਾਂ ਨੇ ਬਚਨ ਮੰਨ ਕੇ ਅੰਮ੍ਰਿਤ ਪਾਨ ਕੀਤਾ ਹੈ, ਕੁੱਲ 47 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਹੈ। ਸਾਰੀ ਹੀ ਸਤਿਗੁਰਾਂ ਦੀ ਕਿਰਪਾ ਹੈ ਤੇ ਨਾਲ ਹੀ ਮਾਤਾ ਜੀ ਦੇ ਸਥਾਨ ਤੇ ਸੰਗਤਾਂ ਵੱਲੋਂ ਕੀਤੇ ਗਏ ਪਾਠ ਸੁਖਮਨੀ ਸਾਹਿਬ ਜੀ ਦੇ 337 ਪਾਠ, ਜਪਜੀ ਸਾਹਿਬ ਜੀ ਦੇ ਪਾਠ 2,983 ਪਾਠ, ਪਹਿਲੀ ਪੌੜੀ ਮੂਲ ਮੰਤਰ 1,481 ਮਾਲਾ ਤੇ ਨਾਲ ਹੀ ਵਾਹਿਗੁਰੂ ਗੁਰੂ ਮੰਤਰ 7,026 ਮਾਲਾ ਹੋਈਆਂ ਹਨ। ਸਾਰੀ ਹੀ ਨਾਮ ਦੀ ਵਡਿਆਈ ਹੈ, ਸਤਿਗੁਰਾਂ ਦੀ ਕਿਰਪਾ ਹੈ। ਇਸੇ ਤਰ੍ਹਾਂ ਸਾਰੀ ਸੰਗਤ ਨੇ ਦੀਵਾਨਾਂ ਤੇ ਵੀ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨਾ ਹੈ, ਜੋ ਕਿ ਕੱਲ ਨੂੰ ਹੀ ਪਹਿਲਾ ਦੀਵਾਨ ਠਾਠ ਕੁੱਲਗੜੀ, ਜਿੱਥੇ ਇਸੇ ਤਰ੍ਹਾਂ ਸੁੰਦਰ ਸਥਾਨ ਬਣਿਆ ਹੈ ਗੁਰਮੁਖ ਪਿਆਰਿਓ, 7 ਤਰੀਕ ਤੋਂ ਲੈ ਕੇ 11 ਤਰੀਕ ਤੱਕ ਜਿੱਥੇ ਦੀਵਾਨਾਂ ਦੀ ਬਖਸ਼ਿਸ਼ ਹੋਈ ਹੈ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਦੇ ਬਰਸ਼ ਦੇ ਸੰਬੰਧ ਵਿੱਚ ਜਿੱਥੇ ਦੀਵਾਨਾਂ ਦਾ ਸਮਾਂ ਹੈ ਤੇ ਉਸ ਤੋਂ ਬਾਅਦ ਹੀ ਰਾਮਪੁਲਾ ਫੂਲ ਮੰਡੀ, ਉੱਥੇ 13 ਤਰੀਕ ਤੋਂ ਲੈ ਕੇ 15 ਤਰੀਕ ਤੱਕ ਉੱਥੇ ਵੀ ਦੀਵਾਨਾਂ ਦਾ ਸਮਾਂ ਹੈ। ਗੁਰਦੁਆਰਾ ਸਿੰਘ ਸਭਾ ਸਥਾਨ ਬਣਿਆ ਹੈ ਗੁਰਮੁਖ ਪਿਆਰਿਓ, ਉੱਥੇ ਦੀਵਾਨਾਂ ਦਾ ਸਮਾਂ ਹੈ ਤੇ ਉਸ ਤੋਂ ਬਾਅਦ ਹੀ ਖੰਨਾ ਠਾਠ ਜਿੱਥੇ ਇਸੇ ਤਰ੍ਹਾਂ ਸੁੰਦਰ ਸਥਾਨ ਬਣਿਆ ਹੋਇਆ ਹੈ। 17 ਤਰੀਕ ਤੋਂ ਲੈ ਕੇ ਤੇ 20 ਤਰੀਕ ਤੱਕ ਜਿੱਥੇ ਦੀਵਾਨਾਂ ਦਾ ਸਮਾਂ ਹੈ ਤੇ 20 ਤਰੀਕ ਨੂੰ ਹੀ ਪੂਰਨਮਾਸੀ ਦਾ ਵੀ ਸਮਾਂ ਹੈ। ਵੱਡੀ ਪੁੰਨਿਆ ਹੈ ਗੁਰਮੁਖ ਪਿਆਰਿਓ ਤੇ ਖੰਨੇ ਠਾਠ ਵਿਖੇ ਹੀ ਮਨਾਈ ਜਾਵੇਗੀ। ਇਸ ਕਰਕੇ ਸਾਰਿਆਂ ਨੂੰ ਹੀ ਆਪਾਂ ਨੂੰ ਇਹ ਸਮਾਂ ਮਿਲਿਆ ਹੈ ਗੁਰਮੁਖ ਪਿਆਰਿਓ ਤੇ ਨਾਲ ਹੀ ਜੋ 13 ਕੱਤਕ ਦਾ ਸਮਾਂ ਹੈ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਸਾਲਾਨਾ ਸਮਾਂ ਹੈ ਗੁਰਮੁਖ ਪਿਆਰਿਓ, ਜੋ ਕਿ ਸਾਲਾਨਾ ਹੀ ਨਗਰ ਕੀਰਤਨ ਦਾ ਸਮਾਂ ਹੁੰਦਾ ਹੈ, ਜੋ ਕਿ 29 ਤਰੀਕ ਨੂੰ ਤੇ ਸਾਰਿਆਂ ਨੇ ਹੀ ਗੁਰਮੁਖ ਪਿਆਰਿਆਂ ਨੇ ਹਾਜ਼ਰੀ ਭਰਨੀ ਹੈ ਤੇ ਹੋਰ ਨਾਲ ਗੁਰਮੁਖ ਪ੍ਰਾਣੀਆਂ ਨੂੰ ਪ੍ਰੇਰ ਕੇ ਲੈ ਕੇ ਆ ਕੇ ਇਸ ਦਰਬਾਰ ਦੇ ਵਿੱਚ ਹਾਜ਼ਰੀ ਭਰਨੀ ਹੈ। ਤੇ ਸ਼ਾਮ ਦੇ ਵੀ ਦੀਵਾਨ ਆਰੰਭ ਹੋਣੇ ਹਨ ਗੁਰਮੁਖ ਪਿਆਰਿਓ, ਜੋ ਕਿ 30 ਤਰੀਕ ਦਾ ਪਹਿਲਾ ਦੀਵਾਨ ਹੈ, ਜੋ ਕਿ 3 ਤਰੀਕ ਤੱਕ 30 ਤਰੀਕ ਤੋਂ ਲੈ ਕੇ 3 ਤਰੀਕ ਤੱਕ ਜਿੱਥੇ ਦੀਵਾਨਾਂ ਦਾ ਸਮਾਂ ਹੈ ਇਸੇ ਹੀ ਸਥਾਨ ਤੇ ਰਾਤ ਦੇ ਦੀਵਾਨ ਸਜਾਏ ਜਾਣੇ ਹਨ। ਦਰਗਾਹੀ ਪ੍ਰਵਚਨਾਂ ਦਾ ਵੀ ਸਮਾਂ ਹੈ ਤੇ ਨਾਲ ਹੀ ਜੋ ਕਿ ਮੱਸਿਆ ਦਾ ਵੀ ਦਿਹਾੜਾ ਹੈ ਗੁਰਮੁਖ ਪਿਆਰਿਓ, ਜੋ 4 ਤਰੀਕ ਨੂੰ ਮੱਸਿਆ ਦਾ ਦਿਹਾੜਾ ਹੈ ਤੇ ਸਾਰੀ ਹੀ ਸਮਾਪਤੀ ਮੱਸਿਆ ਵਾਲੇ ਦਿਨ ਹੋਣੀ ਹੈ ਤੇ ਦੀਵਾਲੀ ਦਾ ਵੀ ਸਮਾਂ ਹੈ ਗੁਰਮੁਖ ਪਿਆਰਿਓ, ਜੋ ਕਿ 29 ਤਰੀਕ ਨੂੰ ਪਹਿਲੀ ਟਰਨ ਦੇ ਅਖੰਡ ਪਾਠਾਂ ਦੇ ਭੋਗ ਪਾਏ ਜਾਣੇ ਹਨ ਤੇ ਜਿਨ੍ਹਾਂ ਦੀ ਸਾਰੀ ਹੀ ਸਮਾਪਤੀ 4 ਤਰੀਕ ਨੂੰ ਹੋਵੇਗੀ। ਇਸੇ ਤਰ੍ਹਾਂ ਮੱਸਿਆ ਵਾਲੇ ਦਿਨ ਆਪਾਂ ਨੇ ਹਾਜ਼ਰੀ ਭਰ ਕੇ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ ਹੁਣ ਬਾਬਾ ਜੀ ਬਾਬਾ ਜਗਤਾਰ ਸਿੰਘ ਜੀ ਉਹਨਾਂ ਦੀ ਮਿੱਠੀ ਰਸਨਾ ਦੇ ਵਿੱਚੋਂ ਧਾਰਨਾ ਦੀ ਹਾਜ਼ਰੀ ਤੇ ਨਾਲ ਹੀ ਹਰ ਜਸ ਦਾ ਸਮਾਂ ਹੈ। ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਏ ਪਾਪੀਆਂ ਦੇ ਤਾਰਨੇ ਨੂੰ, ਪਾਪੀਆਂ ਦੇ ਤਾਰਨੇ ਨੂੰ ਤੁਰ ਦਰਗਾਹੋਂ ਆਏ, ਪਾਪੀਆਂ ਦੇ ਤਾਰਨੇ ਨੂੰ ਬਖਸ਼ ਜਿੰਦੀ ਦਾਦੋਂ ਆਏ ਪਾਪੀਆਂ ਦੇ ਤਾਰਨੇ
ਬਾਬਾ ਈਸ਼ਰ ਸਿੰਘ ਦਰਗਾਹੋਂ ਆਏ ਪਾਪੀਆਂ ਦੇ ਤਾਰਨੇ ਨੂੰ ਬਾਬਾ ਈਸ਼ਰ ਸਿੰਘ ਦਰਗਾਹੋਂ ਆਏ ਪਾਪੀਆਂ ਦੇ ਤਾਰਨੇ ਨੂੰ ਬਾਬਾ ਈਸ਼ਰ ਸਿੰਘ ਜੀ ਰਾਜੋ ਆਏ ਪਾਪੀਆਂ ਦੇ ਤਾਰਨੇ ਨੂੰ ਬਾਬਾ ਈਸ਼ਰ ਸਿੰਘ ਜੀ ਰਾਜੋ ਆਏ ਪਾਪੀਆਂ ਦੇ ਤਾਰਨੇ ਨੂੰ ਬਾਬਾ ਈਸ਼ਰ ਸਿੰਘ ਦਰਗਾਹੋਂ ਆਏ ਪਾਪੀਆਂ ਦੇ ਤਾਰਨੇ ਨੂੰ ਬਾਬਾ ਈਸ਼ਰ ਸਿੰਘ ਦਰਗਾਹੋਂ ਆਏ ਪਾਪੀਆਂ ਦੇ ਤਾਰਨੇ ਨੂੰ ਕਰਦਾਉ ਆਏ ਪਾਪੀਆਂ ਦੇ ਤਾਰਨੇ ਨੂੰ ਬਾਬਾ ਈਸ਼ਰ ਸਿੰਘ ਜੀ ਰਾਜੋ ਆਏ ਪਾਪੀਆਂ ਦੇ ਤਾਰਨੇ ਨੂੰ ਬਾਬਾ ਈਸ਼ਰ ਸਿੰਘ ਦੀ ਦਰਗਾਹੋਂ ਆਏ ਪਾਪੀਆਂ ਦੇ ਤਾਰਨੇ ਨੂੰ ਬਾਬਾ ਈਸ਼ਰ ਸਿੰਘ ਦਰਗਾਹੋਂ ਆਏ ਪਾਪੀਆਂ ਦੇ ਤਾਰਨੇ ਨੂੰ 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 ਬਾਬਾ ਈਸ਼ਰ ਸਿੰਘ ਜੀ ਦਾਉ ਆਏ ਪਾਪੀਆਂ ਦੇ ਤਾਰਨੇ ਨੂੰ ਬਾਬਾ ਈਸ਼ਰ ਸਿੰਘ ਜੀ ਰਾਉ ਆਏ ਪਾਪੀਆਂ ਦੇ ਤਾਰਨੇ ਨੂੰ ਬਾਬਾ ਈਸ਼ਰ ਸਿੰਘ ਦਰਗਾਹੋਂ ਆਏ ਪਾਪੀਆਂ ਦੇ ਤਾਰਨੇ ਨੂੰ ਬਾਬਾ ਈਸ਼ਰ ਸਿੰਘ ਦਰਗਾਹੋਂ ਆਏ ਪਾਪੀਆਂ ਦੇ ਤਾਰਨੇ ਨੂੰ ਹਰ ਜਸ ਜਾਇਓ ਸੰਤ ਜਨਾ ਮਿਲ ਹਰ ਜਸ ਜਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਿਲ ਕੋਟ ਜਨਮ ਤੇ ਰੂਚ ਜਵਾਇਓ ਜਨਮ ਕੇ ਦੁਖ ਗਵਾਇਓ ਲੋਟਾ ਤੁਤ ਚੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਧਰਤੀ ਪਾਰ ਨਾਮ ਦਿਵਾਇਓ ਹਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੂਚਰ ਨਾਮ ਬਰਾਈ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਮਿਤ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ